सत श्री अकाल जी, आदाब, सलाम, नमस्कार। रेडियो हाँ जी 1674 एम ते मैं गौतम कपिल जी आए ਨੂੰ ਆਖਦਾ ਤੁਹਾਨੂੰ। ਇਸ ਵਕਤ ਰੇਡੀਓ ਦੀਆਂ ਤਰੰਗਾਂ ਦੇ ਨਾਲ ਜਿਹੜੀ ਆਵਾਜ਼ ਹੈ ਮੇਰੀ ਉਹ ਤੁਸੀਂ ਸੁਣਨ ਦੇ ਨਾਲ ਦੇਖ ਵੀ ਪਾ ਰਹੇ ਹੋ। ਜੇ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਲਾਈਵ ਜੁੜੇ ਹੋਏ ਹੋ, ਜੇ ਜੁੜੇ ਹੋਏ ਹੋ ਤਾਂ ਬਹੁਤ ਵਧੀਆ ਗੱਲ ਹੈ, ਤੇ ਜੇ ਨਹੀਂ ਹੈਗੇ ਹੋ ਤਾਂ ਫਿਰ ਆ ਜਾਓ facebook.com/ਹਾਂਜੀ ਸਿਡਨੀ, ਕਿਉਂਕਿ ਥੋੜੀ ਦੇਰ ਪਹਿਲਾਂ ਇੱਕ ਬਹੁਤ ਵੱਡੀ ਅਨਾਉਂਸਮੈਂਟ ਕੀਤੀ ਸੀ ਕਿ ਪੰਜਾਬੀ ਫਿਲਮੀ ਕਲਾਕਾਰ ਯੋਗਰਾਜ ਸਿੰਘ, ਵੈਸੇ ਇਹ ਡੈਫੀਨੇਸ਼ਨ ਉਹਨਾਂ ਦੀ ਦਿੱਤੀ ਜਾਂਦੀ ਹੈ, ਪਰ ਮੈਂ ਉਹਨਾਂ ਨੂੰ ਸਿਰਫ ਫਿਲਮੀ ਕਲਾਕਾਰ ਤੱਕ ਸੀਮਤ ਨਹੀਂ ਰੱਖਦਾ ਹੈਗਾ ਜੀ। ਯੋਗਰਾਜ ਸਿੰਘ ਜੀ ਦਾ ਜਿਹੜਾ ਔਰਾ ਹੈਗਾ, ਜਿਹੜਾ ਦਾਇਰਾ ਹੈਗਾ, ਉਹ ਫਿਲਮਾਂ ਤੋਂ ਕਿਤੇ ਜ਼ਿਆਦਾ ਅੱਗੇ ਹੈ। ਉਹਦੀ ਵਜ੍ਹਾ ਇੱਕ ਇਹ ਵੀ ਹੋ ਸਕਦੀ ਹੈ ਕਿ ਅੱਜ ਅਸੀਂ ਉਹਨਾਂ ਦੇ ਨਾਲ ਜਿਹੜਾ ਮੁੱਦਿਆਂ ਦੇ ਉੱਤੇ ਗੱਲ ਕਰਨ ਜਾ ਰਹੇ ਨੇ, ਉਹ ਫਿਲਮਾਂ ਦੇ ਨਾਲ ਨਾ ਜੁੜੇ ਹੋਣ ਕਰਕੇ ਬਲਕਿ ਸਾਡੇ ਸਮਾਜ ਦੇ ਨਾਲ ਜੁੜੇ ਹੋਏ ਨੇ ਜੀ। तो आओ बिना किसी देरी ਤੁਸੀਂ ਇਹ ਚਿਹਰਾ ਸਕਰੀਨ ਦੇ ਉੱਤੇ ਦੇਖ ਵੀ ਪਾ ਰਹੇ ਹੋ, ਯੋਗਰਾਜ ਸਿੰਘ ਜੀ ਸਾਡੇ ਨਾਲ ਹੈਗੇ ਨੇ ਜੀ ਫੇਸਬੁੱਕ ਦੇ ਉੱਤੇ ਲਾਈਵ, ਰੇਡੀਓ ਦੇ ਉੱਤੇ ਲਾਈਵ। ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿਆਰੇ ਜੀ ਭਾਜੀ, ਸੋ ਫਾਈਨਲੀ ਸਾਡਾ ਸੰਪਰਕ ਹੋ ਗਿਆ, ਔਰ ਇੱਥੇ ਬਹੁਤ ਸਾਰੇ ਸਰੋਤੇ ਜਿਹੜੇ ਆਪਣੇ ਨਾਲ ਜੁੜ ਗਏ ਨੇ ਜੀ। ਇਹ ਸ਼ੁਰੂਆਤ ਜਿਹੜੀ ਇਸ ਤਰ੍ਹਾਂ ਹੋਈ ਹੈ ਨਾ, ਇਹਦੇ ਤੋਂ ਇੱਕ ਯਕੀਨ ਮੈਨੂੰ ਇਸ ਗੱਲ ਦਾ ਹੋ ਜਾਂਦਾ ਹੈ ਕਿ ਜਦੋਂ ਕੋਈ ਮੈਂ ਸ਼ੁਰੂਆਤ ਦੇ ਵਿੱਚ ਜਿਹੜੀ ਸ਼ਾਇਦ ਇੰਟਰੋਡਕਸ਼ਨ ਦਿੱਤੀ ਸੀ, ਤੁਹਾਨੂੰ ਸ਼ਾਇਦ ਨਾ ਸੁਣੀ ਹੋਵੇ, ਮੈਂ ਕਹਿ ਰਿਹਾ ਸੀਗਾ ਕਿ ਯੋਗਰਾਜ ਸਿੰਘ ਹੋਰਾਂ ਨੂੰ ਫਿਲਮੀ ਕਲਾਕਾਰ ਦੀ ਡੈਫੀਨੇਸ਼ਨ ਦੇ ਵਿੱਚ ਮੈਂ ਨਹੀਂ ਰੱਖ ਸਕਦਾ ਹੈਗਾ। ਸੋ ਬਹੁਤ ਸਾਰੇ ਲੋਕ ਅਕਸਰ ਫਿਲਮੀ ਕਲਾਕਾਰ ਕਹਿ ਦਿੰਦੇ ਹੋਣਗੇ ਤੁਹਾਨੂੰ, ਪੰਜਾਬੀ ਐਕਟਰ, ਪਰ ਮੈਂ ਉਸ ਡੈਫੀਨੇਸ਼ਨ 'ਚ ਨਹੀਂ ਰੱਖ ਸਕਦਾ। ਉਹਦੀ ਇੱਕ ਵਜ੍ਹਾ ਇਹ ਹੈ, ਸਾਨੂੰ ਇੱਕ ਇੰਟਰੋਡਕਸ਼ਨ ਜ਼ਰੂਰ ਦੇਣੀ ਪੈਂਦੀ ਹੁੰਦੀ ਹੈ ਹਰ ਇੱਕ ਬੰਦੇ ਦੇ ਨਾਲ, ਹਨਾ, ਉਹਦਾ ਸਰਨਾਮਾ ਜ਼ਰੂਰ ਜੋੜਨਾ ਪੈਂਦਾ ਹੁੰਦਾ ਹੈ। ਪਰ ਅੱਜ ਜਿਵੇਂ ਅਸੀਂ ਗੱਲਬਾਤ ਜਿਹੜੇ ਮੁੱਦਿਆਂ ਦੇ ਉੱਤੇ ਕਰਨ ਜਾ ਰਹੇ ਹਾਂ, ਉਹ ਫਿਲਮਾਂ ਦੀ ਨਾ ਹੋ ਕੇ ਨੇ ਸਮਾਜ ਦੇ ਮੁੱਦੇ ਨੇ। ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਕਸਰ ਤੁਸੀਂ ਆਪਣਾ ਕੰਸਰਨ ਜ਼ਾਹਰ ਕਰਦੇ ਰਹਿੰਦੇ ਹੋ, ਆਪਣੀ ਚਿੰਤਾ ਜ਼ਾਹਰ ਕਰਦੇ ਰਹਿੰਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਭਾਜੀ, ਓਵਰਆਲ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਜਿਹੜੇ ਜਿਸ ਹਾਲਾਤ ਦੇ ਵਿੱਚ ਕੱਲਾ ਹਿੰਦੁਸਤਾਨ ਨਹੀਂ, ਕੱਲਾ ਆਸਟ੍ਰੇਲੀਆ ਨਹੀਂ, ਪੂਰੀ ਦੁਨੀਆ ਫਸੀ ਹੋਈ ਕਹਿ ਸਕਦੇ ਹਾਂ ਆਪਾਂ, ਹਨਾ, ਫਸੀ ਹੋਈ ਹੈ, ਇਸ ਸਿਚੁਏਸ਼ਨ 'ਚ ਸਟਕ ਹੋਈ ਹੋਈ ਹੈ, ਤੁਸੀਂ ਆਪਣੇ ਤਰੀਕੇ ਦੇ ਨਾਲ, ਆਪਣੀ ਜ਼ਹਿਨੀਅਤ ਦੇ ਤੌਰ ਤੇ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਪੂਰੇ ਮਾਹੌਲ ਨੂੰ? ਮੈਨੂੰ ਨੀਲ ਆਰਮਸਟਰੋਂਗ ਦੀ ਗੱਲ ਯਾਦ ਆ ਗਈ, ਜਿਹੜਾ ਪਹਿਲਾ ਬੰਦਾ ਚੰਦ ਤੇ ਗਿਆ ਸੀਗਾ ਤੇ ਉਹਨੇ ਉੱਥੋਂ ਆਪਣੀ ਧਰਤੀ ਦੀ ਤਸਵੀਰ ਲਈ ਸੀ, ਤੇ ਵੈਸੇ ਧਰਤੀ ਏਦਾਂ ਲੱਗ ਰਹੀ ਸੀ ਜਿਵੇਂ ਸਾਰੇ ਬ੍ਰਹਿਮੰਡ ਦੇ ਵਿੱਚ ਇੱਕ ਡਾਟ ਹੈਗਾ, ਇੱਕ ਨਾ ਮਾਤਰ ਚੀਜ਼ ਨੂੰ ਜਿੱਦਾਂ ਆਪਾਂ ਕਹਿ ਦਿੰਦੇ ਆ। ਤੇ ਆਪਾਂ ਆਪਣੀ ਇਸ ਧਰਤੀ ਜਿਹੜੀ ਬਹੁਤ ਰੱਬ ਨੇ ਖੂਬਸੂਰਤ ਸਜਾ ਕੇ ਆਪਾਂ ਨੂੰ ਦਿੱਤੀ ਆ, ਆਪਾਂ ਇਹਦਾ ਸਤਿਆਨਾਸ਼ ਬਹੁਤ ਮਾਰਿਆ ਸਾਰਿਆਂ ਨੇ ਇਕੱਠੇ ਹੋ ਕੇ, ਹੈ ਜੀ। ਸਾਰੀ ਦੁਨੀਆ ਨੇ, ਕਿਸੇ ਨੇ ਕੋਈ ਖਹਿੜਾ ਛੱਡਿਆ ਹੀ ਨਹੀਂ, ਕੋਈ ਜੰਗਲ ਨਹੀਂ ਛੱਡੇ, ਕੋਈ ਜੰਗਲ ਵਿਹਲੇ ਨਹੀਂ ਛੱਡੇ, ਜਾਨਵਰ ਨਹੀਂ ਛੱਡੇ। ਆਪਾਂ ਕੁਦਰਤ ਦੇ ਖਿਲਾਫ ਇੰਨਾ ਚੱਲਦੇ ਰਹੇ, ਆਪਾਂ ਨੂੰ ਵਾਰਨਿੰਗਸ ਵੀ ਮਿਲਦੀਆਂ ਰਹੀਆਂ ਰੱਬ ਵੱਲੋਂ, ਨੇਚਰ ਵੱਲੋਂ, ਵੀ ਬੰਦਿਆਂ ਤੂੰ ਹਟ ਜਾ, ਤੂੰ ਹਟ ਜਾ। ਐਂਡ ਆਪਾਂ ਵਾਰਸ ਤੇ ਖੜ ਕੇ ਲੜਾਈਆਂ ਲੜ ਰਹੇ ਇੱਥੇ ਧਰਤੀ ਤੇ ਆ ਕੇ, ਜਿੱਥੇ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ ਸੀ ਵੀ ਪਿਆਰ ਨਾਲ ਬੰਦੇ ਇੱਕ ਦੂਜੇ ਦੇ ਨਾਲ ਤੂੰ ਰਹਿਣਾ, ਇੱਕ ਦੂਜੇ ਨਾਲ ਤੂੰ ਚੱਲਣਾ ਹੈ। ਤੇ ਲੁੱਕ ਐਟ ਦੀ ਅਮਾਊਂਟ ਆਫ ਡਿਸਟਰਕਸ਼ਨ ਆਪਾਂ ਕੀਤੀ ਹੈ, ਤੇ ਆਪਾਂ ਨੂੰ ਫਿਰ ਭਾਜੀ ਇਹਦੀ ਸਜ਼ਾ ਤੇ ਹੁਣ ਮਿਲਣੀ ਸੀ ਨਾ। ਅਜੇ ਵੀ ਮੈਂ ਕਹਿੰਦਾ ਰੱਬ ਨੇ ਜੁੱਤੀ ਚੱਕੀ ਹੈ, ਜੇ ਕਿਤੇ ਬਾਪੂ ਨੇ ਜੁੱਤੀ ਫੇਰਤੀ ਨਾ ਤੇ ਧਰਤੀ ਤੇ ਟਾਵਾਂ ਬੰਦਾ ਹੀ ਰਹਿ ਜਾਣਾ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਆਪਣੀ ਸਾਖੀਆਂ 'ਚ ਲਿਖਿਆ ਹੋਇਆ, ਗੁਰੂ ਮਹਾਰਾਜ ਕਹਿ ਵੀ ਗਏ ਹੈ। ਸੋ ਆਈ ਥਿੰਕ ਜੋ ਕੁਝ ਹਾਲਾਤ ਅੱਜ ਬਣੇ ਆ, ਇਹਦੇ ਜ਼ਿੰਮੇਦਾਰ ਆਪਾਂ ਲੋਕ, ਸਪੈਸ਼ਲੀ ਉਹ ਕੰਟਰੀਜ਼ ਜਿਹੜੀਆਂ ਕਹਿੰਦੀਆਂ ਘੁੰਮਦੀਆਂ ਜੀ ਅਸੀਂ ਚੰਦ ਤੇ ਜਾਣਾ, ਅਸੀਂ ਮਾਰਸ ਤੇ ਜਾਣਾ, ਅਸੀਂ ਫਲਾਨਾ ਰਾਕਟ ਪਹਿਲਾਂ ਗਿਆ, ਸਾਡਾ ਬੰਦਾ ਪਹਿਲਾਂ ਗਿਆ। ਮੈਨੂੰ ਇਹਨਾਂ ਨੂੰ ਪੁੱਛੇ ਪਹਿਲਾਂ ਅਕਲਮੰਦਾਂ ਨੂੰ ਵੀ ਤੁਸੀਂ ਚੰਦ ਤੇ ਜਾ ਕੇ, ਮਾਰਸ ਤੇ ਜਾ ਕੇ ਲੈਣਾ ਕੀ ਹੈ? ਤੁਹਾਨੂੰ ਰੱਬ ਨੇ ਇੱਕ ਧਰਤੀ ਬਣਾ ਕੇ ਦਿੱਤੀ ਹੈ, ਤੁਸੀਂ ਉਸ ਧਰਤੀ ਤੇ ਪਹਿਲਾਂ ਰਹਿਣਾ ਤਾਂ ਸਿੱਖ ਲਓ, ਇੱਕ ਦੂਜੇ ਨਾਲ ਪਿਆਰ ਕਰਨਾ ਸਿੱਖ ਲਓ, ਇੱਕ ਦੂਜੇ ਦਾ ਦਰਦ ਵੰਡਾਉਣਾ ਸਿੱਖ ਲਓ, ਇੱਕ ਦੂਜੇ ਨਾਲ ਜ਼ਿੰਦਗੀ ਦੇ ਪਹਿਲੂ ਜਿਹੜੇ ਸਾਂਝੇ ਕਰਨੇ ਸਿੱਖੋ। ਆਪਾਂ ਧਰਮਾਂ 'ਚ ਵੰਡ ਲਿਆ ਆਪਣੇ ਆਪ ਨੂੰ। ਆਪਾਂ ਜੀ ਤੂੰ ਕਾਲਾ ਹੈ, ਤੂੰ ਪੀਲਾ ਹੈ, ਮੈਂ ਵੱਡਾ, ਮੈਂ ਛੋਟਾ। ਲੁੱਕ ਐਟ ਦੀ ਅਮਾਊਂਟ ਆਫ ਬ੍ਰਿਟਿਸ਼ਰਸ ਰੂਲ ਕਰਦੇ ਰਹੇ ਹੈ। ਇਹ ਆਪਣੇ ਆਪ ਨੂੰ ਹਮੇਸ਼ਾ ਉੱਚੀ ਕੌਮ ਸਮਝਦੇ ਰਹੇ ਹੈ ਤੇ ਦੂਜਿਆਂ ਨੂੰ ਕਹਿੰਦੇ ਨੇ ਜੀ ਇਹ ਨੀਵੇਂ ਨੇ। ਸੋ ਆਲ ਸੋਰਟਸ ਆਫ ਥਿੰਗਸ ਜਿਹੜੀਆਂ ਹੋਈਆਂ ਨੇ ਭਾਜੀ, ਔਰ ਮੇਰੇ ਪਿਆਰੇ ਸਰੋਤਿਓ, ਇਹ ਆਪਾਂ ਕਸੂਰਵਾਰ ਹਾਂ। ਤੇ ਅਜੇ ਵੀ ਮੈਂ ਹੁਣ ਦੇਖੋ, ਕਿੱਥੇ ਗਏ ਪੈਸਾ, ਕਿੱਥੇ ਗਿਆ ਗੱਡੀਆਂ, ਕਿੱਥੇ ਗਏ ਜਹਾਜ਼, ਕਿੱਥੇ ਗਏ ਉਹ ਪੰਡਤ, ਕਿੱਥੇ ਗਏ ਉਹ ਬਾਬੇ, ਕਿੱਥੇ ਉਹ ਆਪਣੇ ਮੰਦਿਰ ਮਸਜਿਦਾਂ ਬੰਦ ਹੋ ਗਈਆਂ, ਕੋਈ ਕਿਸੇ ਦਾ ਕੰਮ ਨਹੀਂ ਆਇਆ, ਕੋਈ ਕਿਸੇ ਨੂੰ ਰੋਟੀ ਨਹੀਂ ਦੇ ਰਿਹਾ। ਕਿ ਆਪਣੀ ਸਿੱਖ ਕੌਮ ਹੈ ਜਿਹੜੀ ਸਾਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਰੋਟੀ ਦੇ ਰਹੀ ਹੈ। ਤਾਂ ਆਈ ਥਿੰਕ ਇਹ ਚੀਜ਼ਾਂ ਸਿੱਖਣ ਵਾਲੀਆਂ ਨੇ ਲਾਈਫ ਦੇ ਵਿੱਚ, ਕਿ ਤੁਸੀਂ ਕਿਸ ਤਰ੍ਹਾਂ ਆਪਣੀ ਧਰਤੀ ਨੂੰ ਰੱਖਣਾ, ਆਪਣੇ ਘਰ ਨੂੰ ਕਿਵੇਂ ਰੱਖਣਾ, ਔਰ ਰਹਿ ਗਿਆ ਕਨੈਕਸ਼ਨ ਕਰਕੇ। ਤੇ ਹੁਣ ਇਸ ਲਾਕਡਾਊਨ ਦੇ ਵਿੱਚ ਪਹਿਲੀ ਵਾਰੀ ਇਨਸਾਨੀਅਤ ਨਾਲ ਏਦਾਂ ਹੋਇਆ। ਅੱਗੇ ਡਿਜ਼ੀਜ਼ ਹੁੰਦੀਆਂ ਰਹੀਆਂ, ਲੜਾਈਆਂ ਹੁੰਦੀਆਂ ਰਹੀਆਂ, ਵਾਰਸ ਹੁੰਦੀਆਂ ਰਹੀਆਂ, World War I, World War II, ਸਾਰਾ ਕੁਛ ਹੁੰਦਾ ਰਿਹਾ।
ਉਦੋਂ ਇਨਸਾਨ ਇੱਕਦਮ ਬੰਦ ਨਹੀਂ ਸੀ, ਉਹ ਬਾਹਰ ਵੀ ਜਾ ਸਕਦਾ ਸੀ, ਨਿਕਲ ਵੀ ਸਕਦਾ ਸੀ, ਵਾਤਾਵਰਨ ਦੇ ਵਿੱਚ ਵੀ ਜਾ ਸਕਦਾ ਸੀ। ਆਈ ਥਿੰਕ ਬਹੁਤ ਬਹੁਤ ਜ਼ਿਆਦਾ ਡਿਫਿਕਲਟ ਟਾਈਮ ਹੈ। ਔਰ ਹੁਣ ਟਾਈਮ ਇਸ ਤਰ੍ਹਾਂ ਦਾ ਆ ਗਿਆ ਕਿ ਤੁਸੀਂ ਲੋਕਡਾਊਨ ਕਿੰਨਾ ਕੁ ਰੱਖ ਸਕਦੇ ਹੋ। ਜੇ ਤੁਸੀਂ 6 ਮਹੀਨੇ ਸਾਲ ਲੋਕਡਾਊਨ ਰੱਖਿਆ ਤੇ ਫਿਰ ਆਪਾਂ ਨੂੰ ਘਰਾਂ ਦੇ ਵਿੱਚੋਂ ਲਾਸ਼ਾਂ ਮਿਲਣਗੀਆਂ। ਸੋ ਆਈ ਥਿੰਕ ਸਾਰੇ ਬੰਦੇ ਨੂੰ ਆਪਾਂ ਦੱਸਤਾ ਹੈ ਕਿ ਲੋਕਡਾਊਨ 'ਚ ਕਿਵੇਂ ਰਹਿਣਾ। ਸੋ ਵੀ ਹੈਵ ਟੂ ਚੇਂਜ ਆਵਰ ਸਿਸਟਮ ਆਫ ਲਾਈਫ, ਸਿਸਟਮ ਆਫ ਲਿਵਿੰਗ, ਸਿਸਟਮ ਆਫ ਗ੍ਰੀਟਿੰਗ ਪੀਪਲ। ਆਪਾਂ ਨੂੰ ਪੁਰਾਣੇ ਦਿਨਾਂ ਦੇ ਵਿੱਚ ਜਾਣਾ ਪਊਗਾ, ਜਿਵੇਂ ਪੁਰਾਣੇ ਲੋਕ ਪਿੰਡਾਂ 'ਚ ਰਹਿੰਦੇ ਸੀ, ਤੇ ਵੀ ਹੈਵ ਟੂ ਰੀਸਟਾਰਟ ਐਵਰੀਥਿੰਗ, ਅਦਰਵਾਈਜ਼ ਟਾਈਮਸ ਅਹੈਡ ਆਰ ਵੈਰੀ ਬੈਡ। ਮੈਨੂੰ ਤਾਂ ਇਹ ਲੱਗਦਾ what I feel। ਭਾਜੀ ਇੱਕ ਚੀਜ਼ ਦਾ ਇਸ਼ਾਰਾ ਤਾਂ ਉਹਦੇ ਬਾਰੇ ਆਪਾਂ ਫੇਰ ਦੁਬਾਰਾ ਤੋਂ ਫੇਰ ਗੱਲ ਕਰ ਲਾਂਗੇ, ਪਰ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਨਾਥ ਅਸੀਂ ਆਪਣਾ ਆਪ ਮਾਰਿਆ ਧਰਤੀ ਦਾ, ਉਹਦੇ ਬਾਰੇ ਆਪਾਂ ਗੱਲ ਕਰ ਲੈਂਦੇ। ਪਰ ਜਿਹੜਾ ਤੁਸੀਂ ਇੱਕ ਗੱਲ ਹੁਣ ਕਹੀ ਹੈ ਕਿ ਲੋਕਡਾਊਨ ਹੋ ਗਿਆ ਤਾਂ ਹੁਣ ਲੋਕਾਂ ਨੂੰ ਸਮਝ ਆਈ ਹੈ, ਤੁਹਾਨੂੰ ਲੱਗਦਾ ਹੈ ਕਿ ਇੱਕ ਇਹ ਬੇਸਿਕ ਨੋਰਮ ਹੋ ਜਾਵੇ, ਕਿਉਂਕਿ ਅਸੀਂ ਹਟਣਾ ਤਾਂ ਹੈ ਨਹੀਂ, ਧਰਤੀ ਦਾ ਸੱਤਿਆਨਾਸ਼ ਤਾਂ ਫੇਰ ਵੱਜੇਗਾ। ਇਹ ਇੱਕ ਨਿਯਮ ਬਣ ਜਾਵੇ ਕਿ ਸਾਲ 'ਚ ਇੱਕ ਅੱਧੀ ਵਾਰ ਲੋਕਡਾਊਨ ਕਰ ਦਿਓ 10 ਦਿਨਾਂ ਲਈ, 5 ਦਿਨਾਂ ਦੇ ਲਈ ਚਾਹੇ ਹੋ ਜਾਵੇ। ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਆਫਟਰ ਆਪਾਂ ਨੂੰ ਇਹ ਨਿਯਮ ਬਣਾ ਦੇਣਾ ਚਾਹੀਦਾ ਗਵਰਨਮੈਂਟ ਨੂੰ, ਕਿਉਂਕਿ ਬੰਦਾ ਇਹੋ ਜਿਹੀ ਚੀਜ਼ ਹੈ, ਜਿੱਦਾਂ ਤੁਸੀਂ ਕਿਹਾ ਹੈ, ਇਹ ਸ਼ਮਸ਼ਾਨ ਘਾਟ 'ਚ ਜਾਊਗਾ ਨਾ ਕਿਸੇ ਦਾ ਸੰਸਕਾਰ ਕਰਨ ਜਾਂ ਕਿਸੇ ਨੂੰ ਦਫਨ ਕਰਨ, ਉੱਥੇ ਨੂੰ ਬੜਾ ਅਹਿਸਾਸ ਹੋਊਗਾ ਯਾਰ ਜ਼ਿੰਦਗੀ ਤਾਂ ਕੁਝ ਵੀ ਨਹੀਂ, ਮੈਂ ਕੀ ਕਰਦਾ ਰਿਹਾ। ਜਦ ਇਹ ਸ਼ਮਸ਼ਾਨ ਘਾਟ ਤੋਂ ਬਾਹਰ ਆਉਂਦਾ ਨਾ, ਇਹ ਫਿਰ ਉੱਦਾਂ ਹੀ ਹੋ ਜਾਂਦਾ। ਆਪਾਂ ਵੀ ਲੋਕਡਾਊਨ ਤੋਂ ਬਾਅਦ ਹਟਣਾ ਨਹੀਂ। ਬਿਲਕੁਲ ਤੁਹਾਡੀ ਰੀਡਿੰਗ ਠੀਕ ਹੈ। ਤਾਂ ਮੇਰਾ ਖਿਆਲ ਇਹਦਾ ਇਹੀ ਇਲਾਜ ਹੈ ਵੀ ਸਾਲ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਤੁਸੀਂ 5 ਦਿਨ ਕੰਮ ਕਰੋ ਤੇ 2 ਦਿਨ ਤੁਸੀਂ ਲੋਕਡਾਊਨ ਰਹੋ, ਫਿਰ 5 ਦਿਨ ਕੰਮ ਕਰੋ, ਫਿਰ 2 ਦਿਨ ਲੋਕਡਾਊਨ ਰੱਖੋ। ਆਈ ਥਿੰਕ ਦੈਟ ਇਜ਼ ਅ ਵੈਰੀ ਗੁੱਡ ਆਈਡੀਆ। ਲੋਕਾਂ ਨੂੰ ਪਤਾ ਵੀ ਲੱਗ ਜੂਗਾ ਕਿਹੜੇ ਭਾਅ ਵਿਕਦੀ ਹੈ। ਮੈਂ ਤਾਂ ਇੱਕ ਬੜਾ ਸਪਿਰਿਚੁਅਲ ਆਦਮੀ ਆ, ਰੱਬ ਤੋਂ ਡਰਨ ਵਾਲਾ ਬੰਦਾ, ਉਸ ਖੁਦਾ ਤੋਂ ਬਹੁਤ ਬਹੁਤ ਪਿਆਰ ਉਹ ਖੁਦਾ ਨਾਲ ਕਰਦਾ, ਤੇ ਮੈਂ ਹਮੇਸ਼ਾ ਹੀ ਸੋਚਦਾ ਰਹਿੰਦਾ ਕਿ ਮੇਰੇ ਹੱਥੋਂ ਕੋਈ ਮਾੜਾ ਨਾ ਹੋਵੇ, ਕੋਈ ਮਾੜੀ ਸੋਚ ਨਾ ਹੋਵੇ, ਹਰੇਕ ਦਾ ਭਲਾਈ ਹੋਵੇ, ਹਰੇਕ ਨੂੰ ਮੈਂ ਪਿਆਰ ਕਰਾਂ, ਬੇਸ਼ੱਕ ਉਹ ਕਿਹੋ ਜਿਹਾ ਵੀ ਬੰਦਾ ਹੈ। ਸੋ ਆਈ ਥਿੰਕ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ। ਆਪਾਂ ਹਟਣਾ ਨਹੀਂ। ਆਪਾਂ ਬਹੁਤ ਦੂਰ ਤੱਕ ਜਾ ਚੁੱਕੇ। ਆਪਣੇ ਬਾਪੂ ਨੂੰ ਵੀ ਪਤਾ ਹੈ, ਰੱਬ ਨੂੰ, ਵੀ ਇਹਨਾਂ ਨੇ ਹਟਣਾ ਨਹੀਂ। ਮੈਨੂੰ ਇਸ ਕਰਕੇ ਲੱਗਦਾ ਵੀ ਇਹ ਹੁਣ ਕਿ ਕੋਈ ਇਹੋ ਜਿਹਾ ਟਾਈਮ ਜ਼ਰੂਰ ਆਏਗਾ ਜਦ ਧਰਤੀ ਜਿਹੜੀ ਹੈਗੀ ਹੈ, ਉਹ ਤੁਸੀਂ ਆਪਣਾ ਟਾਵਾ ਕਿਤੇ ਸਾਖੀ 'ਚ ਪੜਿਆ ਹੋਣਾ ਵੀ 20 ਕੋਹ ਤੇ ਦੀਵਾ ਬਲੂਗਾ। ਉਹ ਕੰਮ ਜਿਹੜਾ ਹੈਗਾ ਉਹ ਆਪਾਂ ਆਪ ਹੀ ਕਰ ਲੈਣਾ। ਔਰ ਰੱਬ ਨੂੰ ਕੁਛ ਕਰਨ ਦੀ ਲੋੜ ਨਹੀਂ। ਉਹ ਡਾਂਗ ਨਹੀਂ ਫੇਰਦਾ, ਨਾ ਲਾਠੀ 'ਚ ਆਵਾਜ਼ ਹੁੰਦੀ ਹੈ। ਉਹ ਇਹੋ ਜਿਹੀ ਤੀਲੇ ਤੁਲੇ ਛੱਡ ਕੇ ਤੇ ਕਹਿੰਦਾ ਚਲੋ ਭਾਈ ਤੁਸੀਂ ਆਪੇ ਸਫਾਈ ਕਰੋ ਤੇ ਦੁਬਾਰਾ ਨਵੀਂ ਜ਼ਿੰਦਗੀ ਸ਼ੁਰੂ ਕਰੋ। ਆਈ ਥਿੰਕ ਏਦਾਂ ਹੀ ਹੋ ਸਕਦਾ। ਇੱਕ ਦੂਜੀ ਗੱਲ ਮੈਂ ਜ਼ਰੂਰ ਕਹਿਣਾ, ਬਹੁਤ ਇੰਪੋਰਟੈਂਟ ਗੱਲ ਹੈ, ਕਿਉਂਕਿ ਇਸ ਗੱਲ ਨੂੰ ਕੋਈ ਜ਼ਿੰਦਗੀ 'ਚ ਬੜਾ ਸੀਰੀਅਸਲੀ ਲੈਂਦਾ ਨਹੀਂ, ਜਿਹੜੀ ਗੱਲ ਮੈਂ ਹੁਣ ਕਹਿਣ ਲੱਗਿਆ, ਕਿ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਆਪਣੀ ਕੰਟਰੀ 'ਚ ਕਿੰਨੀ ਪਬਲਿਕ ਹੈ। ਮੈਂ ਹਿੰਦੁਸਤਾਨ ਦੀ ਗੱਲ ਪਿਛਲੇ 40 ਸਾਲ ਤੋਂ ਬੜੀ ਉੱਚੀ ਆਵਾਜ਼ 'ਚ ਕਰਦਾ ਆ ਰਿਹਾ। 1947 'ਚ ਜਦ ਅਸੀਂ ਆਜ਼ਾਦੀ ਮਿਲੀ ਹੈ ਤਾਂ ਇੱਥੇ 32 ਕਰੋੜ ਇਨਸਾਨ ਸੀ, ਜਿਹੜਾ ਕਿ ਉਦੋਂ ਵੀ ਬਹੁਤ ਜ਼ਿਆਦਾ ਸੀ। ਹਿੰਦੁਸਤਾਨ ਦੀ ਧਰਤੀ 10 ਕਰੋੜ ਤੋਂ ਜ਼ਿਆਦਾ ਇਨਸਾਨ ਨੂੰ ਅਫੋਰਡ ਨਹੀਂ ਕਰ ਸਕਦੀ। ਆਪਾਂ 75 ਸਾਲਾਂ ਦੇ ਵਿੱਚ ਸਿਰਫ ਕੀ ਕੀਤਾ ਹੈ ਕਿ ਆਪਾਂ ਸਿਰਫ ਬੰਦੇ ਹੀ ਪੈਦਾ ਕੀਤੇ, ਹੋਰ ਕੁਝ ਨਹੀਂ ਕੀਤਾ। ਹੁਣ ਜਿਸ ਘਰ ਦੇ ਵਿੱਚ ਇੱਕ ਕਮਰਾ ਹੈ, ਉੱਥੇ ਇੱਕ ਬੰਦਾ ਜਾਂ 2 ਬੰਦੇ ਰਹਿ ਸਕਦੇ ਆ ਕੰਫਰਟੇਬਲੀ, ਤੇ ਤੁਸੀਂ ਉਹਦੇ 10 ਬੰਦੇ ਰੱਖੋਗੇ ਤਾਂ ਜ਼ਿੰਦਗੀ 'ਚ ਕਿਵੇਂ ਤੁਹਾਡੀ ਲਾਈਫ ਚੱਲੇਗੀ। ਸੋ ਆਈ ਥਿੰਕ ਪੋਪੂਲੇਸ਼ਨ ਕੰਟਰੋਲ ਬਹੁਤ ਇੰਪੋਰਟੈਂਟ ਆ ਆਲ ਓਵਰ ਦ ਵਰਲਡ। ਚਾਈਨਾ ਨੇ ਕੀਤਾ, 60% ਪੋਪੂਲੇਸ਼ਨ ਉਹਦੀ ਡਾਊਨ ਆ ਗਈ ਐਂਡ ਦੇ ਆਰ ਵੈਰੀ ਕੰਫਰਟੇਬਲ ਨਾਓ। ਤੇ ਆਈ ਥਿੰਕ ਇਹ ਜਿਹੜੇ ਹੈਗੇ ਨੇ, ਜਿਹੜੀਆਂ ਚੀਜ਼ਾਂ ਨੇ ਬੜੀਆਂ ਇੰਪੋਰਟੈਂਟ ਹੈਗੀਆਂ ਨੇ। ਸੋ ਐਜ਼ ਯੂ ਸੈਡ, ਆਈ ਕੈਨ ਫਰੇਮ ਜਿਹੜਾ ਠੀਕ ਕਰਨਾ ਇਹਦਾ ਆ ਹੀ ਜਾਂਦਾ। ਹਾਂਜੀ, ਇੱਕ ਇੱਥੇ ਭਾਜੀ ਇੱਕ ਚੀਜ਼ ਜਿਹੜੀ ਤੁਸੀਂ ਕਹੀ ਹੈ ਕਿ ਲੋਕਡਾਊਨ ਤੋਂ ਪਹਿਲਾਂ ਇੱਕ ਜ਼ਿਕਰ ਕੀਤਾ ਸੀਗਾ, ਮੈਂ ਨਾ ਕਈ ਇੰਟਰਵਿਊਜ਼ ਤੁਹਾਡੀਆਂ ਸੁਣੀਆਂ ਨੇ। ਮੌਕਾ ਆ ਗਿਆ ਕਿ ਹੁਣ ਖੁੱਲ ਕੇ ਥੋੜੀ ਜਿਹੀ ਗੱਲ ਕਰ ਲਈਏ ਆਪਾਂ, ਕਿਉਂਕਿ ਤੁਹਾਡੇ ਤੋਂ ਇਹ ਐਕਸਪੈਕਟੇਸ਼ਨ ਹੈ ਕਿ ਤੁਸੀਂ ਜਦੋਂ ਕੋਈ ਗੱਲ ਕਰਦੇ ਹੋ ਬੜੇ ਬੇਬਾਕੀ ਦੇ ਨਾਲ ਕਰਦੇ ਹੋ। ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਕਮੀਆਂ ਨੇ, ਸਾਡੀਆਂ ਪ੍ਰੋਬਲਮਸ ਨੇ, ਉਹ ਸਾਡੀਆਂ ਪ੍ਰੋਬਲਮਸ ਦਾ ਹੀ ਇਹ ਸਿੱਟਾ ਨਿਕਲ ਰਿਹਾ। ਥੋੜਾ ਜਿਹਾ ਜੇ ਆਪਾਂ ਖੁੱਲ ਕੇ ਕਰ ਲਈਏ ਵੀ ਕਿਹੜੀ ਸਾਡੇ ਕੀਤੇ ਹੋਏ ਕਾਰਨ ਨੇ ਜਿਨ੍ਹਾਂ ਦੇ ਕਰਕੇ ਆ ਸਾਰਾ ਕੁਝ ਹੋਇਆ। ਕੀ ਤੁਹਾਨੂੰ ਲੱਗਦਾ ਹੈ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਸਟ੍ਰਾਈਕ ਕੀਤਾ ਦਿਨ ਰਾਤ, ਤੁਹਾਨੂੰ ਇੱਕ ਕਹਿੰਦੇ ਆ ਨਾ ਕਿ ਬੇਚੈਨੀ ਜੀ ਹੁੰਦੀ ਹੈ ਇਹਨਾਂ ਗੱਲਾਂ ਤੋਂ, ਕਾਸ਼ ਇਹ ਗੱਲਾਂ ਸੁਧਾਰ ਲੈਣ ਇਨਸਾਨੀ ਜਾਤ। ਜਿਹੜੀ ਤੁਸੀਂ ਬੇਬਾਕੀ ਦੀ ਗੱਲ ਕੀਤੀ ਹੈ, ਦੇਖੋ ਮੈਂ ਦਿਲ ਤੋਂ ਗੱਲ ਕਰਦਾ, ਔਰ ਬੰਦੇ ਨੂੰ ਹਮੇਸ਼ਾ ਆਪਣੇ ਦਿਲ ਤੋਂ ਗੱਲ ਕਰਨੀ ਚਾਹੀਦੀ ਹੈ। ਆ ਲੈਪਟਾਪ ਹਮੇਸ਼ਾ ਝੂਠ ਬੋਲਦਾ, ਤੇ ਮੈਂ ਤੁਹਾਡੀ ਕਚਹਿਰੀ 'ਚ ਤੇ ਸਰੋਤਿਆਂ ਦੀ ਕਚਹਿਰੀ 'ਚ ਬੈਠਾ, ਮੈਂ ਇੱਥੇ ਝੂਠ ਨਹੀਂ ਬੋਲ ਸਕਦਾ। ਜੋ ਸੱਚ ਹੈ ਮੈਂ ਉਹੀ ਕਹੂੰਗਾ। ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ। ਪਹਿਲੀ ਗੱਲ ਤਾਂ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਜ਼ਿੰਦਗੀ ਦੇ ਵਿੱਚ, ਇੰਨੇ ਆਪਾਂ ਪੜ੍ਹ ਲਿਖ ਕੇ ਹੋ ਗਏ, ਸਿਵਲਾਈਜ਼ਡ ਬੰਦੇ ਹੋ ਗਏ, ਸਭ ਕੁਝ ਹੋ ਗਿਆ, ਆਪਾਂ ਨੂੰ ਅਜੇ ਤੱਕ ਆਪਾਂ ਧਰਮਾਂ ਦੇ ਵਿੱਚ ਹੀ ਵੰਡੇ ਹੋਏ ਆ। ਤੂੰ ਮੁਸਲਮਾਨ ਹੈ, ਤੂੰ ਸਿੱਖ ਹੈ, ਤੂੰ ਈਸਾਈ ਹੈ, ਤੂੰ ਹਿੰਦੂ ਹੈ, ਤੂੰ ਫਲਾਨਾ ਹੈ, ਤੂੰ ਧਿਮਕਾ ਹੈ। ਮੈਂ ਤੇ ਪੜ੍ਹ ਰਿਹਾ ਸੀਗਾ ਕਿ ਦੁਨੀਆ ਦੇ ਵਿੱਚ
2000 3000 ਤੋਂ ਜ਼ਿਆਦਾ ਮਜ਼ਹਬ ਨੇ ਤੇ ਲੈਂਗੁਏਜਸ ਨੇ ਤੇ ਆਪਣੇ ਆਪਣੇ ਰਹਿਣ ਦਾ ਤਰੀਕਾ ਹੈ। 33 ਕਰੋੜ ਦੇਵਤੇ ਦੇਵੀ ਦੇਵਤਾ ਹਿੰਦੁਸਤਾਨ 'ਚ ਪੂਜਿਆ ਜਾਂਦਾ ਹੈ। ਆਪਾਂ ਜ਼ਿੰਦਗੀ ਦੇ ਵਿੱਚ ਇਹਦਾ ਮੈਂ ਕਈ ਵਾਰੀ ਕਹਿੰਦਾ ਪੜ੍ਹੇ ਲਿਖੇ ਜਿਹੜੇ ਹੈਗੇ ਨੇ ਉਹ ਮੂਰਖ ਨੇ, ਅਨਪੜ੍ਹ ਸਿਆਣੇ ਹੁੰਦੇ ਸੀ ਪੁਰਾਣੇ ਬਜ਼ੁਰਗ। ਸਾਡੇ ਗੁਰੂ ਆਏ, ਉਹਨਾਂ ਨੇ ਬਹੁਤ ਕੁਝ ਜ਼ਿੰਦਗੀ ਲਿਖਿਆ, ਗ੍ਰੰਥ ਲਿਖ ਕੇ ਆਪਾਂ ਨੂੰ ਜੀਣ ਦਾ ਸਲੀਕਾ ਸਿਖਾ ਗਏ, ਆਪਾਂ ਉਹ ਸਿੱਖਿਆ ਨਹੀਂ। ਔਰ ਦੂਜੀ ਗੱਲ ਇਹ ਹੈ ਕਿ ਆਪਾਂ ਹਰੇਕ ਬੰਦਾ ਹਰੇਕ ਨੂੰ ਖਾਣ ਤੇ ਲੱਗਿਆ ਹੋਇਆ। ਜੇ ਉਹਦੇ ਕੋਲ, ਮੈਂ ਕਿਸੇ ਨੂੰ ਅਜੇ ਤੱਕ ਸੈਟਿਸਫਾਈਡ ਨਹੀਂ ਦੇਖਿਆ ਲਾਈਫ 'ਚ ਵੀ ਹਾਂ ਵੀ ਮੇਰੇ ਕੋਲ ਰੱਬਾ ਤੂੰ ਬਹੁਤ ਕੁਝ ਦਿੱਤਾ, ਬਸ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਮੇਰੇ ਕੋਲ ਚੰਗੀ ਛੱਤ ਹੈ, ਮੇਰੇ ਕੋਲ ਚੰਗੀ ਗੱਡੀ ਹੈ ਚੜ੍ਹਨ ਨੂੰ, ਮੇਰੀ ਚੰਗੀ ਫੈਮਿਲੀ ਹੈ, ਮੇਰੇ ਬੱਚੇ ਚੰਗੇ ਨੇ, ਖਾਣ ਨੂੰ ਤੇ ਮੈਂ ਰੋਟੀ ਦਿੱਤੀ ਹੈ, ਦੈਟਸ ਇਨਫ। ਸੋ ਆਈ ਥਿੰਕ ਏਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਆਪ ਹੀ ਖਰਾਬ ਕਰ ਲਈਆਂ। ਆਪਾਂ ਸਾਰੇ ਝਾਕ ਕੇ ਦੇਖ ਲਓ ਇੱਕ ਦੂਜੇ ਨੂੰ, ਆਪਾਂ ਕਿੱਥੇ ਜ਼ਿੰਦਗੀ ਦੇ ਵਿੱਚ ਖੜੇ ਆ। ਤੂੰ ਟਾਵਾ ਟਾਵਾ ਬੰਦਾ ਕੋਈ ਧਰਤੀ ਤੇ ਮੈਨੂੰ ਤਾਂ ਅਜੇ ਤੱਕ ਕੋਈ ਮਿਲਿਆ ਨਹੀਂ ਨਫੀਸ ਆਦਮੀ ਜਿਹਨੂੰ ਮੈਂ ਕਹਿ ਸਕਾਂ ਵੀ ਹਾਂ ਇਹ ਬੰਦਾ ਇਨਸਾਨ ਕਹਿਲਾਉਣ ਦੇ ਕਾਬਿਲ ਹੈ। 65 ਸਾਲ ਦੀ ਜ਼ਿੰਦਗੀ ਮੈਨੂੰ ਅੱਜ ਤੱਕ ਇਹੋ ਜਿਹੇ ਲੋਕ ਮਿਲੇ ਆ ਜਿਨ੍ਹਾਂ ਨੇ ਇਹਨੂੰ ਛਿੱਲ ਲਾ, ਆਹ ਖਾ ਲਾ, ਇਹ ਵੀ ਲੈ ਲਾ, ਪੋਤੇ ਲਈ ਵੀ ਜੋੜ ਲਾ, ਪੜਪੋਤੇ ਲਈ ਵੀ ਜੋੜ ਲਾ। ਵੀ ਆਰ ਗੋਇੰਗ ਔਨ ਐਂਡ ਔਨ ਟੂ ਸਪੋਇਲ ਅਸ। ਆਪਾਂ ਹੱਲ ਦੀ ਗੱਲ ਕਰ ਲਈਏ ਭਾਜੀ। ਬਹੁਤ ਸਾਰੇ ਤੁਹਾਡੇ ਫੈਨਸ ਨੇ ਜਿਹੜੇ ਤੁਹਾਨੂੰ ਸੁਣਦੇ ਨੇ, ਜਿਹੜੇ ਕਿਉਂਕਿ ਮੰਨਦੇ ਨੇ ਤੁਹਾਡੀ ਗੱਲ। ਇਸ ਵਕਤ ਮੈਂ ਦੇਖ ਰਿਹਾ ਫੇਸਬੁੱਕ ਲਾਈਵ ਦੇ ਉੱਤੇ ਦੁਨੀਆ ਜਹਾਨ ਤੋਂ ਇਸ ਵਕਤ ਲੋਕ ਆਪਾਂ ਨਾਲ ਜੁੜੇ ਹੋਏ ਨੇ ਜੀ, ਦੂਰੋਂ ਦਰਾੜਿਓਂ ਜੁੜੇ ਹੋਏ ਨੇ, ਨਾ ਆਸਟ੍ਰੇਲੀਆ, ਨਾ ਸਿਰਫ ਇੰਡੀਆ, ਪਾਕਿਸਤਾਨ ਤੋਂ, ਕੈਨੇਡਾ ਤੋਂ, ਨਿਊਜ਼ੀਲੈਂਡ ਤੋਂ, ਨਾਰਵੇ ਤੋਂ, ਸਾਰੀ ਦੁਨੀਆ ਭਰ ਤੋਂ ਲੋਕ ਤੁਹਾਨੂੰ ਸੁਣਦੇ ਨੇ। ਸੈਲੀਬ੍ਰਿਟੀਜ਼ ਦੀ ਲੋਕ ਗੱਲ ਸੁਣਦੇ ਨੇ, ਸਰਕਾਰਾਂ ਦੀ ਲੋਕ ਗੱਲ ਸੁਣਦੇ ਨਹੀਂ ਹੈਗੇ। ਸਰਕਾਰਾਂ ਨੂੰ ਗੱਲ ਜ਼ਬਰਦਸਤੀ ਮਨਾਣੀ ਪੈਂਦੀ ਹੈ ਕਿਉਂਕਿ ਝੂਠ ਬੋਲਦੀਆਂ ਸਰਕਾਰਾਂ। ਸਰਕਾਰਾਂ ਝੂਠ ਬੋਲਦੀਆਂ, ਉੱਤੋਂ ਤੋਂ ਲੈ ਕੇ ਥੱਲੇ ਤੱਕ ਝੂਠੇ ਨੇ, ਦੀ ਗੱਲ ਕੌਣ ਸੁਣੇਗਾ? ਫਿਰ ਤਰੀਕਾ ਕੀ ਹੈ ਭਾਜੀ? ਤਰੀਕਾ ਕੀ ਹੈ? ਕਿਵੇਂ 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 ਸਾਰਾ, ਕਿਉਂਕਿ ਇਹ ਅਸਲ 'ਚ ਅਸੀਂ ਗੱਲ ਸਮੱਸਿਆ ਦੀ ਕਰ ਦਿੰਦੇ ਹਾਂ, ਹੱਲ ਦੀ ਵੀ ਗੱਲ ਆਪਾਂ ਕਰ ਦਈਏ। ਤਰੀਕਾ ਕੀ ਹੈ ਫਿਰ? ਪਹਿਲੀ ਗੱਲ ਤਾਂ ਮੈਂ ਹੱਥ ਜੋੜ ਕੇ ਸਾਰੇ ਸਰੋਤਿਆਂ ਦੇ ਚਰਨਾਂ 'ਚ ਨਮਸਕਾਰ ਕਰਦਾ। ਗੁਰੂ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ, ਮੈਂ ਤਾਂ ਕਿ ਮਿੱਟੀ ਦਾ ਜ਼ਰਾ। ਤੁਸੀਂ ਮੈਨੂੰ ਇੰਨਾ ਪ੍ਰੇਮ ਪਿਆਰ ਜ਼ਿੰਦਗੀ 'ਚ ਕੀਤਾ ਹੈ ਕਿ ਮੈਨੂੰ ਯੋਗ ਕਰਤਾ ਹੈ। ਕਦੇ ਕਦੇ ਮੈਂ ਰੱਬ ਨੂੰ ਕਹਿੰਦਾ ਤੂੰ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਦੇਤਾ, ਮੇਰੀ ਇੰਨੀ ਔਕਾਤ ਨਹੀਂ ਸੀ। ਥੈਂਕ ਯੂ ਸੋ ਮਚ, ਆਈ ਲਵ ਯੂ ਆਲ ਸੋ ਮਚ। ਆਈ ਵਿਸ਼ ਮੈਂ ਤੁਹਾਨੂੰ ਦੱਸ ਸਕਾਂ ਕਿ ਮੇਰੇ ਦਿਲ 'ਚ ਤੁਹਾਡੀ ਕੀ ਜਗ੍ਹਾ ਹੈ। ਮੈਂ ਹਮੇਸ਼ਾ ਹੀ ਆਪਣੇ ਸਰੋਤਿਆਂ ਨੂੰ, ਤੁਹਾਡੇ ਵਰਗੇ ਲੋਕਾਂ ਨੂੰ ਹਮੇਸ਼ਾ ਹੀ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦਾ ਤੇ ਹਮੇਸ਼ਾ ਹੀ ਕਹਿੰਦਾ ਕਿ ਮਹਾਰਾਜ ਮੈਨੂੰ ਇੰਨਾ ਕੁ ਨੀਵਾਂ ਰੱਖੀ ਕਿ ਕਿਸੇ ਦਾ ਮੈਂ ਦਿਲ ਨਾ ਦੁਖਾ ਸਕਾਂ। ਇਹ ਤਾਂ ਇੱਕ ਮੇਰਾ ਸੁਨੇਹਾ। ਦੂਜੀ ਜਿਹੜੀ ਭਾਜੀ ਤੁਸੀਂ ਗੱਲ ਕੀਤੀ ਹੈ, ਇਹਦਾ ਤਰੀਕਾ ਕੀ ਹੈ? ਤਰੀਕਾ ਇਹਦਾ ਬਹੁਤ ਸੀ। ਮੈਂ ਕਈ ਵਾਰੀ ਤੁਹਾਨੂੰ ਇੱਕ ਪੋਪੂਲੇਸ਼ਨ ਦੀ ਗੱਲ ਤਾਂ ਸ਼ੁਰੂ ਕੀਤੀ ਸੀ, ਤੁਸੀਂ ਆਪਣੇ ਸੋਚ ਵਿਚਾਰ ਹੈ ਨਹੀਂ। ਆਪਾਂ ਪੜ੍ਹ ਲਿਖ ਵੀ ਅਨਪੜ੍ਹ ਰਹਿ ਗਏ ਬੇਸਿਕਲੀ। ਸਪੋਜ਼ ਅੱਜ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਇੱਕ ਲੜਕੀ ਹੈ, ਇੱਕ ਲੜਕਾ ਘਰ 'ਚ ਪੈਦਾ ਹੁੰਦਾ, ਠੀਕ ਹੈ ਜੀ। ਹੁਣ ਉਹ ਜੀ ਲੜਕਾ 20 ਸਾਲ ਦਾ 22 ਸਾਲ ਦਾ ਹੋ ਗਿਆ, 24 ਸਾਲ ਦਾ ਹੋ ਗਿਆ, ਉਹ ਭਾਵਾਂ ਧੇਲਾ ਨਹੀਂ ਕਮਾਉਂਦਾ, ਆਪਣੇ ਪਿਓ ਦੀ ਜਾਇਦਾਦ ਤੇ ਰਹਿੰਦਾ, ਪਿਓ ਦੇ ਸਿਰ ਤੇ ਰਹਿੰਦਾ ਹੈ। ਉਹਦੇ ਜੀ ਪਹਿਲੀ ਗੱਲ ਘਰ ਦੇ ਕਹਿਣਗੇ ਭਾਈ ਇਹਦਾ ਹੁਣ ਵਿਆਹ ਕਰ ਦੋ। ਵਾਟ ਨੌਨਸੈਂਸ। ਕੁੜੀ ਵੱਡੀ ਹੋ ਗਈ ਹੈ ਜੀ, ਮੁਟਿਆਰ ਹੋ ਗਈ ਹੈ ਜੀ, ਇਹਦਾ ਵਿਆਹ ਕਰ ਦੋ। ਮੈਂ ਸਾਰੇ ਪਰਿਵਾਰਾਂ ਦੇ ਵਿੱਚ ਇਸ ਤੋਂ ਇਲਾਵਾ ਕਦੇ ਸਪੈਸ਼ਲੀ ਇੰਡੀਆ, ਏਸ਼ੀਅਨ ਕੰਟਰੀਜ਼ 'ਚ ਇਹ ਸੁਣਿਆ ਨਹੀਂ ਕਿ ਵੀ ਭਾਈ ਆਪਾਂ ਬੱਚੇ ਨੂੰ ਕੁਝ ਪੜ੍ਹਾ ਲਿਖਾ ਕੇ ਕੁਝ ਬਣੂਗਾ, ਉਹਦਾ ਚੰਗਾ ਇੱਕ ਬੈਂਕ ਬੈਲੈਂਸ ਹੋਊਗਾ, ਉਹਦੀ ਆਪਣੀ ਇੱਕ ਘਰ ਹੋਊਗਾ, ਉਹਦੀ ਇੱਕ ਗੱਡੀ ਹੋਊਗੀ, ਔਰ ਫਿਰ ਉਹਨੂੰ ਕੁਐਸਚਨ ਕਰਨਾ ਪਊਗਾ ਆਪਣੇ ਆਪ ਨੂੰ ਕਿ ਭਾਈ ਮੈਂ ਆਪਣਾ ਲਾਈਫ ਪਾਰਟਨਰ ਅਫੋਰਡ ਕਰ ਸਕਦਾ ਕਿ ਨਹੀਂ ਕਰ ਸਕਦਾ। ਓਕੇ ਜੀ। ਉਸ ਤੋਂ ਬਾਅਦ ਤੁਸੀਂ ਆਪਣਾ ਇੱਕ ਲਾਈਫ ਪਾਰਟਨਰ ਲੈ ਆਂਦਾ। ਹੁਣ ਤੁਸੀਂ ਪਲੈਨਿੰਗ ਕਰਨੀ ਹੈ ਕਿ ਮੇਰੇ ਕੋਲ ਇੰਨਾ ਕੁ ਪੈਸਾ ਮੈਂ ਕਮਾ ਲਾਂ ਕਿ ਕੱਲ ਨੂੰ ਮੈਂ ਇੱਕ ਬੱਚਾ ਪੈਦਾ ਕਰਾਂ ਜਿਹੜਾ ਕਿ ਗੁਰੂ ਦੀ ਅਮਾਨਤ ਹੈ, ਰੱਬ ਦੀ ਅਮਾਨਤ ਹੈ, ਉਹਨੂੰ ਉਸ ਧਰਤੀ ਤੇ ਲੈ ਕੇ ਆਵਾਂ ਤੇ ਪਹਿਲਾਂ ਪ੍ਰਾਰਥਨਾ ਕਰਾਂ ਕਿ ਸੱਚੇ ਪਾਤਸ਼ਾਹ ਮੈਨੂੰ ਇੱਕ ਬੱਚਾ ਦੇਈ, ਆਪਣੇ ਖਜ਼ਾਨੇ 'ਚ ਦੇਈ, ਲੈਕ ਹੋਵੇ। ਫਿਰ ਮੈਂ ਉਹਨੂੰ ਪੜ੍ਹਾਵਾਂ ਲਿਖਾਵਾਂ, ਫਿਰ ਉਹਨੂੰ ਵੱਡਾ ਕਰਾਂ ਤੇ ਫਿਰ ਉਹਨੂੰ ਕਹਿਣਾ ਜਾ ਭਾਈ ਦੁਨੀਆ ਦੇ ਵਿੱਚ ਆਪਣਾ ਕਮਾ ਤੇ ਆਪਣਾ ਕਰ, ਮੈਂ ਹਮੇਸ਼ਾ ਤੇਰੇ ਫਾਦਰ ਬਣ ਕੇ ਤੇਰੇ ਨਾਲ ਆ ਜਾਂ ਮਾਂ ਬਣ ਕੇ ਤੇਰੇ ਨਾਲ ਆ। ਸੋ ਆਈ ਥਿੰਕ ਵੀ ਹੈਵ ਟੂ ਚੇਂਜ ਆਵਰ ਐਟੀਟਿਊਡ। ਸਾਡਾ ਐਟੀਟਿਊਡ ਦਾ ਇੱਥੇ ਇਹ ਹੈ, ਹੁਣ ਤੁਸੀਂ ਦੇਖੋ, ਲੈਟਸ ਟਾਕ ਅਬਾਊਟ ਦੀ, ਮੈਂ ਕੋਟ ਨਹੀਂ ਕਰਨਾ ਚਾਹੁੰਦਾ ਕੋਈ ਰਿਲੀਜਨ ਨੂੰ, ਪਰ ਸਾਡੇ ਹਿੰਦੁਸਤਾਨ ਦੇ ਵਿੱਚ ਇਹ 80% ਲੋਕ, ਆਮ ਟਾਕਿੰਗ ਅਬਾਊਟ ਇੰਡੀਆ, ਜਿੱਥੇ ਭਾਜੀ ਅੱਜ ਵੀ ਇੱਕ ਟਾਈਮ ਦੀ ਰੋਟੀ ਖਾਂਦੇ ਆ। ਜੇ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਪੁੱਛੋ ਕੋਈ ਭਾਈ ਕਿੰਨੇ ਬੱਚੇ ਆ, ਉਹ ਕਹੇ ਜੀ ਮੇਰੇ 10 ਬੱਚੇ ਆ, ਕੋਈ ਕਹੇ ਜੀ ਮੇਰੇ 8 ਬੱਚੇ ਆ। ਮੈਂ ਪਿੱਛੇ ਜੇ ਇੱਕ ਸਾਡੇ ਮੁਸਲਮਾਨ ਭਾਜੀ ਦੀ ਵੀਡੀਓ ਆਈ ਸੀਗੀ ਬਾਬਾ ਜੀ ਦੀ, ਉਹ ਕਹਿੰਦਾ ਮੈਂ ਰੋਟੀ ਕਿੱਥੋਂ ਖਾਵਾਂ, ਮੇਰੀਆਂ 4 ਜਨਾਨੀਆਂ ਨੇ, 24 ਮੇਰੇ ਬੱਚੇ ਨੇ, ਮੈਂ ਰੋਟੀ ਕਿੱਥੋਂ ਖਾਵਾਂ। ਉਹ ਪਹਿਲਾਂ ਅਕਲ ਨੂੰ ਹੱਥ ਮਾਰ, ਤੂੰ ਇਹ ਤਾਂ ਪਹਿਲਾਂ ਦੇਖਤਾ ਨਾ ਤੂੰ ਕਹਿ ਕੀ ਰਿਹਾ, ਤੂੰ ਜ਼ਿੰਦਗੀ 'ਚ ਕੀਤਾ ਕੀ ਹੈ। ਸੋ ਆਈ ਥਿੰਕ ਆਪਾਂ ਜਿੰਨੀ ਚਾਦਰ ਹੈ ਨਾ ਆਪਣੀ, ਆਪਾਂ ਉਸ ਤੋਂ ਵੱਧ ਪੈਰ ਜਿਹੜੇ ਪਸਾਰੇ ਹੋਏ। ਵੀ ਹੈਵ ਟੂ ਸੌਰਟ ਇਟ ਆਊਟ ਕਿ ਇੱਕ ਆਦਮੀ ਇੱਕ ਔਰਤ ਜਦ ਮਿਲਾਪ ਉਹਨਾਂ ਦਾ ਆਪਸ ਹੁੰਦਾ, ਵੈਦਰ ਦੇ ਕੈਨ ਪ੍ਰੋਲੋਂਗ, ਡੂ ਯੂ ਹੈਵ ਇਨਫ ਫੂਡ
ਇਨਫ ਬੈਂਕ ਹੈਲਥੀ ਬੈਂਕ ਬੈਲੈਂਸ ਟੂ ਪੁੱਲ ਅਲੋਂਗ। ਉਸ ਤੋਂ ਬਾਅਦ ਤੁਸੀਂ ਬੱਚੇ ਨੂੰ ਪੈਦਾ ਕਰੋ, ਉਹਨੂੰ ਬਣਾਓ, ਐਂਡ ਲਾਈਫ ਇਜ਼ ਓਵਰ ਫॉर ਯੂ। ਓਕੇ, ਦੈਨ ਦ ਨੈਕਸਟ ਜਨਰੇਸ਼ਨ ਕਮ। ਸਾਡੇ ਤਾਂ ਇੱਥੇ ਦੁਨੀਆ ਵਧਾ ਰੱਖੀ ਹੈ, ਸਾਰੀ ਦੀ ਸਾਰੀ ਜਿਹੜੀ ਪ੍ਰੋਬਲਮ ਹੈ। ਮੈਂ ਤਾਂ ਸਾਰੇ ਆਵਾਮ ਨੂੰ ਕਹੂੰਗਾ ਯਾਰ ਤੁਸੀਂ ਆਪ ਹੀ ਸੋਚ ਲਓ, ਗੌਰਮੈਂਟਾਂ ਨੇ ਕਿਸੇ ਨੇ ਕੀ ਕਰਨਾ ਹੈ, ਕਿ ਆਪਾਂ ਨੂੰ ਪਤਾ ਹੈ ਵੀ ਆਪਾਂ ਜ਼ਿੰਦਗੀ 'ਚ ਆਪਣੀ ਪਾਪੂਲੇਸ਼ਨ ਵਧਾਈ ਜਾਂਦੇ ਆ, ਵੀ ਡੋਂਟ ਹੈਵ ਫੂਡ ਟੂ ਈਟ। ਯੂ ਸੀ ਦੀ ਕੰਟਰੀਜ਼ ਆਲ ਓਵਰ ਦ ਵਰਲਡ, ਜਿੰਨੀਆਂ ਦੂਜੀਆਂ ਕੰਟਰੀਆਂ ਨੇ, ਹੁਣ ਇਹਨੂੰ ਅਮਰੀਕਾ ਨੂੰ ਕੌਣ ਸਮਝਾਵੇ, ਜਾਂ ਚਾਈਨਾ ਨੂੰ ਕੌਣ ਸਮਝਾਵੇ, ਇੰਗਲੈਂਡ ਨੂੰ ਕੌਣ ਸਮਝਾਵੇ, ਯੂਰਪੀਅਨ ਕੰਟਰੀਆਂ ਨੂੰ ਕੌਣ ਸਮਝਾਵੇ। ਉਹ ਭਰਾਵਾ ਤੁਸੀਂ ਚੰਦ ਤੇ ਜਾਣਾ ਛੱਡ ਦਿਓ। ਮੈਂ ਅੱਜ ਵੀ ਕਹਿਣਾ ਵੀ ਤੁਸੀਂ ਇੰਨਾ ਪੈਸਾ ਆਪਣੇ ਐਟੋਮਿਕ એનર્ਜੀ, ਬੰਬ ਬਣਾ, ਜਹਾਜ਼ ਬਣਾ, ਫਲਾਨਾ ਬਣਾ, ਜੇ ਇਹੀ ਪੈਸਾ ਤੁਸੀਂ ਆਪਣੀ ਆਵਾਮ ਦੇ ਵਿੱਚ ਖਰਚਾ ਕਰੋ, ਤੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਕਿ ਇਸ ਦੁਨੀਆ ਦੇ ਵਿੱਚ ਕੋਈ ਆਦਮੀ ਜਿਹੜਾ ਹੈ ਉਹ ਭੁੱਖਾ ਨਹੀਂ ਮਰੇਗਾ ਤੇ ਗਰੀਬੀ ਨਹੀਂ ਰਹੇਗੀ। ਸੋ ਇਹ ਹੱਲ ਹੈ, ਇਸ ਤੋਂ ਇਲਾਵਾ ਕੋਈ ਹੱਲ ਹੈ ਹੀ ਨਹੀਂ। ਡਿਸਟਰਕਸ਼ਨ ਤਾਂ ਰੱਬ ਨੇ ਕਰ ਹੀ ਦੇਣੀ ਹੈ, ਅੱਜ ਨਾ ਕੀਤੀ ਤਾਂ ਕੱਲ ਨੂੰ ਕਰਦੀ, ਕਿਉਂਕਿ ਨੇਚਰ ਦਾ ਬੈਲੈਂਸ ਰੱਖਦੀ ਹੈ। ਸੋ ਆਈ ਥਿੰਕ ਦਿਸ ਇਜ਼ ਇੰਪੋਰਟੈਂਟ ਕਿ ਸਾਰੀ ਫੈਮਿਲੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਵਿੱਚ ਮੈਂ ਇੱਥੇ ਕਰਨ ਕੀ ਆਇਆ ਧਰਤੀ ਤੇ। ਮੈਂ ਆਪਣੀ ਝਾਤੀ ਮਾਰਾਂ, ਮੈਂ ਆਪਣੇ ਨੂੰ ਸਵਾਲ ਕਰਦਾ ਭਾਜੀ ਕਿ ਮੈਂ ਇਸ ਧਰਤੀ ਤੇ ਕੀ ਕਰਨਾ ਹੈ, ਤੇ ਮੈਨੂੰ ਇਹ ਜਵਾਬ ਮਿਲਦਾ ਹੈ ਕਿ ਭਾਈ ਤੂੰ ਇੱਕ ਮੁਸਾਫਿਰ ਹੈ, ਤੂੰ ਆਇਆ ਇੱਥੇ ਜਿਹੜਾ ਨਾਮ ਜਪਣਾ ਹੈ, ਰੱਬ ਦਾ ਨਾਮ ਜਪਣਾ ਹੈ। ਉਹ ਇਸ ਕਰਕੇ ਜਪਣ ਵਾਸਤੇ ਭੇਜਿਆ ਸੀ ਰੱਬ ਨੇ ਤੈਨੂੰ, ਕਿ ਜਦ ਤੂੰ ਨਾਮ ਜਪੇਗਾ ਤੂੰ ਮਾੜੇ ਰਸਤੇ ਤੇ ਨਹੀਂ ਜਾਏਗਾ, ਮਾੜੇ ਕੰਮ ਨਹੀਂ ਕਰੇਗਾ। ਸੋ ਆਈ ਥਿੰਕ ਬੜਾ ਇੰਪੋਰਟੈਂਟ ਆਪ ਨੂੰ ਸਾਰੀ ਦੁਨੀਆ ਵਾਸਤੇ ਸਮਝ ਲੈਣਾ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਗ੍ਰੰਥਾਂ 'ਚ ਰਹਿ ਗਈਆਂ ਨੇ, ਆਪਾਂ ਨੂੰ ਕੋਈ ਨਹੀਂ ਮੰਨਦਾ। ਜੇ ਆਪਾਂ ਗੁਰੂਆਂ ਦੇ ਰਾਹ ਤੇ ਚੱਲਾਂਗੇ, ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ, ਇਸ ਦੁਨੀਆ ਦੇ ਵਿੱਚ ਬਹੁਤ ਪਿਆਰ, ਅਮਨ, ਸ਼ਾਂਤੀ ਹੋ ਜੂਗੀ। ਆਪਾਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਜ਼ਿੰਦਗੀ ਨੂੰ ਬੜੀ ਖੂਬਸੂਰਤੀ ਗੁਜ਼ਾਰ ਸਕਾਂਗੇ। ਇਸ ਤੋਂ ਇਲਾਵਾ ਕੋਈ ਹੱਲ ਹੈ ਨਹੀਂ। ਗੁਰੂਆਂ ਦੇ ਰਾਹ ਤੇ ਕਿਵੇਂ ਚੱਲਣਾ ਹੈ, ਗੁਰੂਆਂ ਨੇ ਕੀ ਕਿਹਾ, ਇਹ ਪੜ੍ਹਨ ਦਾ ਹੁਣ ਵਧੀਆ ਮੌਕਾ ਹੈਗਾ। ਸਰਕਾਰ ਨੇ ਤੁਹਾਨੂੰ ਘਰੇ ਬਿਠਾਇਆ ਹੋਇਆ, ਤਾਂ ਪੜ੍ਹ ਸਕਦੇ ਹੋ। ਇਹ ਸਾਰਿਆਂ ਲੋਕਾਂ ਨੂੰ ਤਾਕੀਦ ਵੀ ਆਪਾਂ ਕਰ ਸਕਦੇ, ਪਰ ਭਾਜੀ ਇਸ ਤਰ੍ਹਾਂ ਨਹੀਂ ਹੈ ਜੀ, ਮੈਂ ਸੌਰੀ, ਗੱਲ ਪੜ੍ਹਨ ਦੀ ਨਹੀਂ ਹੈ ਭਾਜੀ, ਗੱਲ ਪੜ੍ਹ ਕੇ ਆਪਣੇ ਜ਼ਿਹਨ ਨੂੰ ਉਸ ਰਾਸਤੇ ਤੇ ਚੱਲਣ ਦੀ ਹੈ। ਪ੍ਰੈਕਟੀਕਲੀ ਪੜ੍ਹਨ ਨਾਲ ਕੁਝ ਨਹੀਂ ਹੁੰਦਾ। ਸਾਰੇ ਪੜ੍ਹਦੇ, ਗੁਰਦੁਆਰੇ ਜਾਂਦੇ ਹੈ, ਬਾਣੀ ਸੁਣ ਕੇ ਕਿਹੜਾ ਆਪਣੇ ਰਸਤੇ ਬਦਲ ਲੈਂਦਾ, ਮੰਦਿਰ ਜਾਂਦੇ, ਟੱਲੀਆਂ ਵਜਾਉਂਦੇ, ਉੱਥੇ ਆ ਜਾ ਕੇ ਮਸਜਿਦਾਂ 'ਚ ਕਰਦੇ। ਮੈਨੂੰ ਦੱਸੋ ਕਿਹੜਾ ਪੀਰਾ ਪੈਗੰਬਰਾਂ ਦੇ ਰਸਤੇ ਤੇ ਚੱਲਦਾ ਹੈ? ਨਾ, ਪੜ੍ਹਨਾ ਹੋਰ ਗੱਲ ਹੈ, ਪੜ੍ਹ ਕੇ ਆਪਣੇ ਅੰਦਰ ਨੂੰ ਹਜਮ ਕਰਕੇ ਉਹਦੇ ਰਾਹ ਤੇ ਚੱਲਣਾ ਇੱਕ ਹੋਰ ਗੱਲ। ਭਾਜੀ ਲਾਕਡਾਊਨ ਦੇ ਦੌਰਾਨ ਇੱਕ ਬੜਾ ਪ੍ਰੈਕਟੀਕਲ ਜਿਹਾ ਨਿਯਮ ਹੈਗਾ ਹੈ। ਜਦੋਂ ਕੋਵਿਡ-19 ਫੈਲਿਆ ਹੋਇਆ ਦੁਨੀਆ ਭਰ ਦੇ ਵਿੱਚ, ਸਾਰੇ ਦੁਨੀਆ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਸਾਡੇ ਕੋਲ ਇਹਦਾ ਹੱਲ ਹੈ ਨਹੀਂ। ਚਲੋ ਜੇ ਹੱਲ ਨਹੀਂ ਹੈਗਾ ਤਾਂ ਇੱਕ ਤਰੀਕਾ ਇਹ ਕੀਤਾ ਜਾ ਸਕਦਾ ਕਿ ਇਹਨੂੰ ਥੋੜੇ ਦਿਨ ਲਈ ਡਿਲੇ ਕਰ ਦਿੱਤਾ ਜਾਵੇ। ਤੁਸੀਂ ਘਰਾਂ ਦੇ ਵਿੱਚ ਰਹੋ, ਤੇ ਫਿਰ ਜਿੰਨੀ ਦੇਰ ਤੱਕ, ਜਦ ਤੱਕ ਅਸੀਂ ਦਵਾਈ ਲੱਭ ਲਾਂਗੇ, ਉਦੋਂ ਤੁਹਾਨੂੰ ਦਵਾਈਆਂ ਦੇ ਦਾਂਗੇ ਇਕੱਲੇ ਨੂੰ। ਸੋ ਬੜੀ ਕਮਾਲ ਦੀ ਗੱਲ ਕੀਤੀ ਹੈ। I think you have answered all the questions ਕਿ ਉਹ ਬੰਦੇ ਗੱਲ ਕਹਿ ਰਹੇ ਸਾਡੇ ਕੋਲ ਦਵਾਈ ਹੈ ਨਹੀਂ, ਜਿਹੜੇ ਰੱਬ ਨੂੰ ਟੱਬ ਸੱਦਦੇ ਰਹੇ ਹੈ, ਜਿਹੜੇ ਕਹਿੰਦੇ ਰੱਬ ਕੀ ਚੀਜ਼ ਹੈ, ਅਸੀਂ ਸਾਰਾ ਕੁਝ ਹੈ, ਅਸੀਂ ਇਨਸਾਨ ਬਣਾ ਸਕਦੇ ਹਾਂ, ਫਲਾਨਾ ਕਰਦੇ। ਬੰਦੇ ਕਹਿ ਰਹੇ ਨੇ ਵੱਡੇ ਵੱਡੇ ਜਿਹੜੇ ਸਾਇੰਟਿਸਟ ਨੇ। ਇਹਦਾ ਮਤਲਬ ਇਹ ਹੈ ਵੀ ਸਾਇੰਸ ਨੇ ਦੱਸਤਾ ਕਿ ਭਾਈ ਸਾਡੇ ਹੱਥ 'ਚ ਕੁਝ ਨਹੀਂ ਹੈ, ਇਹ ਜੋ ਕੁਝ ਹੈ ਉਸ ਰੱਬ ਦੇ ਹੱਥ ਹੈ। ਇਹ ਤਾਂ ਗੱਲ ਪ੍ਰੂਵ ਹੋ ਗਈ ਨਾ, ਹੁਣ ਆਪਾਂ ਨੂੰ ਕਹਿਣ ਦੀ ਲੋੜ ਨਹੀਂ। ਬਟ ਆਈ ਸਟਿਲ ਫੀਲ ਕਿ ਤੁਸੀਂ ਵੈਸੇ ਜ਼ਿੰਦਗੀ 'ਚ ਸਫਾਈ ਰੱਖੋ, ਸਫਾਈ ਦੇ ਤੌਰ ਤੇ ਆਪਣੇ ਆਪ ਨੂੰ ਰਹੋ। ਮੈਂ ਕਹਿੰਦਾ ਚਲੋ ਇੱਕ ਝੁੱਗੀ 'ਚ ਤੁਸੀਂ ਰਹਿ ਰਹੇ ਹੋ, ਝੁੱਗੀ 'ਚ ਇੱਕ ਕੱਚੇ ਮਕਾਨ 'ਚ ਰਹਿ ਰਹੇ ਹੋ, ਤੁਸੀਂ ਉੱਥੇ ਵੀ ਸਫਾਈ ਰੱਖ ਸਕਦੇ ਹੋ, ਰੋਜ਼ ਨਹਾਉਣਾ, ਧੋਣਾ, ਕੱਪੜੇ ਸਾਫ਼ ਕਰਨਾ। ਔਰ ਇੱਕ ਗੱਲ ਮੈਂ ਹੋਰ ਕਹੂੰਗਾ, ਜਿਹੜੀ ਮੈਂ ਰਿਅਲਾਈਜ਼ ਕੀਤੀ ਹੈ ਆਫਟਰ ਅ ਲੌਂਗ ਟਾਈਮ ਸਰ, ਅਸੀਂ ਲੋਕ ਨਾ ਔਰਤਾਂ ਨੂੰ ਆਪਣੇ ਪੈਰ ਦੀ ਜੁੱਤੀ ਬਣਾ ਕੇ ਰੱਖਦੇ ਆ ਆਲ ਓਵਰ ਦ ਵਰਲਡ। ਠੀਕ ਹੈ, ਜਿੱਥੇ ਆਪਾਂ ਮਾਰ ਖਾ ਰਹੇ ਹਾਂ। ਮੈਂ ਹੁਣ ਬੈਠ ਕੇ ਦੇਖਦਾ ਘਰ ਦੇ ਵਿੱਚ, ਮੇਰੀ ਵਾਈਫ ਸਵੇਰੇ ਉੱਠਦੀ ਹੈ, ਸਾਰਾ ਦਿਨ ਕੰਮ ਕਰਦੀ ਹੈ, ਬੱਚਿਆਂ ਦਾ ਖਿਆਲ ਕਰਦੀ ਹੈ, ਖਾਣਾ ਬਣਾਉਂਦੀ ਹੈ, ਸ਼ੀ ਇਜ਼ ਵਰਿਡ ਅਬਾਊਟ ਐਵਰੀਬਡੀ, ਦਵਾਈ ਵੀ ਮੇਰੀ ਦੇਣੀ ਹੈ, ਸਭ ਕੁਝ ਕਰਨਾ ਹੈ। ਮੈਨੂੰ ਦੱਸੋ, ਜਿਹੜਾ ਇਨਸਾਨ ਇੰਨਾ ਕੁਝ ਤੁਹਾਡੇ ਵਾਸਤੇ ਕਰਦਾ ਹੋਵੇ ਤਾਂ ਉਹ ਪੂਜਨੇ ਯੋਗ ਹੀ ਹੁੰਦਾ ਨਾ, ਉਹਦੇ ਤਾਂ ਚਰਨਾਂ 'ਚ ਪ੍ਰਣਾਮ ਹੀ ਹੋਣਾ ਚਾਹੀਦਾ। ਇਹ ਆਪਾਂ ਕਦੇ ਰਿਅਲਾਈਜ਼ ਨਹੀਂ ਕੀਤਾ। ਜਿਸ ਦਿਨ ਇਹ ਦੁਨੀਆ ਔਰਤ ਜ਼ਾਤ ਦੀ ਇੱਜ਼ਤ ਕਰਨ ਲੱਗ ਜੂਗੀ, ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਨ ਲੱਗ ਜੂਗੀ, ਤੁਹਾਡੇ ਮੇਰੇ ਅੱਗੇ ਆਪਣੀ ਵਾਈਫ ਨੂੰ ਕਹਿਣਗੇ ਥੈਂਕ ਯੂ ਫॉर द ਫੂਡ, ਥੈਂਕ ਯੂ ਫॉर ਲੁਕਿੰਗ ਆਫਟਰ ਮੀ, ਥੈਂਕ ਯੂ ਰੱਬ ਤੈਨੂੰ, ਮਤਲਬ ਆਪਾਂ ਦੁਆਵਾਂ ਦੇਵਾਂਗੇ। ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਫੈਕਟਰ ਕਿ ਆਪਾਂ ਕੋਵਿਡ-19 ਦੀ ਗੱਲ ਕਰ ਰਹੇ ਸੀ ਜਾਂ ਕਰੋਨਾ ਦੀ ਗੱਲ ਕਰ ਰਹੇ ਸੀ। ਹਮੇਸ਼ਾ ਮਹਾਮਾਰੀ ਜਾਂ ਕੋਈ ਚੀਜ਼ਾਂ ਤਾਂ ਹੁੰਦੀਆਂ ਨੇ, ਰੱਬ ਤੁਹਾਨੂੰ ਕਹਿੰਦਾ ਭਾਈ ਬੰਦਿਆ ਆ ਗਲਤ ਰਾਹ ਤੇ ਚੱਲ ਰਿਹਾ। ਸੋ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਇਨ ਦਿਸ ਵਰਲਡ ਦੈਟ ਵੀ ਸ਼ੁਡ ਸਟਾਰਟ ਰਿਸਪੈਕਟਿੰਗ ਦੀ ਵੂਮਨਹੁੱਡ। ਔਰਤ ਦੀ ਆਪਾਂ ਇੱਜ਼ਤ ਕਰਨੀ ਸਿੱਖ ਲਈਏ ਤਾਂ ਮੈਂ ਸਮਝਦਾ ਬਹੁਤ ਕੁਛ ਹੀ ਵਧੀਆ ਹੋ ਜਾਏ। ਸਾਡੇ ਤਾਂ ਹਿੰਦੁਸਤਾਨ ਜਿੱਥੇ ਕੁੜੀ ਪੈਦਾ ਹੋ ਜਾਏ ਨਾ ਤਾਂ ਕਹਿਣਗੇ ਹਾਏ ਹਾਏ ਮਰ ਗਏ ਭਾਈ, ਇਹ ਤਾਂ ਵਿਚਾਰੀ ਦੇ ਘਰੇ ਕੁੜੀ ਹੋਊਗੀ, ਹੁਣ ਦੱਸੋ ਕੀ ਹੋਊਗਾ। ਦਿਸ ਇਜ਼ ਹਾਊ ਵੀ ਆਰ ਟੇਕਿੰਗ ਆਵਰ ਚਿਲਡਰਨ।
ਸੋ ਆਈ ਥਿੰਕ ਮੇਰੀ ਗੱਲ ਤੇ ਸਮਝ ਹੀ ਹੋਗਾ ਮੈਂ ਕੀ ਕਹਿਣਾ ਚਾਹੁੰਦਾ। ਇੱਕ ਬਿਲਕੁਲ ਟੂਲ ਦੇ ਵਿੱਚ ਆਪਾਂ ਲਿਆ ਕੇ ਆਪਣੀ ਜ਼ਿੰਦਗੀ ਦੇਖੀਏ ਤਾਂ ਬੜੀ ਖੂਬਸੂਰਤ ਹੈ। ਇੱਕ ਕੁਐਸਚਨ ਕਰੋ ਆਪਾਂ ਸਾਰੇ, ਵਾਈ ਆਰ ਵੀ ਬੋਰਨ, ਇਹ ਅਰਥ ਕਿਉਂ ਬਣਾਈ ਰੱਬ ਨੇ, ਆਪਾਂ ਨੂੰ ਇੱਥੇ ਕਿਉਂ ਭੇਜਿਆ? ਇਹ ਕਰਮ ਭੂਮੀ ਹੈ, ਕਰਮ ਨਵਾਜ਼ੀ ਹੈ। ਜੇ ਆਪਾਂ ਕਰਮ ਆਪਣੇ ਬੜੇ ਖੂਬਸੂਰਤ ਰੱਖਾਂਗੇ ਤਾਂ ਮੈਂ ਤੁਹਾਨੂੰ ਸ਼ਬਦ ਲਾ ਕੇ ਕਹਿੰਦਾ ਤੁਹਾਡੀ ਜ਼ਿੰਦਗੀ ਦੁੱਖ ਆ ਹੀ ਨਹੀਂ ਸਕਦਾ। What goes around comes around, ਆਪੇ ਬੀਜ ਆਪੇ ਖਾ, ਨਾਨਕ ਹੁਕਮੀ ਆਵੇ ਜਾ। Now once again, every day to day ਤੁਸੀਂ ਸ਼ਾਮ ਨੂੰ ਸੌਣ ਤੋਂ ਪਹਿਲਾਂ ਦੇਖ ਲਓ ਵੀ ਮੈਂ ਜ਼ਿੰਦਗੀ 'ਚ ਕੀ ਕੀਤਾ, ਕਿਹਨੂੰ 4 ਗਾਲਾਂ ਕੱਢੀਆਂ, ਕਿਹਦਾ ਮਾੜਾ ਕੀਤਾ, ਕੀ ਕਰਕੇ ਮੈਂ ਸ਼ਾਮ ਨੂੰ ਸੌਣ ਲੱਗਿਆ। Your inner heart ਜਿਹੜੀ ਸੋਲ ਹੈ ਤੁਹਾਨੂੰ ਦੱਸੂਗੀ ਵੀ ਇੱਥੇ ਤੂੰ ਗਲਤ ਹੈ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਲੈਟ ਮੀ ਸੇ ਦਿਸ, ਆਈ ਵਾਂਟਡ ਟੂ ਸੇ ਦਿਸ। ਮੈਂ ਲਾਕਡਾਊਨ ਦੇ ਵਿੱਚ ਪਹਿਲੀ ਵਾਰੀ ਆਪਣੇ ਪਰਿਵਾਰ ਨਾਲ ਇੰਨੀ ਦੇਰ ਰਿਹਾ ਨਹੀਂ। ਇਹ ਯੋਗਰਾਜ ਸਿੰਘ ਜਦ ਦਾ ਪੈਦਾ ਹੋਇਆ, ਮੈਂ ਕ੍ਰਿਕਟਰ ਬਣਨਾ, ਮੈਂ ਐਥਲੀਟ ਬਣਨਾ, ਫਿਰ ਆਪਣੇ ਮੁੰਡੇ ਨੂੰ ਬਣਾਉਣਾ, ਫਿਰ ਆਪਣੀ ਧੀ ਨੂੰ ਬਣਾਉਣਾ। ਇਟਸ ਅ ਵੈਰੀ ਗੁੱਡ ਡ੍ਰੀਮ, ਵੈਰੀ ਗੁੱਡ ਡ੍ਰੀਮ। ਪਰ ਉਹ ਡ੍ਰੀਮ ਦੇ ਪਿੱਛੇ ਤੁਸੀਂ ਭੱਜਦੇ ਭੱਜਦੇ ਭੁੱਲ ਜਾਂਦੇ ਕਿ ਤੁਹਾਡਾ ਇੱਕ ਪਰਿਵਾਰ ਵੀ ਹੈ, ਤੁਹਾਡੇ ਬੱਚੇ ਵੀ ਹੈ। ਸੋ ਆਈ ਥਿੰਕ ਦਿਸ ਇਜ਼ ਅ ਵੈਰੀ ਇੰਪੋਰਟੈਂਟ ਕਿ 99% ਲੋਕ ਇਸ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਨੂੰ ਟਾਈਮ ਦਿੰਦੇ ਹੀ ਨਹੀਂ। ਬਟ ਆਈ ਹੈਵ ਰਿਅਲਾਈਜ਼ਡ ਕਿ ਯੋਗਰਾਜ ਸਿੰਘ ਯੂ ਆਰ ਰੋਂਗ ਹੇਅਰ। ਔਰ ਮੈਂ ਰਿਅਲਾਈਜ਼ ਕੀਤਾ, ਬਿਲੀਵ ਕੀਤਾ, ਔਰ ਮੈਂ ਰੱਬ ਤੋਂ ਮਾਫੀ ਮੰਗੀ ਕਿ ਸੱਚੇ ਪਾਤਸ਼ਾਹ ਅੱਗੇ ਤੋਂ ਮੈਨੂੰ ਸਮਰਥ ਬਖਸ਼ੀ। ਪਰਿਵਾਰ ਬਹੁਤ ਵੱਡੀ ਚੀਜ਼ ਹੁੰਦਾ, ਬੱਚੇ ਬਹੁਤ ਵੱਡੀ ਚੀਜ਼ ਹੁੰਦੇ ਨੇ। ਮੈਂ ਹੁਣ ਜਾ ਕੇ ਰਿਅਲਾਈਜ਼ ਕੀਤਾ। ਸੋ ਆਈ ਥਿੰਕ ਜਿਹੜੀਆਂ ਚੀਜ਼ਾਂ ਤੁਸੀਂ ਸੈਲਫ ਰਿਅਲਾਈਜ਼ ਕਰਦੇ ਹੋ ਨਾ, ਇਹ ਵੀ ਕਰੋਨਾ ਦੀ, ਥੈਂਕ ਯੂ ਕਰੋਨਾ। ਮੈਂ ਤਾਂ ਕਹਿੰਦਾ ਵੀ ਤੁਸੀਂ ਲੋਕਾਂ ਨੂੰ, ਐਟਲੀਸਟ ਮੇਰੇ ਵਰਗਿਆਂ ਨੂੰ ਇਹ ਰਿਅਲਾਈਜ਼ ਕਰਾਇਆ ਜ਼ਿੰਦਗੀ ਦੇ ਵਿੱਚ ਕਿ ਭਾਈ ਜ਼ਿੰਦਗੀ ਨੂੰ ਕੰਪਲਿਕੇਟਡ ਨਹੀਂ ਬਣਾਉਣਾ, ਛੋਟੀ ਜੀ ਚੀਜ਼ ਹੈਗੀ, ਇਹਨੂੰ ਫਿੱਟ ਕਰਕੇ ਵਾਪਸ ਜਾ ਤਾਂ ਕਿ ਰੱਬ ਤੈਨੂੰ ਕਹੇ ਵਾਹ ਜੀ ਵੈਲ ਡਨ। ਇਹ ਮੇਰਾ ਬਿਲੀਫ ਹੈ। ਦੈਟਸ ਦ ਵੇ ਇਟ ਹੈਜ਼ ਟੂ ਬੀ। ਜੇ ਤੁਸੀਂ ਬੜਾ ਮੈਨੂੰ ਕਹੋ ਵੀ ਸਿੰਪਲ ਜਿਹਾ ਨਿਯਮ ਹੈ। ਹਾਂ, ਸਿੰਪਲ ਜਿਹਾ ਨਿਯਮ ਨੇ, ਸਟਿਕ ਟੂ ਬੇਸਿਕ। I am a very blessed person, to be very honest. ਅੱਛਾ ਤੁਹਾਨੂੰ ਪਰਿਵਾਰ, ਅੱਛੇ ਬੱਚੇ, ਨਾਮ ਦਾਨ, ਲੋਕੀ ਪਿਆਰ ਕਰਨ ਵਾਲੇ, ਹੋਰ ਤੁਹਾਨੂੰ ਜ਼ਿੰਦਗੀ ਕੀ ਚਾਹੀਦਾ? ਤੇ ਜੇ ਮੈਂ ਕਹਾਂ ਨਾ ਮਾਂ ਦਾ ਜੀ 10 ਕਨਾਲ 'ਚ ਕੋਠੀ ਪਾਉਣੀ ਆ, ਮਾਂ ਤਾਂ 100 ਕਿੱਲੇ ਦਾ ਫਾਰਮ ਬਣਾਉਣਾ, ਮੈਂ ਜਹਾਜ਼ ਵੀ ਲੈਣਾ, what is? I don't think we need it. All we need is comfort in life, and everybody in this world needs comfort. ਜਿੱਦਣ ਆਪਾਂ ਸੋਚ ਲਾਂਗੇ ਇਹ ਬਿਮਾਰੀਆਂ ਆਉਣੀਆਂ ਨਹੀਂ ਕਦੇ। That's what I feel. ਇੱਕ ਨਾ ਮੈਂ ਭਾਜੀ ਕਿਤੇ ਇੰਟਰਵਿਊ ਦੇਖ ਰਿਹਾ ਸੀਗਾ, ਇੰਟਰਵਿਊ ਨਹੀਂ ਸੀਗੀ, ਉਹ ਇੱਕ ਛੋਟੀ ਜਿਹੀ ਵੀਡੀਓ ਸੀਗੀ। ਇੰਡੋਨੇਸ਼ੀਆ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ, ਸਮੁੰਦਰ ਦੇ ਕੰਢੇ ਵਸਿਆ ਹੋਇਆ। ਉਹ ਲੋਕੀ ਕਹਿੰਦੇ ਉੱਥੇ ਦੇ ਲੋਕ ਬੜੇ ਖੁਸ਼ਦਿਲ ਨੇ। ਉਹਨਾਂ ਦੀ ਅਕਸਰ ਕਦੇ ਮਤਲਬ ਜੇ ਤੁਸੀਂ ਬਿਮਾਰੀਆਂ ਦੇਖ ਲਓ ਤਾਂ ਆਹ ਨਾ ਬਰਾਬਰ ਬਿਮਾਰੀਆਂ ਨੇ, ਜਿਹੜੇ ਸੰਕਰਾਮਣ, ਜਿਹੜੇ ਰੋਗ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਨੇ। ਉਹਦੀ ਵਜ੍ਹਾ ਉਹ ਪਿੰਡ ਵਾਲੇ ਲੋਕ ਇਹ ਵੀ ਕਹਿੰਦੇ ਨੇ ਕਿ ਇੱਕ ਤਾਂ ਵੈਸੇ ਸਾਡੇ ਲੋਕਡਾਊਨ ਇੱਥੇ ਅਸੀਂ ਪੱਕਾ ਕਰ ਲਈਦਾ, ਸਾਲ ਦੇ ਵਿੱਚ 2 ਵਾਰ ਜਾਂ 3 ਵਾਰ ਲੋਕਡਾਊਨ ਕਰ ਦਈਦਾ। ਲੋਕਡਾਊਨ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਤੋਂ ਕੱਟ ਜਾਂਦੇ ਹਾਂ। ਵੈਸੇ ਵੀ ਕਹਿੰਦੇ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ, ਜਿਹੜੀਆਂ ਟੈਕਨੋਲੋਜੀ ਨੇ ਨਾ, ਜਿਨ੍ਹਾਂ ਦੀ ਸ਼ੁਰੂਆਤ ਦੇ ਵਿੱਚ ਅਸੀਂ ਲਾਹਨਤਾਂ ਪਾ ਰਹੇ ਸੀਗੇ, ਉਹਦੇ ਤੋਂ ਦੂਰ ਹੀ ਰਹਿੰਦੇ। ਤੇ ਤੀਸਰੀ ਚੀਜ਼, ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ। ਜਿਹੜੀ ਗੱਲ ਤੁਸੀਂ ਹੁਣ ਕਹੀ ਸੀਗੀ ਕਿ ਜ਼ਿੰਦਗੀ 'ਚ ਜਦ ਤੁਹਾਨੂੰ ਮਕਸਦ ਪਤਾ ਹੋਵੇ ਨਾ ਕਿ ਤੁਸੀਂ ਕੀ ਕਰਨਾ, ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਕੰਮ। ਇਹ ਚੀਜ਼ਾਂ ਸਾਨੂੰ ਪੜ੍ਹਾਉਣ ਨੂੰ ਨਹੀਂ ਹੋ ਸਕਦੀਆਂ ਜੀ? ਤੁਹਾਨੂੰ ਲੱਗਦਾ ਨਹੀਂ ਕਿ ਇਹ ਸਕੂਲਾਂ ਦੇ ਵਿੱਚ ਇੰਨਾ ਕੁਝ ਪੜ੍ਹਾ ਰਹੇ ਹੈ, ਹਿਸਾਬ, ਸਾਇੰਸ, ਹਿੰਦੀ, ਪੰਜਾਬੀ, ਇੰਨਾ ਕੁਝ ਪੜ੍ਹਾਇਆ ਜਾ ਰਿਹਾ, ਆ ਵੀ ਪੜ੍ਹਾ ਦਿਓ ਥੋੜੀ ਜਿਹੀ ਕਿ ਜ਼ਿੰਦਗੀ ਦੇ ਨਹੀਂ ਨਹੀਂ, ਥੋੜੀ ਜਿਹੀ ਨਹੀਂ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਭਾਜੀ। ਇਹ ਪੜ੍ਹਾਈ ਹਮੇਸ਼ਾ ਘਰ ਤੋਂ ਸ਼ੁਰੂ ਹੁੰਦੀ ਹੈ, ਮਾਂ ਦੀ ਗੋਦ ਚੋਂ ਸ਼ੁਰੂ ਹੁੰਦੀ ਹੈ। ਮਾਂ ਜਦ ਬੱਚੇ ਨੂੰ ਜਨਮ ਦਿੰਦੀ ਹੈ, 9 ਮਹੀਨੇ ਪੇਟ 'ਚ ਰੱਖਦੀ ਹੈ ਨਾ, ਉਹ ਜੋ ਕੁਝ ਸੋਚਦੀ ਹੈ, ਕਰਦੀ ਹੈ, এনवायरमेंट ਦੇਖਦੀ ਹੈ, ਰਿਐਕਟ ਕਰਦੀ ਹੈ, ਉਹ ਬੱਚੇ ਤੇ ਸਾਰੀਆਂ ਰਿਐਕਸ਼ਨਸ ਹੁੰਦੇ ਨੇ। ਸੋ ਬਹੁਤ ਇੰਪੋਰਟੈਂਟ ਆ। ਉਦੋਂ ਵੀ ਤਾਂ 9 ਮਹੀਨੇ ਬੱਚਾ ਢਿੱਡ ਦੇ ਵਿੱਚ ਲੋਕਡਾਊਨ ਹੀ ਰਹਿੰਦਾ ਹੈ ਨਾ, ਫਿਰ ਉਹ ਦੁਨੀਆ ਦੇ ਵਿੱਚ ਆਉਂਦਾ ਹੈ, ਫਿਰ ਉਹਦਾ ਯੂ نو ਹੀ ਕਮਸ ਟੂ ਦ ਵਰਲਡ ਐਂਡ ਸੀ ਸੱਚ ਅ ਬਿਊਟੀਫੁਲ ਪਲੇਸ ਇਟ ਇਜ਼। ਆਪਣੇ ਮਾਂ-ਬਾਪ ਨੂੰ ਪਛਾਣਦਾ, ਸਭ ਕੁਝ ਕਰਦਾ। ਸੋ ਆਈ ਥਿੰਕ ਬੜਾ ਇੰਪੋਰਟੈਂਟ ਹੈਗਾ ਕਿ ਤੁਸੀਂ ਐਟਲੀਸਟ ਮਕਸਦ, ਹਰੇਕ ਬੰਦੇ ਨੂੰ ਪਤਾ ਮੈਂ ਇੱਥੇ ਕੀ ਕਰਨਾ ਆ, ਲੇਕਿਨ ਆਪਾਂ ਓਵਰਲੁੱਕ ਕਿਸ ਕਰਕੇ ਕਰ ਦਿੰਦੇ ਆ ਕਿ ਨਾ ਕਿਹੜੀ ਗੱਲ ਹੈ। ਆਈ ਟੈਲ ਯੂ ਵਨ ਥਿੰਗ, ਸਾਰੇ ਬੰਦੇ ਆਪਣੇ ਝਾਤੀ ਮਾਰ ਕੇ ਦੇਖਿਓ ਅੰਦਰ। ਜਦ ਵੀ ਤੁਸੀਂ ਕੋਈ ਕੰਮ ਕਰਨ ਜਾਂਦੇ ਹੋ, ਕੋਈ ਖਿਆਲ ਤੁਹਾਡੇ ਮਨ 'ਚ ਆਉਂਦਾ ਹੈ, ਤੁਹਾਡੀ ਇਨਰ ਆਤਮਾ ਤੁਹਾਨੂੰ ਹਮੇਸ਼ਾ ਕਹਿੰਦੀ ਹੈ, ਅੰਦਰ ਵਾਲੀ ਸੋਲ, ਆ ਨਾ ਕਰ, ਇਹ ਠੀਕ ਨਹੀਂ ਹੈ। ਪਰ ਆਪਾਂ ਇਹੋ ਜਿਹੇ ਬੰਦੇ, ਆਪਾਂ ਨੂੰ ਕੌਣ ਦੇਖਦਾ, ਕਿਹੜੀ ਗੱਲ ਹੈ। ਜਦ ਵੀ ਮਾੜਾ ਕੰਮ ਕਰਨ ਜਾਓਗੇ, ਯਾਦ ਰੱਖਣਾ, ਧਿਆਨ ਨਾਲ ਮਨ ਦੇ ਵਿੱਚ ਲੈ ਕੇ ਆਉਣਾ। ਤੁਹਾਡਾ ਮਨ ਤੁਹਾਨੂੰ ਦੱਸੂਗਾ, ਦਿਲ ਤੁਹਾਡਾ ਕਹੂਗਾ ਵੀ ਇਹ ਗਲਤ ਹੈ, ਇਹ ਠੀਕ ਹੈ। ਇਸੇ ਕਰਕੇ ਮੈਂ ਕਹਿੰਦਾ ਕਿ ਕੋਈ ਵੀ ਕੰਮ ਕਰਨਾ ਹੈ, ਗੁਰੂ ਮਹਾਰਾਜ ਅੱਗੇ ਹੱਥ ਜੋੜ ਕੇ ਕਹੋ, ਸੱਚੇ ਪਾਤਸ਼ਾਹ, ਸਪੋਜ਼ ਮੈਂ ਕੁਰਸੀ ਤੇ ਬੈਠ ਕੇ ਕੋਈ ਕੰਮ ਕਰਨਾ ਹੈ, ਕੋਈ ਜਜਮੈਂਟਸ ਦੇਣੀਆਂ ਨੇ, ਕੋਈ ਚੀਜ਼ ਕਰਨ ਲੱਗਿਆ, ਤੁਸੀਂ ਬਰਾਜਮਾਨ ਹੋ, ਚੰਗਾ ਮੇਰੇ ਤੋਂ ਕਰਾਇਓ, ਮਾੜਾ ਮੇਰੇ ਤੋਂ ਕਰਾਇਓ ਨਾ, ਮਹਾਰਾਜ ਇਹ ਤੇਰੇ ਚਰਨਾਂ 'ਚ ਅਰਦਾਸ। ਆਈ ਥਿੰਕ ਥੀਸ ਲਿਟਲ ਥਿੰਗਸ ਜਿਹੜੀਆਂ ਹੈਗੀਆਂ ਨਾ, ਇਹ ਇਨਸਾਨ ਨੂੰ ਬਹੁਤ ਵੱਡਾ ਇਨਸਾਨ ਬਣਾ ਦਿੰਦੀ ਹੈ। ਵਾਕਈ ਇਹ ਵੱਡੀਆਂ ਗੱਲਾਂ ਹੁੰਦੀਆਂ ਨੇ ਭਾਜੀ। ਹੁਣ ਜਦੋਂ ਘਰਾਂ ਦੇ ਵਿੱਚ ਬੈਠੇ ਆ, ਕੀ ਰੂਟੀਨ ਹੈ ਤੁਹਾਡੀ? ਕੀ ਅੱਜ ਕੱਲ ਕੀ ਚੱਲ ਰਿਹਾ ਜੀ? ਪਹਿਲੀ ਗੱਲ ਤਾਂ ਭਾਜੀ ਇਹ ਹੈ ਕਿ ਮੈਂ ਬਾਰ-ਬਾਰ ਇਹ ਗੱਲ ਕਰਨਾ, ਆਈ ਐਮ ਅ ਵੈਰੀ ਬਲੈਸਡ ਮੈਨ। ਠੀਕ ਹੈ,
ਇਸ ਉਮਰ ਦੇ ਵਿੱਚ ਇੱਕ ਬਹੁਤ ਅੱਛਾ ਪਰਿਵਾਰ, ਬੱਚੇ ਬੜੇ, ਜਿਵੇਂ ਮੈਂ ਕਹਿ ਦਿਆਂ ਰਾਤ ਹੈ ਤਾਂ ਦਿਨ ਹੈ ਤਾਂ ਇਹੋ ਜਿਹੇ ਪਰਿਵਾਰ ਮੈਨੂੰ ਮਿਲਿਆ। ਬੱਚੇ ਸਾਰੇ ਐਕਸਰਸਾਈਜ਼ ਕਰਦੇ ਨੇ, ਬਿਟੀਆ ਵੀ ਐਕਸਰਸਾਈਜ਼ ਕਰਦੀ ਹੈ, ਬੇਟਾ ਵੀ ਐਕਸਰਸਾਈਜ਼ ਕਰਦਾ ਹੈ, ਔਰ ਮੇਰੀ ਵਾਈਫ ਹੈ ਸਾਰਾ ਦਿਨ ਉਹ ਵੀ ਲੱਗੀ ਰਹਿੰਦੀ ਹੈ ਆਪਣੇ ਕੰਮਾਂ ਦੇ ਵਿੱਚ। ਤੇ ਆਈ ਥਿੰਕ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਜ਼ਿੰਦਗੀ 'ਚ ਕਿ ਤੁਸੀਂ ਲੋਕਡਾਊਨ ਜਿਹੜਾ ਟਾਈਮ ਤੁਹਾਨੂੰ ਮਿਲਿਆ, ਇੱਕ ਦੂਜੇ ਨਾਲ ਤੁਸੀਂ ਕਦੇ ਖਾਣਾ ਬਣਾ ਲਿਆ, ਸਫਾਈਆਂ ਕਰ ਲੀਆਂ। ਮੈਨੂੰ ਕੁਝ ਨਹੀਂ ਕਰਨ ਦਿੰਦੇ, ਮੈਨੂੰ ਕਹਿੰਦੇ ਨੇ ਭਾਈ ਤੂੰ ਬਹੁਤ ਕਰ ਲਿਆ, ਤੂੰ ਚੁੱਪ ਕਰਕੇ ਬਹਿ ਜਾ, ਤੇਰੀ ਅਸੀਂ ਸੇਵਾ ਕਰਨੀ ਹੈ। ਦੱਸੋ ਮੈਂ ਬਲੈਸਡ ਆਦਮੀ ਆ। ਨਹੀਂ ਸੋ ਮੇਰੇ ਤਾਂ ਬਾਬੇ ਦੀ ਮੰਜੀ ਚੱਕ ਕੇ ਡਾਹ ਦਿੰਦੇ ਨੇ ਬਾਹਰ ਵੀ, ਭਾਜਾ ਇੱਥੋਂ ਰੋਜ਼ ਖੰਘ ਕਰਨ ਦਾ ਬੁੱਢਾ ਹੋ ਗਿਆ ਹੈ। So I am looked after by not only by my family but all the joint family I have. ਸਾਰੇ ਮੈਨੂੰ ਮੇਰੇ ਮਾਤਾ ਜੀ, ਮੈਂ ਫਰਕ ਨਹੀਂ ਸਮਝਦਾ, ਮਾਵਾਂ ਇੱਕੋ ਜਿਹੀਆਂ ਹੁੰਦੀਆਂ ਸਾਰਿਆਂ ਦੀਆਂ, ਤੇ ਉਹ ਮੈਨੂੰ ਸਾਰਿਆਂ ਜਿਹੜੀਆਂ ਕੁੜੀਆਂ ਸਾਡੀਆਂ, ਉਹਨਾਂ ਦੇ ਘਰ ਵਾਲੇ ਸਭ, ਦੇ ਆਲ ਲੁੱਕ ਆਫਟਰ ਮੀ। ਸੋ ਆਈ ਥਿੰਕ ਮੈਨੂੰ ਤਾਂ ਕੁਝ ਕਰਨ ਨੂੰ ਮਿਲਦਾ ਨਹੀਂ, ਮੇਰਾ ਤਾਂ ਭਾਰ ਵੱਧ ਗਿਆ 5 ਕਿਲੋ, ਤੇ ਮੈਂ ਸੋਚ ਰਿਹਾ ਸੀ ਭਾਈ ਜਿਮ ਖੋਲ ਦਿਓ, ਨਹੀਂ ਤੇ ਅਸੀਂ ਛੇਤੀ ਮਰ ਜਾਣਾ। Sorry, your family is looking after you. That's a great thing. But your fans are looking up to you. ਬਹੁਤ ਸ਼ੁਕਰਗੁਜ਼ਾਰ ਉਹਨਾਂ ਦਾ, ਬਹੁਤ ਸ਼ੁਕਰਗੁਜ਼ਾਰ। ਤੇ ਤੁਹਾਡੇ ਫੈਨਸ ਜਿਹੜੇ ਨੇ ਸਾਰੇ ਬੰਦਿਆਂ ਦੀ ਹਾਲਤ, ਉਹ ਬਾਬਿਆਂ ਨੂੰ ਛੱਡਿਆ, ਬਜ਼ੁਰਗ ਨੂੰ ਬੁੱਢਾ ਹੋ ਗਿਆ ਛੱਡਿਆ, ਅਨਾਥ ਆਸ਼ਰਮ ਉੱਥੇ ਛੱਡਿਆ। ਇਹ ਰੱਬ ਦੀ ਰਹਿਮਤ ਹੁੰਦੀ ਹੈ, ਉਹਦੀ ਕਿਰਪਾ, ਬਹੁਤ ਕਿਰਪਾ ਹੈ। ਕੀ ਬਾਤ ਹੈ। ਮੈਂ ਕਹਿ ਰਿਹਾ, ਮੈਂ ਕਿਹਾ ਫੈਮਿਲੀ ਤਾਂ ਲੁੱਕ ਆਫਟਰ ਕਰ ਰਹੀ ਹੈ, ਪਰ ਤੁਹਾਡੇ ਫੈਨਸ ਨੇ ਜਿਹੜੇ, ਉਹ ਤੁਹਾਨੂੰ ਲੁੱਕ ਅਪ ਕਿਉਂ ਕਰ ਰਹੇ ਨੇ, ਉਹ ਤੁਹਾਨੂੰ ਦੇਖ ਰਹੇ ਨੇ ਜੀ ਕਿ ਕੀ ਕਰਦੇ ਹੋ। ਸੋ ਅੱਜ ਕੱਲ ਤੁਸੀਂ ਕੀ ਦੇਖ ਰਹੇ ਹੋ? ਕੁਛ ਟੀਵੀ ਦੇ ਉੱਤੇ ਕੁਝ ਦੇਖ ਰਹੇ ਹੋ, ਕੁਝ ਖਾਸ ਚੀਜ਼ਾਂ, ਜਾਂ ਕੁਝ ਪੜ੍ਹ ਰਹੇ ਹੋ, ਜਾਂ ਕਿਸ ਤਰ੍ਹਾਂ ਇੱਕ ਯੁਵਰਾਜ ਸਿੰਘ ਆਪਣੇ ਆਪ ਦੇ ਨਾਲ ਸਮਾਂ ਕਿਸ ਤਰ੍ਹਾਂ ਬਿਤਾਉਂਦਾ ਹੈ? ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੋਏਗਾ। ਮੈਂ ਪੁਰਾਣੀਆਂ ਮੇਰੀਆਂ ਵੀਡੀਓਜ਼ ਕ੍ਰਿਕਟ ਦੀਆਂ ਜਾਂ ਯੂਵੀ ਦੀਆਂ, ਉਹ ਮੈਂ ਕਾਫੀ ਦੇਖਦਾ, ਐਨਾਲਾਈਜ਼ ਕਰਦਾ। ਮੈਂ ਫਿਲਮਾਂ ਬਹੁਤ ਦੇਖਦਾ। ਮੇਰੇ ਲਈ ਸਪੈਸ਼ਲੀ ਮੇਰੇ ਘਰਦਿਆਂ ਨੇ ਇੱਕ ਇੱਥੇ ਬਣਾਇਆ ਹੋਇਆ ਥੀਏਟਰ ਕੰਮ ਸਕਰੀਨ ਲਾਇਆ ਹੋਇਆ ਵੱਡਾ ਟੀਵੀ, ਤੇ ਮੈਂ ਹਰ ਫਿਲਮ ਜਿਹੜੀ ਦੇਖਦਾ ਉਹਦੇ ਵਿੱਚ ਮੈਨੂੰ ਕੋਈ ਕਿਰਦਾਰ ਚੰਗਾ ਲੱਗਦਾ ਹੈ ਤਾਂ ਮੈਂ ਉਹਨੂੰ ਪਿਕਅਪ ਕਰਦਾ, ਦੇਖਦਾ ਵੀ ਅਗਲੀ ਫਿਲਮ ਆਊਗੀ ਤਾਂ ਮੈਂ ਕਰੈਕਟਰ ਪਲੇ ਕਰੂੰਗਾ। ਫਿਲਮਾਂ ਮੈਂ ਐਟਲੀਸਟ ਰੋਜ਼ ਦੀਆਂ 4-5 ਫਿਲਮਾਂ ਦੇਖ ਲੈਣਾ। ਤੁਸੀਂ ਬਿਲੀਵ ਕਰ ਲਓ ਵੀ 12-13-14 ਘੰਟੇ ਤਾਂ ਫਿਲਮਾਂ ਦੇਖਣ 'ਚ ਨਿਕਲ ਜਾਂਦਾ। ਫੈਮਿਲੀ ਨਾਲ ਬੈਠ ਕੇ ਖਾਣਾ ਖੁਣਾ ਖਾਈਦਾ, ਸਭ ਕੁਛ ਕਰੀਦਾ। ਸੋ ਆਈ ਥਿੰਕ ਫਿਲਮਾਂ ਦੇਖਣ ਦਾ ਮੈਨੂੰ ਸ਼ੌਕ ਇਸ ਕਰਕੇ ਹੈ ਕਿ ਤਰ੍ਹਾਂ ਦੇ ਕੈਰੈਕਟਰਸ ਤੁਹਾਨੂੰ ਮਿਲਦੇ ਆ, ਉਹਨੂੰ ਅਬਜ਼ਰਵ ਕਰਨਾ। ਕ੍ਰਿਕਟ ਦੇ ਜਿਹੜੇ ਮੈਚਸ ਨੇ ਯੂਵੀ ਦੇ, ਉਹ ਦੇਖਣੇ, ਕਿੱਦਾਂ ਖੇਡਦਾ ਸੀ, ਕਿੱਡਾ ਵੱਡਾ ਪਲੇਅਰ ਸੀ, ਇਹ ਸਾਰੀਆਂ ਚੀਜ਼ਾਂ ਮੈਂ ਕਰਦਾ। ਔਰ ਪਾਠ ਪੂਜਾ ਦਾ ਮੈਨੂੰ ਬੜਾ ਮਹਾਰਾਜ ਨੇ ਕਿਰਪਾ ਦਿੱਤੀ ਹੈ। ਕਈ ਵਾਰੀ ਤਾਂ ਸਾਰਾ ਦਿਨ ਹੀ ਗੁਜ਼ਰ ਜਾਂਦਾ ਹੈ ਮਹਾਰਾਜ ਦੀ ਨਾਂ ਜਪਦੇ, ਕਦੇ ਘੰਟਾ, ਕਦੇ 2 ਘੰਟੇ, ਹਰ 15 ਮਿੰਟ ਬਾਅਦ, ਅੱਧੇ ਘੰਟੇ ਬਾਅਦ। ਤਾਂ ਮੈਂ ਹੁਣ ਇੱਕ ਮਹਾਰਾਜ ਦੇ ਅੱਗੇ, ਅਕਾਲ ਪੁਰਖ ਮਹਾਰਾਜ ਦੇ ਅੱਗੇ ਪ੍ਰਾਰਥਨਾ ਕੀਤੀ ਗੁਰੂ ਘਰ ਦੇ ਚਰਨਾਂ 'ਚ ਕਿ ਮੈਨੂੰ ਕੁਛ ਇਹੋ ਜਿਹਾ ਬਲ ਬਖਸ਼ ਕੇ ਰਹਿੰਦੀ ਜ਼ਿੰਦਗੀ ਜਿਹੜੀ ਮੇਰੀ ਹੈ, ਉਹ ਮੇਰੀ ਇੰਟੈਂਸਿਵ ਪਾਠ ਪੂਜਾ 'ਚ ਗੁਜ਼ਰੇ। ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਹੁਣ ਜਿਹੜਾ ਅਖੀਰਲਾ ਪੌੜ ਹੈ, ਪੈਰ ਚੱਲ ਰਿਹਾ ਜ਼ਿੰਦਗੀ ਦਾ, ਇਹ ਇਸ ਤਰ੍ਹਾਂ ਗੁਜ਼ਰ ਜਾਏ ਤਾਂ ਬਹੁਤ ਅੱਛਾ ਹੈ। ਉਹ ਮੁਸ਼ੱਕਤ ਜਿਹੜੀ ਹੈ, ਮਿਹਨਤ ਕਰਕੇ ਹੀ ਨਾਮ ਕਮਾਇਆ ਜਾਂਦਾ, ਬੈਠੇ ਬੈਠੇ ਤਾਂ ਨਹੀਂ ਹੁੰਦਾ। ਸੋ ਮੈਂ ਉਹ ਕੋਸ਼ਿਸ਼ ਕਰ ਰਿਹਾ ਸਰ ਕਿ ਮੇਰੀ ਲਾਈਫ ਜਿਹੜੀ ਹੈ ਉਹ ਇਸ ਤਰ੍ਹਾਂ ਗੁਜ਼ਰੇ ਕਿ ਜਿੰਨੀ ਮਿਹਨਤ ਮੈਂ ਫਿਲਮਾਂ 'ਚ ਕੀਤੀ ਹੈ, ਮੈਂ ਕ੍ਰਿਕਟ ਖੇਲਣ 'ਚ ਕੀਤੀ ਹੈ, ਪਰਿਵਾਰ ਨੂੰ ਪਾਲਣ 'ਚ ਕੀਤੀ ਹੈ, ਤੇ ਪ੍ਰਮਾਤਮਾ ਮੇਰੇ ਤੇ ਵੀ ਕਿਰਪਾ ਕਰੇ, ਮੈਨੂੰ ਇਹੋ ਜਿਹੀ ਮੇਰੇ ਤੇ ਮਿਹਰ ਹੋ ਜਾਏ ਕਿ ਮੈਂ 24 ਘੰਟੇ 'ਚੋਂ ਜਿਹੜਾ ਸੌ ਲਿਆ, ਖਾ ਲਿਆ, ਐਕਸਰਸਾਈਜ਼ ਕਰ ਲਈ, ਉਹ ਟਾਈਮ ਛੱਡ ਕੇ ਤੇ ਮਹਾਰਾਜ ਦਾ ਜਿਹੜਾ ਨਾਂ ਜਪਾਂ। ਸੋ ਆਈ ਐਮ ਟਰਾਈਂਗ ਮਾਈ ਲੈਵਲ ਬੈਸਟ ਕਿ ਮੈਂ ਚੁਪਈ ਸਾਹਿਬ ਦਾ ਪਾਠ ਕਰਦਾ, ਮਹਾਰਾਜ ਦੀ ਬੜੀ ਕਿਰਪਾ ਹੈ, ਮੇਰੇ ਮੂੰਹ ਜ਼ਬਾਨੀ ਕੰਠ ਹੈ, ਤੇ ਮੈਂ ਕੋਸ਼ਿਸ਼ ਕਰਦਾ ਹਰ ਵਕਤ ਵਾਹਿਗੁਰੂ ਕੰਮ ਕਰਦਾ ਰਹਾਂ। ਤੇ ਮੈਨੂੰ ਘਰ ਦੇ ਵੀ ਹੈ ਡਿਸਟਰਬ ਨਹੀਂ ਕਰਦੇ, ਉਹ ਮੈਨੂੰ ਹਮੇਸ਼ਾ ਕਹਿੰਦੇ ਵੀ ਪਰਿਵਾਰ ਦੇ ਵਿੱਚ ਰਹਿ ਕੇ ਹੀ ਰੱਬ ਪਾਇਆ ਜਾਂਦਾ। ਮੇਰੀ ਲਾਸਟ ਵਿਸ਼ ਹੈ, ਅਰਦਾਸ ਕਰਿਓ ਕਿ ਮੈਂ ਜਦ ਜ਼ਿੰਦਗੀ 'ਚ ਜਾਵਾਂ, ਮੇਰਾ ਅਖੀਰਲਾ ਸਾਹ ਆਵੇ, ਤਾਂ ਮੈਨੂੰ ਉਸ ਪਰਮਾਤਮਾ ਦੇ ਜ਼ਰੂਰ ਦਰਸ਼ਨ ਹੋ ਜਾਣ। ਫਿਰ ਮੈਂ ਸਮਝੂੰਗਾ ਵੀ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਸੰਪੂਰਨ ਹੋ ਗਈ ਤੇ ਕਿਰਪਾ ਹੋ ਗਈ ਗੁਰੂ ਦੀ। ਮੈਂ ਇਸ ਟੀਚੇ ਤੇ ਲੱਗਿਆ, ਇਹ ਮਿਹਨਤ ਕਰਨ ਲੱਗਿਆ ਹੋਇਆ। ਕਰਾ ਗੁਰੂ ਰਿਹਾ, ਗੁਰੂ ਦੀ ਮਰਜ਼ੀ ਬਗੈਰ ਨਹੀਂ ਹੋ ਸਕਦਾ ਸਾਰਾ ਕੁਝ। ਸੋ ਦਿਸ ਇਜ਼ ਵਾਟ ਆਈ ਐਮ ਟਰਾਈਂਗ ਐਵਰੀ ਮੋਮੈਂਟ ਕਿ ਮੈਂ ਕਮਰੇ ਜਾਂਦਾ, ਬੈਠੇ ਬੈਠੇ ਮੈਂ ਕੁੰਡੀ ਲਾ ਕੇ ਉੱਥੇ ਪਾਠ ਕਰਨ ਲੱਗ ਜਾਂਦਾ, ਫਿਰ ਕਿਤੇ ਚਲੇ ਜਾਂਦਾ, ਉੱਥੇ ਕਰਨ ਲੱਗ ਜਾਂਦਾ, ਬਾਣੀ ਮੈਂ 24 ਘੰਟੇ ਸੁਣਦਾ। ਸੋ ਇਹੀ ਮੇਰੀ ਕੋਸ਼ਿਸ਼ ਹੋ ਰਹੀ ਹੈ ਵੀ ਇਹ ਮੌਕਾ ਮੈਨੂੰ ਰੱਬ ਨੇ ਦਿੱਤਾ ਤੇ ਮੈਂ ਖੁੰਝ ਨਾ ਜਾਵੇ ਕਿਤੇ। ਵਾਕਿਆ ਬਤਾ। ਔਰ ਸਾਰਿਆਂ ਨੂੰ ਮੇਰੇ ਖਿਆਲ ਨਾਲ ਇਹੀ ਕਰਨਾ ਚਾਹੀਦਾ ਜਦੋਂ ਇੱਕ ਜਿਹੜੇ ਅਸੀਂ ਕਹਿੰਦੇ ਹੁੰਦੇ ਨਾ ਕਿ ਅਸੀਂ ਸਟਾਰਸ ਦੇ ਫੈਨ ਹਾਂ। ਸੋ ਜੇ ਤੁਸੀਂ ਯੁਵਰਾਜ ਸਿੰਘ ਹੋਰਾਂ ਦੇ ਫੈਨ ਹੋ ਤਾਂ ਇਹ ਇੱਕ ਰੂਟੀਨ ਹੈਗੀ ਹੈ ਜਿਹੜੇ ਸਾਰੇ ਲੋਕ ਸੁਣਦੇ ਨੇ। ਮੈਂ ਭਾਜੀ ਤੁਸੀਂ ਫਿਲਮਾਂ ਬਾਰੇ ਗੱਲ ਕੀਤੀ ਸੀਗੀ, ਮੈਂ ਉਹਦੀ ਵੀ ਗੱਲ ਕਰਨੀ ਸੀਗੀ, ਪਰ ਵਿੱਚ ਹੁਣ ਤੁਸੀਂ ਯੂਵੀ ਦੀ ਗੱਲ ਕੀਤੀ ਤੇ ਬਹੁਤ ਸਾਰੇ ਲੋਕਾਂ ਦੇ ਸਵਾਲ ਇਸ ਤਰ੍ਹਾਂ ਦੇ ਆ ਗਏ ਨੇ ਸਾਡੇ ਕੋਲ ਸਟੂਡੀਓ ਨੰਬਰ ਦੇ ਉੱਤੇ
ਕਿ ਯੁਵਰਾਜ ਸਿੰਘ ਦਾ ਕੀ ਹਾਲ ਚਾਲ ਨੇ ਜੀ, ਕਿਸ ਤਰ੍ਹਾਂ ਕੀ ਚੱਲ ਰਿਹਾ ਅੱਜ ਕੱਲ੍ਹ? ਬਹੁਤ ਸਾਰੇ ਲੋਕ ਕਿਉਰਿਓਸ ਰਹਿੰਦੇ ਨੇ। ਹਾਂਜੀ ਹਾਂਜੀ, ਉਹਨਾਂ ਨੇ ਆਉਣਾ ਸੀਗਾ ਲੋਕਡਾਊਨ ਤੋਂ ਪਹਿਲਾਂ ਚੰਡੀਗੜ੍ਹ, ਮੈਂ ਉਹਨਾਂ ਨੂੰ ਬੁਲਾ ਲਿਆ ਸੀ, ਮੈਂ ਕਿਹਾ ਸਾਰੇ ਤੁਸੀਂ ਇੱਥੇ ਆ ਜਾਓ। ਫਿਰ ਕੁਦਰਤੀ ਲੋਕਡਾਊਨ ਦਿੱਲੀ ਸਭ ਤੋਂ ਪਹਿਲਾਂ ਹੋਇਆ ਤਾਂ ਉਹ ਦਿੱਲੀ ਹੀ ਸਟਕ ਹੋ ਗਿਆ, ਉਹਨਾਂ ਦਾ ਘਰ ਹੈ ਉੱਥੇ ਉਹ ਰਹਿ ਰਹੇ ਨੇ। ਯੂਵੀ ਰਹਿ ਰਿਹਾ, ਯੂਵੀ ਦੀ ਵਾਈਫ ਹੇਜ਼ਲ, ਉਹਨਾਂ ਦੀ ਮਦਰ, ਉਹਦਾ ਬ੍ਰਦਰ, ਉਹ ਸਾਰੇ ਉੱਥੇ ਰਹਿ ਰਹੇ ਨੇ ਔਰ ਬੜੇ ਖੁਸ਼ ਨੇ। ਪਰ ਮੇਰੀ ਕੋਸ਼ਿਸ਼ ਇਹੀ ਸੀ ਵੀ ਇੱਥੇ ਆ ਜਾਂਦੇ ਤਾਂ ਚਲੋ ਕੋਲ ਪਰਿਵਾਰ ਦੋਨੋਂ ਇਕੱਠੇ ਲੁੱਕ ਆਫਟਰ ਹੋ ਜਾਂਦੇ। ਫੋਨ ਕਰ ਲੈਣਾ ਮੈਂ, WhatsApp ਆ ਜਾਂਦਾ, ਅਸੀਂ ਟੱਚ ਰਹਿੰਦੇ ਆ। ਉਹ ਬੜਾ ਸਤਿਕਾਰ ਪਿਆਰ ਮਾਣ ਕਰਦਾ ਹੈ, ਹਰ ਗੱਲ ਸੁਣਦਾ ਹੈ ਔਰ ਕਈ ਗੱਲਾਂ ਜਿਹੜੀਆਂ ਸ਼ੇਅਰ ਕਰ ਲਈਦੀਆਂ, ਆਪਣੀ ਲਾਈਫ ਦੇ ਐਕਸਪੀਰੀਅੰਸ ਉਹਦੇ ਨਾਲ ਸ਼ੇਅਰ ਕਰ ਲਈਦੇ ਆ। ਮੈਂ ਤਾਂ ਹੁਣ ਕਹਿੰਦਾ ਸੀ, ਮੈਂ ਕਿਹਾ ਵੀ ਹੁਣ ਚਲੋ ਵਕਤ ਮਿਲਿਆ ਕਿ ਤਾਂ ਬੰਦੇ ਕੋਲ ਵਕਤ ਨਹੀਂ ਹੁੰਦਾ, ਜੇ ਮਹਾਰਾਜ ਕਿਰਪਾ ਕਰ ਦੇਣ ਤਾਂ ਘਰ 'ਚ ਇੱਕ ਬੱਚਾ ਆ ਜਾਏ ਤਾਂ ਬੜੀ ਚੰਗੀ ਗੱਲ ਹੋ ਜਾਊਗੀ। ਮੈਂ ਸਮਝੂਗਾ ਭਾਈ ਲੋਕਡਾਊਨ ਦਾ ਫਾਇਦਾ ਹੋ ਗਿਆ, ਬਾਤ ਹੁੰਦਾ ਹੀ ਠੀਕ ਹੈ, ਲੋਕਡਾਊਨ ਦਾ ਕੋਈ ਤਾਂ ਫਾਇਦਾ ਹੋ ਗਿਆ। ਬੜੀ ਕਿਰਪਾ, ਕੈਂਸਰ ਤੋਂ ਬਾਅਦ ਉਹਦੀ ਸਿਹਤ ਵੀ ਠੀਕ ਹੈ ਤੇ ਮਹਾਰਾਜ ਨੂੰ ਤੰਦਰੁਸਤ ਰੱਖੇ, ਮੇਰੀ ਤਾਂ ਇਹੀ ਪ੍ਰਾਰਥਨਾ ਹੈ। ਚਲੋ, ਫੈਨਸ ਨੂੰ ਸਾਰਾ ਦਿਨ ਇਹੀ ਉਮੀਦ ਰਹਿੰਦੀ ਹੈ ਜੀ, ਸਾਰਾ ਦਿਨ ਆਪਣੇ ਚਹੇਤੇ ਬਾਰੇ ਗੱਲ ਕਰਨਾ ਚਾਹੁੰਦੇ ਨੇ ਜੀ, ਸੁਣਨਾ ਚਾਹੁੰਦੇ ਨੇ। ਮੈਂ ਹੱਸਦਾ ਸੀ, ਮੈਂ ਕਿਹਾ ਬਾਪੂ ਦਾ ਨਾਂ ਯੁਵਰਾਜ, ਤੇਰਾ ਨਾਂ ਯੁਵਰਾਜ, ਤੇ ਹੁਣ ਜਿਹੜਾ ਮੁੰਡਾ ਪੈਦਾ ਉਹਦਾ ਨਾਂ ਭਾਈ ਯਮਰਾਜ ਰੱਖਾਂਗੇ। ਹਾਂ ਠੀਕ ਹੈ, ਜੇ ਲਾਕਡਾਊਨ ਦੇ ਦਿਨਾਂ 'ਚ ਪਲੈਨਿੰਗ ਹੋ ਰਹੀ ਹੈ ਤਾਂ ਯਮਰਾਜ ਪਰ ਅਜੇ ਫਿਲਮਾਂ ਦੀ ਗੱਲ, ਤੁਹਾਡੀ ਕਾਮਿਕ ਸੈਂਸ ਬਹੁਤ ਵਧੀਆ। ਮੈਂ ਅੱਗੇ ਵੀ ਜਦੋਂ ਤੁਸੀਂ ਸਟੂਡੀਓ 'ਚ ਵੀ ਆਏ ਸੀ ਨਾ, ਤੁਹਾਡੇ ਯਾਦ ਹੋਵੇ ਸਿਡਨੀ ਇੰਟਰਵਿਊ ਆਪਾਂ ਕੀਤੀ ਸੀ, ਤੇ ਅਖੀਰ ਦੇ ਵਿੱਚ ਮੈਨੂੰ ਆਪਾਂ ਜਦੋਂ ਗੱਲ ਕਰ ਰਹੇ ਸੀਗੇ, ਤੁਸੀਂ ਬਣ ਕੇ ਪੇਸ਼ ਹੋ ਰਹੇ ਸੀਗੇ। ਵੈਸੇ ਤੁਸੀਂ ਹਰ ਵਕਤ ਪੂਰੇ ਇੰਟਰਵਿਊ 'ਚ ਤੁਸੀਂ ਹੁੰਦੇ ਹੋ, ਪਰ ਤੁਸੀਂ ਮੈਨੂੰ ਉਦੋਂ ਕਿਹਾ ਸੀਗਾ ਕਿ ਆਈ ਲਵ ਵੈਨ ਆਈ ਐਮ ਐਕਟਿੰਗ, ਮੈਂ ਪਿਆਰ ਕਰਦਾ ਜਦੋਂ ਕੈਮਰਾ ਦੇ ਉੱਤੇ ਹੁੰਦਾ, ਮੈਂ ਡਾਇਲੌਗ ਬੋਲਦਾ, ਮੈਂ ਫਿਲਮ ਦੇ ਉੱਤੇ ਐਕਟਿੰਗ ਕਰ ਰਿਹਾ ਹੁੰਦਾ। ਸੋ ਉਸ ਲਾਈਫ ਨੂੰ ਹੰਡਾਣਾ ਜਿਹੜਾ ਤੁਹਾਡਾ ਬੈਸਟ ਪਾਰਟ ਹੁੰਦਾ। ਪਰ ਹੁਣ ਮੈਂ ਇਹ ਪੁੱਛਣਾ ਹੈ ਕਿ ਜਦੋਂ ਆਫ ਦੀ ਕੈਮਰਾ ਹੁਣ ਬਹੁਤ ਲੰਬੇ ਚਿਰ ਤੋਂ ਹੈਗੇ ਹੋ, ਸੋ ਪੁਰਾਣੀਆਂ ਫਿਲਮਾਂ ਆਪਣੀਆਂ ਦੇਖ ਰਹੇ, ਆਪਣੀਆਂ ਪੁਰਾਣੀਆਂ ਫਿਲਮਾਂ? ਹਾਂਜੀ, ਬਹੁਤ ਸਾਰੇ ਸਰੋਤੇ ਜਿਹੜੇ ਪਿਆਰ ਕਰਦੇ ਆ, ਫੈਨਸ ਨੇ, ਉਹ ਕਾਫੀ ਪੁਰਾਣੀਆਂ ਕਲਿਪਸ ਭੇਜ ਦਿੰਦੇ ਨੇ। ਅੱਜ ਕੱਲ ਟਿਕਟੌਕ ਦਾ ਜ਼ਮਾਨਾ ਚੱਲਿਆ, ਮੇਰੀ ਵਾਈਫ ਕਦੇ ਭੇਜ ਦਿੰਦੀ ਹੈ, ਬੱਚੇ ਭੇਜ ਦਿੰਦੇ ਆ। ਤੇ ਟੂ ਬੀ ਵੈਰੀ ਓਨੈਸਟ, ਪੁਰਾਣੀਆਂ ਫਿਲਮਾਂ ਮੈਂ ਆਪਣੀਆਂ ਦੇਖਦਾ ਪਰ ਬੜੀਆਂ ਘੱਟ ਦੇਖਦਾ। ਪਰ ਜੇ ਤੁਸੀਂ ਗੱਲ ਕੀਤੀ ਕੈਮਰੇ ਦੀ, ਮੈਂ ਅੱਜ ਫੇਰ ਕਹਿਣਾ, ਤੁਸੀਂ ਬਿਲੀਵ ਨਹੀਂ ਕਰਨਾ ਕਿ ਮੈਂ ਜੇ 3-4 ਮਹੀਨੇ 4-5 ਫਿਲਮਾਂ ਕਰਕੇ ਆ ਗਿਆ ਘਰੇ, ਤਾਂ ਜੇ ਮੈਨੂੰ 2 ਦਿਨ ਘਰੇ ਬਹਿਣਾ ਪੈ ਜੇ ਤਾਂ ਮੈਂ ਔਖਾ ਹੋਣ ਲੱਗ ਜਾਂਦਾ। ਤੇ ਮੇਰੇ ਘਰਦਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਨਾ ਹੁਣ ਉਹ ਭਾਈ ਘਰ 'ਚ ਵੀ ਕੈਮਰਾ ਲਾ ਦੋ ਭਾਈ, ਐਕਟਿੰਗ 24 ਘੰਟੇ। ਟੂ ਬੀ ਵੈਰੀ ਓਨੈਸਟ, ਮੈਂ ਘਰੇ ਵੀ 24 ਘੰਟੇ ਐਕਟਿੰਗ ਕਰਦਾ। ਕਈ ਵਾਰੀ ਘਰਦਿਆਂ ਨੂੰ ਪਤਾ ਲੱਗਦਾ, ਉਹਨੂੰ ਐਂ ਲੱਗਦਾ ਪਤਾ ਨਹੀਂ ਕਦੇ ਗੁੱਸੇ ਹੋ ਜਾਂਦਾ, ਕਦੇ ਕਮਲਾ ਤਾਂ ਨਹੀਂ ਹੋ ਗਿਆ, ਬਿਕੋਜ਼ ਉਹ ਮਾਹੌਲ ਨੂੰ ਮੈਂ ਇਸ ਤਰ੍ਹਾਂ ਰੱਖਣਾ ਚਾਹੁੰਦਾ। ਜਿੱਦਾਂ ਮੈਂ ਆਪਣੀ ਵਾਈਫ ਨਾਲ ਕਾਮੇਡੀ ਕਰਦਾ ਰਹਿਣਾ, ਮੈਂ ਬੱਚਿਆਂ ਨਾਲ ਕਾਮੇਡੀ ਕਰਦਾ ਰਹਿਣਾ, ਹਾਜ਼ਰ ਜਵਾਬ ਮੈਂ ਹੈਗਾ, ਰੱਬ ਨੇ ਮੈਨੂੰ ਦਿੱਤੀ ਹੈ, ਬਲ ਬਖਸ਼ਿਆ, ਤਾਂ ਮੈਂ ਹਰੇਕ ਨਾਲ ਹੀ ਮਿਲਦਾ। ਤੇ ਕਈ ਵਾਰੀ ਬੱਚੇ ਬੜੇ ਟੈਂਸ ਹੋ ਜਾਂਦੇ, ਹੁਣ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਬਾਪੂ ਸਾਡਾ 24 ਘੰਟੇ ਜਿਹੜਾ ਹੈਗਾ ਉਹ ਐਕਟਿੰਗ ਹੀ ਕਰਦਾ। ਔਰ ਦੇਖੋ, ਪੈਸ਼ਨ ਦੀ ਗੱਲ ਹੈ। ਟੂ ਬੀ ਵੈਰੀ ਓਨੈਸਟ, ਮੈਂ ਗੱਲ ਜ਼ਰੂਰ ਸਰੋਤਿਆਂ ਦੇ ਸਾਹਮਣੇ ਕਹੂੰਗਾ, ਮੈਨੂੰ ਕਈ ਵਾਰੀ ਦਿਲ ਲੱਗਦਾ ਯਾਰ ਕੈਮਰਾ ਕੱਲਾ ਹੀ ਲੈ ਕੇ ਜੰਗਲਾਂ 'ਚ ਜਾ ਕੇ ਮੈਂ ਲਾ ਕੇ ਤੇ ਐਕਟਿੰਗ ਕਰਨੀ ਸ਼ੁਰੂ ਕਰਦਾ। ਸੋ ਆਈ ਥਿੰਕ ਉਹ ਪੈਸ਼ਨ ਇੰਨਾ ਹੈਗਾ ਕਿ ਮੈਂ ਕੈਮਰੇ ਤੋਂ ਜੇ ਬਾਹਰ ਰਹੂੰਗਾ ਜਾਂ ਜੇ ਕੈਮਰਾ ਮੇਰੇ ਸਾਹਮਣੇ ਨਹੀਂ ਰਹੂਗਾ, ਜੇ ਮੈਂ ਫਿਲਮਾਂ ਸ਼ੂਟਿੰਗ ਨਹੀਂ ਕਰੂੰਗਾ, ਤਾਂ ਸ਼ਾਇਦ ਮੇਰਾ ਜੀਵਨ, ਮੇਰੀ ਲਾਈਫ ਬੜੀ ਘੱਟ ਜੂਗੀ। ਕਿਉਂਕਿ ਜਦ ਮੈਂ ਕ੍ਰਿਕਟ ਖੇਡਦਾ ਸੀ, ਗਰਾਊਂਡ ਤੋਂ ਇਲਾਵਾ ਮੈਨੂੰ ਕੁਝ ਨਹੀਂ ਸੀ ਦਿਖਦਾ। ਜਦ ਮੈਂ ਯੂਬੀ ਨੂੰ ਟ੍ਰੇਨ ਕਰ ਰਿਹਾ ਸੀ ਤਾਂ ਮੈਨੂੰ ਉਹਦੇ ਤੋਂ ਇਲਾਵਾ ਕੁਝ ਨਹੀਂ ਸੀ ਦਿਖਦਾ। ਮੈਂ ਹੁਣ ਆਪਣੀ ਫਿਲਮਾਂ ਕਰ ਰਿਹਾ ਜਾਂ ਆਪਣੀ ਬੇਟੀ ਜਾਂ ਪਰਿਵਾਰ ਦੀ ਗੱਲ ਕਰਦਾ, ਤਾਂ ਕੈਮਰਾ ਜਿਹੜਾ ਹੈ ਉਹ ਮੇਰੀ ਖੁਰਾਕ ਹੈ। ਮੈਂ ਸਮਝਦਾ ਜੀ ਯੋਗਰਾਜ ਨੂੰ ਜਿਉਂਦਾ ਰੱਖਣਾ, ਜੇ ਉਹਨੂੰ ਮਾਰਨਾ ਛੇਤੀ ਤੱਕ ਭਾਈ ਉਹਨੂੰ ਕੈਮਰੇ ਤੋਂ ਬਾਹਰ ਕੱਢ ਦਿਓ, ਤੇ ਜੇ ਉਹਨੂੰ ਜਿਉਂਦਾ ਰੱਖਣਾ ਤਾਂ ਜਦ ਤੱਕ ਕੈਮਰਾ ਚੱਲੂਗਾ ਮੈਂ ਸਮਝਦਾ ਮੇਰਾ ਸਾਥ ਚੱਲਦਾ। ਕਿਉਂਕਿ ਆਈ ਵਾਂਟ ਟੂ ਇੰਪਰੂਵ ਐਜ਼ ਐਨ ਐਕਟਰ ਬਾਈ ਐਵਰੀ ਫਿਲਮ ਆਈ ਡੂ। ਇਹੀ ਸਾਡਾ ਹਾਲ ਹੈ ਜੀ, ਇਹੀ ਸਾਡਾ ਹਾਲ ਹੈ ਭਾਜੀ। ਅਸੀਂ ਵੀ ਤੁਹਾਨੂੰ ਲਗਾਤਾਰ ਦੇਖਣਾ ਚਾਹੁੰਦੇ ਹਾਂ, ਅਸੀਂ ਵੀ ਤੁਹਾਨੂੰ ਚਾਹੁੰਦੇ ਹਾਂ ਕਿ ਫਿਲਮਾਂ ਦੇ ਵਿੱਚ। ਸੋ ਇਹਨਾਂ ਦਿਨਾਂ ਦੇ ਵਿੱਚ ਮੇਰਾ ਕੀ ਹੋ ਰਿਹਾ ਜੀ ਕਿ ਮੈਂ ਜਦੋਂ ਤੁਹਾਡੀ ਫਿਲਮਾਂ ਦੇਖਣ ਦੇ ਲਈ, ਪੁਰਾਣੀਆਂ ਫਿਲਮਾਂ ਤੁਹਾਡੀਆਂ ਬਹੁਤ ਦੇਖੀਆਂ, ਪਰ ਤੁਹਾਨੂੰ ਕੋਈ ਯਾਦ ਰਹਿੰਦੇ, ਕੋਈ ਡਾਇਲੌਗਸ ਕਿਸ ਤਰ੍ਹਾਂ ਯਾਦ ਰਹਿੰਦੇ ਨੇ ਕਿ ਪੁਰਾਣੀਆਂ ਫਿਲਮਾਂ ਦੇ, ਜਾਂ ਕੋਈ ਮੋਨੋਲੋਗ ਯਾਦ ਰਹਿੰਦੇ ਨੇ ਕਿ ਉਹ ਫਿਲਮ ਦੇ ਵਿੱਚ ਮੇਰਾ ਕਿਰਦਾਰ ਬਹੁਤ ਸੋਹਣਾ ਸੀ, ਜਾਂ ਉਹ ਡਾਇਲੌਗ ਮੇਰੇ ਬਹੁਤ ਵਧੀਆ ਸੀ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਯਾਦ ਰੱਖਦੇ ਹੋ? ਤਾਂ ਫਿਰ ਫਿਲਮ ਹੋ ਗਈ ਤੇ ਨਿਕਲ ਗਈ, ਤੇ ਫਿਰ ਹੁਣ ਅਗਲੀ ਵੱਲ ਧਿਆਨ, ਅਗਲੀ ਵੱਲ ਹੋਊਗਾ। ਨਹੀਂ, ਮੈਂ ਗੱਲ ਜ਼ਰੂਰ ਕਹੂੰਗਾ ਕਿ ਮਾਂ ਨੂੰ ਹਰ ਬੱਚਾ ਪਿਆਰਾ ਹੁੰਦਾ ਹੈ, ਤੇ ਮੇਰੇ ਲਈ ਸਾਰੀਆਂ ਫਿਲਮਾਂ ਉਸ ਬੱਚੇ ਦੀ ਤਰ੍ਹਾਂ ਜਿਹੜਾ ਮੇਰੀ ਛਾਤੀ ਦੇ ਨਾਲ ਲੱਗਿਆ ਹੋਇਆ। ਬਹੁਤ ਪਿਆਰ ਹੈ ਮੈਨੂੰ ਸਾਰੀਆਂ ਫਿਲਮਾਂ ਨਾਲ। ਮੈਂ ਹਮੇਸ਼ਾ ਆਪਣੀ ਫਿਲਮ ਨੇ ਕ੍ਰਿਟੀਕਲ ਤਰੀਕੇ ਨਾਲ ਦੇਖਦਾ ਜਾਂ ਡਬਿੰਗ ਕਰਦਾ। ਮੋਸਟਲੀ ਮੈਂ ਆਪਣੀਆਂ ਫਿਲਮਾਂ ਪੂਰੀਆਂ ਨਹੀਂ ਦੇਖੀਆਂ,
ਡਬਿੰਗ 'ਚ ਜਿਹੜੀ ਦੇਖ ਲਈ ਮੈਂ ਕ੍ਰਿਟੀਕਲ ਬਹੁਤ ਆ। ਮੈਂ ਸਮਝਦਾ ਜਿਹੜੀ ਪੁਰਾਣਾ ਮੈਂ ਜਵਾਨੀ ਵੇਲੇ ਐਕਟਿੰਗ ਕਰਦਾ ਸੀ, ਬੇਸ਼ੱਕ ਮੈਂ ਵਿਲਨ ਕੀਤਾ ਜਾਂ ਹੀਰੋ ਕੀਤਾ, ਉੱਥੇ ਮੈਂ ਬਹੁਤ ਸਾਰੇ ਇੰਪਰੂਵਮੈਂਟਸ ਕਰ ਸਕਦਾ ਸੀ। ਫਿਰ ਚੱਲਦੇ 42-43 ਸਾਲ ਇੰਡਸਟਰੀ ਦੇ ਵਿੱਚ ਹੋ ਗਏ, ਤੇ ਅੱਜ ਵੀ ਮੈਂ ਰਿਅਲਾਈਜ਼ ਕਰਦਾ ਜਦ ਮੈਂ ਹੋਣ ਵਾਲੀਆਂ ਫਿਲਮਾਂ ਦੇਖਦਾ ਜਿਹਦੇ ਵਿੱਚ ਕਾਮੇਡੀ ਰੋਲ ਜਾਂ ਦੂਸਰੇ ਰੋਲਸ ਹੈਗੇ ਆ, ਤੇ ਐਕਚੁਅਲੀ ਭੁੱਖ ਤਾਂ ਬੰਦੇ ਦੀ ਮਰਦੀ ਨਹੀਂ ਜੀ। ਜਿਹੜਾ ਅੰਦਰਲਾ ਆਰਟਿਸਟ ਹੈ ਉਹ ਤੁਹਾਡਾ ਇੰਨਾ ਕੁ ਜਿਉਂਦਾ, ਐਟਲੀਸਟ ਮੈਂ ਆਪਣੀ ਗੱਲ ਕਰ ਸਕਦਾ। ਬੜੇ ਸਾਰੇ ਰੋਲਸ ਨੇ ਜਿਹੜੇ ਮੈਂ ਕਰਨਾ ਚਾਹੁੰਦਾ, ਜਿਵੇਂ ਉਪਕਾਰ ਦੇ ਵਿੱਚ ਪ੍ਰਾਣ ਸਾਹਿਬ ਨੇ ਰੋਲ ਕੀਤਾ ਸੀ ਇੱਕ ਲੱਤ ਤੇ ਜਾਂ ਮੁਗਲ ਆਜ਼ਮ ਦੇ ਵਿੱਚ ਪ੍ਰਿਥਵੀ ਰਾਜ ਕਪੂਰ ਜੀ ਦਾ ਰੋਲ ਸੀ। ਸੋ ਭੁੱਖ ਨਹੀਂ ਕਦੇ ਮਰਦੀ, ਜਦੋਂ ਭੁੱਖ ਮਰ ਜਾਏਗੀ ਉਦੋਂ ਆਰਟਿਸਟ ਖਤਮ ਹੋ ਜਾਏਗਾ। ਸੋ ਆਈ ਥਿੰਕ ਬਹੁਤ ਸਾਰੇ ਰੋਲਸ ਇਹੋ ਜਿਹੇ ਹੈਗੇ ਨੇ ਜਿਹੜੇ ਮੈਂ ਕਰਨਾ ਚਾਹੁੰਦਾ, ਔਰ ਮਹਾਰਾਜ ਨੇ ਸੁੱਖ ਰੱਖਿਆ ਤਾਂ ਆਉਣ ਵਾਲਾ ਜਿਹੜਾ ਟਾਈਮ ਹੋਊਗਾ ਉਹਦੇ ਵਿੱਚ ਡਿਫਰੈਂਟ ਜਿਹੜੇ ਸਾਡੇ ਕਿਰਦਾਰ ਨੇ ਜਾਂ ਸਾਡੀ ਹਿਸਟਰੀ ਦੇ ਬੰਦੇ ਨੇ, ਜਿੱਦਾਂ ਸੱਜਣ ਸਿੰਘ ਰੰਗਰੂਰ 'ਚ ਮੈਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ ਸੀਗਾ, ਤੇ ਉਹਦੇ ਵਿੱਚ ਇੱਕ ਮੈਂ ਪਲੇ ਕੀਤਾ ਸੀ ਜਨਰਲ ਜ਼ੋਰਾਵਰ ਸਿੰਘ ਦਾ ਰੋਲ, ਤੇ ਉਹਨੂੰ ਨਿਭਾਉਣ ਦੀ ਖਾਤਰ ਮੈਨੂੰ ਇੱਕ ਟਾਈਮ ਤੇ ਇਹ ਲੱਗਣ ਲੱਗ ਗਿਆ ਸੀ ਕਿ ਮੈਂ ਵਾਕਈ ਵਾਰ ਦੇ ਵਿੱਚ ਆ, ਮੈਂ ਵਾਕਈ 1918 ਦਾ ਬੰਦਾ, ਔਰ ਵਾਕਈ ਅਸੀਂ ਲੜ ਰਹੇ ਹਾਂ ਇੰਗਲੈਂਡ ਦੇ ਵਿੱਚ, ਅਸੀਂ ਸ਼ੂਟਿੰਗ ਕਰ ਰਹੇ ਸੀ। ਸੋ ਆਈ ਥਿੰਕ ਉਹ ਬਹੁਤ ਮੇਰੀ ਡਿਫਿਕਲਟ ਪਿਕਚਰ ਸੀਗੀ, ਲੇਕਿਨ ਉਹ ਪਿਕਚਰ ਮੇਰੇ ਬਹੁਤ ਨਜ਼ਦੀਕੀ ਕਰੀਬ ਸੀ। ਜਿੱਦਣ ਮੈਨੂੰ ਅਵਾਰਡ ਮਿਲਿਆ ਮੈਂ ਉਦੋਂ ਘਰਦਿਆਂ ਨੂੰ ਕਿਹਾ, ਮੈਂ ਕਿਹਾ ਇਹ ਅਵਾਰਡ ਮੈਂ ਜ਼ਰੂਰ ਜਿੱਤਣਾ ਚਾਹੁੰਦਾ ਸੀ, ਕਿਉਂਕਿ ਇਸ ਫਿਲਮ ਲਈ ਮੈਂ ਬੜੀ ਜਹਿਦ ਕੀਤੀ, ਇੱਥੇ ਤੱਕ ਕਿ ਮੈਂ ਮੌਤ ਦੇ ਕਿਨਾਰੇ ਵੀ ਚਲਾ ਗਿਆ, ਮੈਂ ਬਿਮਾਰ ਹੋ ਗਿਆ, ਬਹੁਤ ਕੁਝ ਮੇਰੇ ਨਾਲ ਹੋਇਆ। ਸੋ ਆਈ ਥਿੰਕ ਬਹੁਤ ਸਾਰੀਆਂ ਫਿਲਮਾਂ, ਬਦਲਾ ਜੱਟੀ ਦਾ ਇੱਕ ਐਸੀ ਫਿਲਮ ਸੀ ਜਿਹਨੇ ਮੇਰੀ ਲਾਈਫ ਦੇ ਵਿੱਚ ਬੜਾ ਵੱਡਾ ਮੋੜ ਲਿਆਂਦਾ। ਅੱਜ ਵੀ ਜਿੱਦਾਂ ਮੁਗਲ ਆਜ਼ਮ ਤੇ ਸ਼ੋਲੇ ਆ ਹਿੰਦੀ ਫਿਲਮਾਂ ਦੇ ਵਿੱਚ, ਤੇ ਬਦਲਾ ਜੱਟੀ ਦਾ ਇਜ਼ ਲਾਈਕ ਮੁਗਲ ਆਜ਼ਮ ਆਫ ਪੰਜਾਬੀ ਫਿਲਮ ਇੰਡਸਟਰੀ। ਸੋ ਫਿਲਮਾਂ ਸਾਰੀਆਂ ਬੜੀਆਂ ਚੰਗੀਆਂ ਨੇ, ਪਰ ਮੈਂ ਕਦੇ ਆਪਣੇ ਨੂੰ ਐਕਟਰ ਮੰਨਿਆ ਨਹੀਂ। ਇਹ ਸਭ ਉਸ ਗੁਰੂ ਨਾਨਕ ਦੀ, ਗੁਰੂ ਮਹਾਰਾਜ ਦੀ ਕਿਰਪਾ ਹੈ, ਉਸ ਅਕਾਲ ਪੁਰਖ ਦੀ ਮਿਹਰ ਹੈ ਕਿ ਮੇਰੇ ਅੱਗੇ ਵੀ ਐਕਟਰ ਬਣ ਗਏ। ਅਦਰਵਾਈਜ਼ ਇਹ ਮੇਰੀ ਲਾਈਨ ਸੀਗੀ ਨਹੀਂ। ਬਟ ਮੈਂ ਕਹਿੰਦਾ ਕੋਈ ਚੀਜ਼ ਇਨਬੋਰਨ ਹੁੰਦੀ ਹੈ ਤਾਂ ਫਿਰ ਜਦ ਇੱਕ ਵਾਰੀ ਤੁਹਾਨੂੰ ਉਹਦਾ ਲਾਲਸਾ ਹੋ ਜਾਂਦੀ ਹੈ, ਤੁਸੀਂ ਫਿਰ ਉਹਦੇ ਮਿਹਨਤ ਕਰਨਾ ਹੈ। ਮੈਂ ਭਾਜੀ ਮਿਹਨਤ ਬਹੁਤ ਕੀਤੀ ਹੈ, ਮੈਂ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ 18 ਘੰਟੇ ਮੈਂ ਮਿਹਨਤ ਕੀਤੀ ਹੈ, ਔਰ ਕਈ ਸਾਲ ਮੈਂ ਗੱਡੀ 'ਚ ਸੌ ਗਿਆ, ਪਿੰਡਾਂ 'ਚ ਸੌ ਗਿਆ, ਮੰਜਾ ਢਾ ਕੇ ਸੌ ਗਿਆ, ਸੈੱਟ ਤੇ ਸੌ ਗਿਆ, ਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਸ਼ੂਟਿੰਗ ਸ਼ੁਰੂ ਕਰਤੀ ਹੈ। ਸੋ ਆਈ ਥਿੰਕ ਪੈਸ਼ਨ ਤੋਂ ਬਗੈਰ ਕੁਝ ਨਹੀਂ ਬਣਦਾ, ਪਰ ਸਾਰੀਆਂ ਫਿਲਮਾਂ ਹੀ ਮੈਨੂੰ ਬੜੀਆਂ ਅਜ਼ੀਜ਼ ਨੇ। ਜਿੰਨੇ ਡਾਇਲੌਗਸ ਨੇ, ਇਹ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਜਿੰਨੀਆਂ ਫਿਲਮਾਂ ਮੈਂ ਕੀਤੀਆਂ ਨੇ 95% ਡਾਇਲੌਗਸ ਮੈਂ ਆਪਣੇ ਆਪ ਲਿਖੇ ਨੇ ਜਾਂ ਇੰਪਰੋਵਾਈਜ਼ ਕੀਤੇ ਨੇ। ਇਹ ਵੀ ਰੱਬ ਨੇ ਬੜੀ ਬਖਸ਼ਿਸ਼ ਕੀਤੀ ਹੈ। ਹਾਂਜੀ, ਕਿਆ ਬਾਤ। ਤੁਸੀਂ ਨਾ ਮੇਰੇ ਖਿਆਲ ਨਾਲ ਜੇ ਫਿਲਮ ਮੇਕਰ ਦੇਖ ਰਹੇ ਹੋਣਗੇ, ਤੁਸੀਂ ਮੁਗਲ ਆਜ਼ਮ ਦਾ ਜ਼ਿਕਰ ਕੀਤਾ, ਮੇਰੇ ਖਿਆਲ ਮੈਂ ਨਾ ਪਿੱਛੇ ਜੇ ਦੇਖ ਰਿਹਾ ਸੀਗਾ ਜਦੋਂ ਕੇ ਆਸਿਫ ਸਾਹਿਬ ਨੇ ਉਹ ਫਿਲਮ ਬਣਾਣੀ ਸੀ, ਉਹ ਕਹਿੰਦੇ ਕਿ ਪ੍ਰਿਥਵੀ ਰਾਜ ਕਪੂਰ ਤੋਂ ਬਿਨਾਂ ਹੋਰ ਕੋਈ ਇਸ ਕਿਰਦਾਰ ਨੂੰ ਨਿਭਾ ਨਹੀਂ ਸਕਦਾ, ਕਿਉਂਕਿ ਇੱਕ ਲਾਰਜਰ ਦੈਨ ਲਾਈਫ ਕਰੈਕਟਰ ਹੈ। ਮੈਨੂੰ ਇਹ ਲੱਗਦਾ ਕਿ ਫਿਲਮ ਪੰਜਾਬੀ 'ਚ ਬਣ ਜਾਵੇ, ਨਹੀਂ ਹੈਗੀ ਕੋਈ ਆਪਸ਼ਨ ਯੋਗਰਾਜ ਸਿੰਘ ਤੋਂ ਬਿਨਾਂ ਇਸ ਵਕਤ ਸਾਡੇ ਕੋਲ ਨਹੀਂ ਹੈਗੀ ਜੀ। ਬਹੁਤ ਵਧੀਆ ਤੁਸੀਂ ਆਪਸ਼ਨ ਦਿੱਤੀ ਹੈ ਮੈਨੂੰ ਲੱਗਦਾ ਪੰਜਾਬੀ ਫਿਲਮ ਮੇਕਰਸ ਦੇ ਲਈ, ਔਰ ਇੱਕ ਬਹੁਤ ਵਧੀਆ ਆਈਡੀਆ ਵੀ ਦਿੱਤਾ ਹੈ ਕਿ ਮੁਗਲ ਆਜ਼ਮ ਦੇ ਪੰਜਾਬੀ 'ਚ ਬਣ ਜਾਏਗਾ। ਕਿਆ ਬਾਤ ਹੈ। ਪਰ ਭਾਜੀ ਮੈਨੂੰ ਲੱਗ ਰਿਹਾ ਹੁਣ ਤੁਸੀਂ ਪੰਜਾਬੀ ਸਿਨੇਮਾ ਦੀਆਂ ਬਾਉਂਡਰੀਜ਼ ਵੀ ਕ੍ਰਾਸ ਕਰ ਰਹੇ ਹੋ, ਤੁਸੀਂ ਸਾਊਥ ਸਿਨੇਮਾ ਦੇ ਵਿੱਚ ਵੀ ਦਸਤਕ ਦਿੱਤੀ ਹੈ। ਤੁਸੀਂ ਕੁਝ ਜੇ ਉਹਦੇ ਬਾਰੇ ਜ਼ਿਕਰ ਕਰਨਾ ਚਾਹੋ। ਹਾਂਜੀ, ਇੱਕ ਫਿਲਮ ਬਣੀ ਸੀ ਜੀ ਦੁੱਲਾ ਵੈਲੀ, ਉਹਦੇ ਵਿੱਚ ਮੈਂ ਇੱਕ ਵਿਲਨ ਦਾ ਕੈਰੈਕਟਰ ਪਲੇ ਕੀਤਾ, ਸ਼ਾਇਦ ਤੁਸੀਂ ਉਹ ਫਿਲਮ ਦੇਖੀ ਹੋਵੇ ਜੀ, ਔਰ ਬੜਾ ਹੀ ਚੇਂਜ ਓਵਰ ਲਿਆਂਦਾ ਸੀ। ਜਿੱਦਾਂ ਅਮਿਤਾਭ ਬੱਚਨ ਸਾਹਿਬ ਨੇ ਅਗਨੀਪਥ ਦੇ ਵਿੱਚ ਆਪਣੀ ਆਵਾਜ਼ ਚੇਂਜ ਕਰਕੇ ਆਪਣਾ ਬੋਲਣ ਦਾ ਸਟਾਈਲ, ਚੱਲਣ ਦਾ ਸਟਾਈਲ, ਦੇਖਣ ਦਾ ਸਟਾਈਲ ਚੇਂਜ ਕੀਤਾ ਸੀ। ਮੈਂ ਵੀ ਇਸ ਫਿਲਮ 'ਚ ਇੱਕ ਵਿਲਨ ਦਾ ਰੋਲ ਕੀਤਾ, ਔਰ ਉਹ ਵਿਲਨ ਬੜੀ ਹਾਈਟ ਤੇ ਗਿਆ, ਔਰ ਪਿਕਚਰ ਬੇਸਿਕਲੀ ਵਿਲਨ ਦੀ ਪਿਕਚਰ ਹੈ ਜੇ ਤੁਸੀਂ ਦੇਖੋ ਤਾਂ। ਤੇ ਉਹ ਫਿਲਮ ਸਾਊਥ ਦੇ ਵਿੱਚ ਦੇਖੀ ਸੀ ਜਾ ਕੇ। ਨਾਲਨੀ ਜੀ ਹੈਗੇ ਨੇ, ਉਹ ਮੇਰਾ ਕੰਮ ਸੰਭਾਲਦੇ ਨੇ ਹਿੰਦੀ ਫਿਲਮਾਂ ਦਾ, ਉਹਨਾਂ ਨੇ ਫਿਰ ਉਹ ਜਿਹੜੀ ਵੀਡੀਓ ਚਿਪ ਦਿਖਾਈ ਸੀ ਜਾ ਕੇ, ਤੇ ਫਿਰ ਰਜਨੀ ਸਰ ਨੇ ਕਿਹਾ ਸੀ ਵੀ ਇਹ ਬੰਦਾ ਆਪਾਂ ਨੂੰ ਚਾਹੀਦਾ ਹੈ, ਭਾਵੇਂ ਛੋਟਾ ਜਿਹਾ ਰੋਲ ਹੋਵੇ, ਇਹਨੂੰ ਜ਼ਰੂਰ ਲੈ ਕੇ ਆਉਣਾ। ਤੇ ਫਿਰ ਮੈਂ ਦਰਬਾਰ ਪਿਕਚਰ ਦੀ ਸ਼ੂਟਿੰਗ ਬੰਬੇ ਕਰਨ ਗਿਆ ਸੀ ਜੀ। ਉਸ ਤੋਂ ਬਾਅਦ ਫਿਰ ਕਮਲਾ ਹਸਨ ਜੀ ਨੇ ਮੈਨੂੰ ਦੇਖਿਆ, ਉਹ ਦਰਬਾਰ ਪਿਕਚਰ ਦੇਖੀ, ਤੇ ਫਿਰ ਇਹਨਾਂ ਨੇ ਕਈ ਮੇਰੇ ਕਲਿੱਪਸ ਮੰਗਵਾ ਕੇ ਦੇਖੇ ਉਹਨਾਂ ਨੇ। ਫਿਰ ਮੈਨੂੰ ਇੰਡੀਅਨ 2 ਦੇ ਵਿੱਚ, ਅਸੀਂ ਲਾਕਡਾਊਨ ਤੋਂ ਪਹਿਲਾਂ ਬਲੀਵੀਆ ਸ਼ੂਟਿੰਗ ਕਰ ਰਹੇ ਸੀ, ਅਮਰੀਕਾ, ਉੱਥੇ ਅਸੀਂ ਸ਼ੂਟਿੰਗ ਕਰਨ ਗਏ ਸੀ। ਤੇ ਮੈਂ ਫਿਰ ਉਸ ਤੋਂ ਪਹਿਲਾਂ ਭਾਗ ਮਿਲਖਾ ਭਾਗ ਵੀ ਕੀਤੀ, ਫਿਰ ਸਿੰਘ ਇਜ਼ ਬਲਿੰਕ ਕੀਤੀ। ਸੋ ਆਈ ਥਿੰਕ ਹੁਣ ਸਾਊਥ ਦੇ ਵਿੱਚ ਇੱਕ ਚੀਜ਼ ਜ਼ਰੂਰ ਸਿੱਖੀ ਹੈ, ਮੈਂ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੂੰਗਾ ਕਿ ਬੰਦਾ ਹਮੇਸ਼ਾ ਨੀਵਾਂ ਹੀ ਹੋਣਾ ਚਾਹੀਦਾ। ਤੇ ਕਿੰਨਾ ਕੁ ਨੀਵਾਂ ਹੋਣਾ ਚਾਹੀਦਾ। ਰਜਨੀਕਾਂਤ ਜੀ ਇੱਕ ਖੁਦਾ ਨੇ, ਰੱਬ ਨੇ, ਉਹਨਾਂ ਨੂੰ ਮੰਨਦੇ ਆ, ਉਹਨਾਂ ਦੇ ਨਾਮ ਦੇ ਮੰਦਿਰ ਬਣੇ ਹੋਏ ਨੇ, ਉੱਥੇ ਉਹਨਾਂ ਦੀ ਆਰਤੀ ਹੁੰਦੀ ਹੈ, ਪੂਜਾ ਹੁੰਦੀ ਹੈ। ਦਿਸ ਇਜ਼ ਹਿਸ ਸਟਾਰਡਮ। ਤੇ ਜਿੱਦਣ ਮੈਂ ਸੈੱਟ ਤੇ ਬੈਠਾ ਸੀ ਤੇ ਰਜਨੀ ਜੀ ਨੇ ਆਉਣਾ ਸੀ, ਤੇ ਮੈਨੂੰ ਐ ਸੀ ਵੀ 10 ਗੱਡੀਆਂ ਅੱਗੇ ਹੋਣਗੀਆਂ, 10 ਪਿੱਛੇ ਹੋਣਗੀਆਂ, 100 ਉਹਨਾਂ ਦੇ ਬਾਉਂਸਰਸ ਹੋਣਗੇ, ਬੜਾ ਸਟਾਈਲਿਸ਼ ਬੰਦਾ ਆਊਗਾ।
ਇੱਕ ਗੱਡੀ ਰੁਕੀ ਆ ਕੇ ਐਂਬੈਸਡਰ ਗੱਡੀ, ਉਹਦੇ ਵਿੱਚੋਂ ਰਜਨੀ ਜੀ ਨਿਕਲੇ, ਨਾਲ ਉਹਦਾ ਇੱਕ ਡਰੈਸ ਵੂਮਨ ਸੀ, ਹੋਰ ਸੀ, 2 ਸਟਾਫ ਸੀ, ਚੱਪਲਾਂ ਪਾਈਆਂ ਤੇ ਉਹ ਸਭ ਨੂੰ ਨਮਸਕਾਰ ਕਰਕੇ ਆਪਣੀ ਵੈਨਿਟੀ ਬੈਂਚ ਵੜ ਗਏ। ਜਦੋਂ ਸੈੱਟ ਤੇ ਆਏ, ਮੈਂ ਗੱਲ ਤੋਂ ਤਾਂ ਸ਼ੇਅਰ ਕਰਨਾ ਕਿ ਨਿਮਰਤਾ ਦੇਖੋ ਕਿੰਨੀ ਹੈ, ਕਿੰਨਾ ਕੁਛ ਸਿੱਖਿਆ। ਮੈਂ ਉਹਦੇ ਪੈਰੀ ਹੱਥ ਲਾਇਆ ਔਰ ਉਹ ਆ ਕੇ ਸੈੱਟ ਤੇ ਨਾ ਮੇਰੇ ਵੱਲ ਦੇਖਿਆ ਉਹਨਾਂ ਨੇ ਐ ਕਰਕੇ, ਤੇ ਮੈਨੂੰ ਕਹਿੰਦੇ ਮੈਂ ਆਉਣਾ, ਮੈਂ ਤੇਰੇ ਕੋਲ ਆਉਣਾ ਚਾਹੁੰਦਾ, ਲੁੱਕ ਐਟ ਹਿਮ। ਮੈਂ ਭੱਜ ਕੇ ਉਹਨਾਂ ਵੱਲ ਗਿਆ, ਉਹ ਵੀ ਆਏ, ਉਹਨਾਂ ਨੇ ਮੈਨੂੰ ਹੱਗ ਕੀਤਾ ਤੇ ਮੈਨੂੰ ਕਿਹਾ ਕਿ ਮੈਨੂੰ ਨਾਜ਼ ਹੈ ਐਸੇ ਬਾਪ ਤੇ ਜਿਹਨੇ ਐਸਾ ਬੇਟਾ ਦੇਸ਼ ਲਈ ਪੈਦਾ ਕੀਤਾ ਹੈ। ਤੇ ਉਹ ਮੇਰੀ ਅੱਖ 'ਚ ਅੱਥਰੂ ਆ ਗਿਆ, ਕਿਉਂਕਿ ਐਡਾ ਵੱਡਾ ਬੰਦਾ ਔਰ ਤੁਹਾਨੂੰ ਸੀਨੇ ਨਾਲ ਲਾ ਕੇ ਉਹਨਾਂ ਨੇ 1 ਮਿੰਟ 2 ਮਿੰਟ ਘੁੱਟ ਕੇ ਰੱਖਿਆ ਔਰ ਮੈਨੂੰ ਫਿਰ ਕਿਹਾ ਕਿਸੇ ਚੀਜ਼ ਦੀ ਜ਼ਰੂਰਤ ਹੋ ਤਾਂ ਬਤਾਨਾ। ਤੇ ਮੈਂ ਉਹਨਾਂ ਦੇ ਪੈਰੀ ਹੱਥ ਲਾ, ਮੈਨੂੰ ਕਹਿੰਦੇ ਕਿਆ ਕਰਤੇ ਆਪ? मैंने कहा जी मैं जिंदगी 'ਚ ਫਰਿਸ਼ਤੇ ਮੈਂ ਦੇਖਿਆ, ਪਹਿਲੀ ਵਾਰੀ ਫਰਿਸ਼ਤਾ ਦੇਖਿਆ ਵੀ ਤੁਸੀਂ ਕਮਾਲ ਹੈ। ਤੇ ਉਹ ਜੀ ਕੁਰਸੀ ਢਾ ਕੇ ਆਪਣੀ ਡਰੈਸ ਪਾ ਕੇ ਉੱਥੇ ਬੈਠ ਗਏ ਜੀ ਇਕੱਲੇ ਹੀ, ਉਹ ਚਾਹ ਪੀ ਰਹੇ ਜੀ ਕਸੋਰੇ ਦੇ ਵਿੱਚ ਜੀ, ਜਾਂ ਸ਼ਾਰਟ ਰੈਡੀ ਹੈ, ਹਾਂਜੀ ਰੈਡੀ ਹੈ। ਐਡੀ ਉਹ ਮਿਹਨਤ ਕਰਦੇ, 70-75 ਸਾਲ ਦੀ ਉਹਨਾਂ ਦੀ ਉਮਰ ਹੋ ਗਈ। ਮਿਹਨਤ ਕਰਨ ਤੋਂ ਬਾਅਦ ਸ਼ਾਰਟ ਦੇਣ ਤੋਂ ਬਾਅਦ ਫਟਾਫਟ ਜਾ ਕੇ ਫੇਰ ਬੈਠ ਜਾਂਦੇ, ਸਾਰਿਆਂ ਨੂੰ ਨਮਸਕਾਰ ਕਰਦੇ, ਆਪਣਾ ਕੈਮਰੇ ਨੂੰ ਪੈਰੀ ਹੱਥ ਲਾਉਂਦੇ, ਫੇਰ ਜਾ ਕੇ ਆਪਣੀ ਰੋਟੀ, ਸਾਦੀ ਰੋਟੀ ਜੀ ਉਹਨਾਂ ਨੇ ਉੱਥੇ ਬੈਠ ਕੇ ਹੱਥ ਤੇ ਰੱਖ ਕੇ ਖਾ ਕੇ ਤੇ ਚਲੇ ਜਾਣਾ। ਤੇ ਮੈਂ ਕਿਤੇ ਸਵਾਲ, ਮੈਂ ਕਿਹਾ ਜੀ ਮੈਂ 2-4 ਮਿੰਟ ਜੇ ਤੁਹਾਡੇ ਨਾਲ ਗੱਲ ਕਰ ਸਕਦਾ? ਕਹਿੰਦੇ ਹਾਂ ਹਾਂ ਜ਼ਰੂਰ ਬੈਠੀਏ। ਮੈਂ ਕਿਹਾ ਸਰ ਮੈਂ ਤਾਂ ਆਹ ਵਿਜ਼ਨ ਬਣਾ ਕੇ ਬੈਠਾ ਸੀ ਤੁਹਾਡੇ ਬਾਰੇ। कहते गाड़ी चाहिए कोई भी हो, जाना ही होता है। घड़ी 1.5 लाख की हो, 10 करोड़ की हो, वक्त ही देखना है, वो 10 रुपए वाली घड़ी भी बता देती है। क्या बात है। ਤੁਸੀਂ ਉਹਨਾਂ ਦੇ ਘਰੇ ਚਲੇ ਜਾਓ ਜੀ, ਮੈਂ ਹੈਰਾਨ, ਤੁਹਾਨੂੰ ਤੁਸੀਂ ਬਲੀਵ ਨਹੀਂ ਕਰਨਾ। ਉਹ ਤੁਸੀਂ ਗੱਡੀ ਚੋਂ ਨਹੀਂ ਨਿਕਲੋਗੇ, ਅੰਦਰੋਂ ਆਉਣਗੇ, ਤੁਹਾਡਾ ਦਰਵਾਜ਼ਾ ਖੋਲਣਗੇ, ਤੁਹਾਨੂੰ ਬਾਇਜ਼ਤ ਅੰਦਰ ਲੈ ਕੇ ਜਾਣਗੇ। ਤੇ ਜੇ ਤੁਸੀਂ ਗੱਡੀ ਚੋਂ ਨਿਕਲ ਕੇ ਬੈਲ ਮਾਰਦੀ ਉਹਨਾਂ ਦੇ ਘਰ ਦੀ, ਤਾਂ ਉਹ ਤੁਹਾਨੂੰ ਵਾਪਸ ਗੱਡੀ ਜਾ ਕੇ ਬਿਠਾ ਕੇ ਕਹਿਣਗੇ ਆ ਬੈਠੀਏ, मैं आपको दरवाजा खोलूंगा, आपको अंदर लेके जाऊंगा। तो उन्होंने पूछा तुसीं इस तरह क्यों करते हो? कहते भाई मेरे घरे जब कोई मेहमान आता तो मैनूं ऐ लगदा मेरा रब आ गया, मेरा खुदा आ गया। सो ऐसियां गल्लां मैं तां तुहाडे नाल शेयर करदा उन्हां दी कि सानूं अपने आप नूं शर्म आउंदी सी भी असीं भी अपने आप नूं बड़े कहंदे घुमाउंदे, पर डाउन टू अर्थ बंदा किदां दा होना चाहीदा, इदां दा। क्या बात है भाजी, कमाल। उस वक्त कमला हसन जी नाल मुलाकात हुई, असीं शूटिंग करन गए ਤੇ ਉਹ ਲੋਕ ਜਿੰਨੇ ਵੱਡੇ ਨੇ ਜੀ ਉਨੇ ਪਿਆਰੇ ਨੇ। ਮੈਂ ਤਾਂ ਕਈ ਵਾਰੀ ਹੈਰਾਨ ਹੋਣਾ ਕਿ ਜਿਹੜੇ ਸਾਊਥ ਇੰਡੀਅਨਸ ਨੇ ਨਾ, ਇਹ ਬਹੁਤ ਹੀ ਨਿਮਰਤਾ ਸਹਿਤ ਲੋਕ ਨੇ। ਅੱਜ ਦੀ ਜਨਰੇਸ਼ਨ ਥੋੜਾ ਫਰਕ ਹੈ, ਪਰ ਜਿਹੜੇ ਪੁਰਾਣੇ ਬੰਦਿਆਂ ਨੇ ਆਪਣੇ ਆਪ ਨੂੰ ਉਭਾਰਿਆ, ਥੱਲੇ ਜ਼ਮੀਨ ਤੋਂ ਆਸਮਾਨ ਤੱਕ ਗਏ ਨੇ, ਉਹਨਾਂ 'ਚ ਨਿਮਰਤਾ ਭਾਜੀ ਬੜੀ ਹੈ, ਸਤਿਕਾਰ ਬੜਾ ਹੈ। ਮੈਂ ਤਾਂ ਹਮੇਸ਼ਾ ਡਰ ਕੇ ਬੜਾ ਚੱਲਦਾ ਸੀ, ਕੋਈ ਸਰੋਤਾ ਮੇਰਾ, ਕੋਈ ਫੈਨ ਮੈਨੂੰ ਰਾਹ 'ਚ ਮਿਲ ਜੇ ਤੇ ਹਾਰਨ ਮਾਰਦੇ, ਮੈਂ ਗੱਡੀ ਰੋਕ ਲੈਣਾ। ਇੱਕ ਰਿਕਸ਼ੇ ਵਾਲਾ ਜਾ ਰਿਹਾ ਸੀ ਤੇ ਉਹਨੇ ਹੱਥ ਮਾਰਿਆ ਇੱਕ ਵਾਰੀ, ਤੇ ਮੈਨੂੰ ਕਿਹਾ ਰੁਕੋ ਰੁਕੋ, ਮੈਂ ਗੱਡੀ ਰੋਕ ਲਈ। ਉਹ ਜੀ ਵਿਚਾਰਾ ਰਿਕਸ਼ੇ ਤੋਂ ਜੰਪ ਮਾਰ ਕੇ ਉਹਨੇ ਜੱਫੀ ਪਾ ਲਈ ਆ ਕੇ, ਉਹਦਾ ਰਿਕਸ਼ਾ ਵਿਚਾਰਾ ਵੱਜਿਆ ਜਾ ਕੇ ਉੱਥੇ ਕਿਸੇ ਗੱਡੀ 'ਚ। ਤੇ ਉਹ ਅਰੇ ਸਾਹਿਬ, ਮਤਲਬ ਯੂਪੀ ਤੋਂ ਆਇਆ ਸੀ ਬੰਦਾ, ਉਹ ਬੜਾ ਮਾਣ ਸਤਿਕਾਰ। ਇਹੋ ਜਿਹੇ ਲੋਕ ਤੁਹਾਨੂੰ ਮਿਲਦੇ ਆ ਤਾਂ ਤੁਹਾਨੂੰ ਬਲੀਵ ਹੁੰਦਾ ਹੈ, ਤੁਮਾਰੀ ਹੀ ਕਿਰਪਾ ਸੇ ਸਜੇ ਹਮ ਹੈ, ਨੀ ਮੁਝ ਜੈਸੇ ਕਰੋੜ ਭਏ। ਇਹ ਤਾਂ ਤੁਸੀਂ ਲੋਕਾਂ ਨੇ, ਫੈਨਸ ਨੇ ਬਣਾਤਾ। ਨਹੀਂ ਯੋਗਰਾਜ ਸਿੰਘ ਦੀ ਕੀ ਔਕਾਤ ਹੈ, ਮੈਂ ਤੇ ਮਿੱਟੀ ਵੀ ਨਹੀਂ ਹੈਗਾ। ਵਾਹ ਭਾਜੀ, ਇਸੇ ਲਈ ਤਾਂ ਤੁਹਾਨੂੰ ਲਿਵਿੰਗ ਲੈਜੈਂਡ ਕਹਿੰਦੇ ਆ ਜੀ। ਲੈਜੈਂਡ ਦੀ ਪਛਾਣ ਇਹੀ ਹੁੰਦੀ ਹੈ। ਜਿੰਨਾ ਕਹਿੰਦੇ ਦਰਖਤ ਹਰਿਆ ਭਰਿਆ, ਉਹਨਾਂ ਡਾਊਨ ਟੂ ਅਰਥ, ਉਹਨਾਂ ਭਲਿਆ ਭਲਿਆ। ਲੈਜੈਂਡਸ ਦੀ ਗੱਲ ਹੋ ਰਹੀ ਹੈ ਭਾਜੀ। ਮੈਂ ਇੱਕ ਇੰਟਰਵਿਊ 'ਚ ਇਹ ਵੀ ਦੇਖ ਰਿਹਾ ਸੀਗਾ, ਪਿਛਲੇ ਦਿਨਾਂ ਦੇ ਦੌਰਾਨ ਬਾਲੀਵੁੱਡ ਨੇ 2 ਲੈਜੈਂਡ ਖੋਏ ਨੇ, ਇਰਫਾਨ ਖਾਨ ਸਾਹਿਬ ਤੇ ਰਿਸ਼ੀ ਕਪੂਰ ਸਾਹਿਬ। ਤੁਹਾਡੇ ਤਜਰਬੇ ਵੀ ਨੇ ਰਿਸ਼ੀ ਕਪੂਰ ਸਾਹਿਬ ਨਾਲ। ਮੈਂ ਇਹ ਵੀ ਦੇਖ ਰਿਹਾ ਸੀਗਾ ਕਿ ਤੁਸੀਂ ਨਿੱਜੀ ਤੌਰ ਤੇ ਮਿਲੇ ਵੀ ਹੋਏ ਸੀਗੇ, ਸੋ ਮੁਲਾਕਾਤਾਂ ਵੀ ਹੋਈਆਂ ਸੀ। ਸੋ ਮੰਦਭਾਗੀ ਖਬਰ ਹੈ, ਜਦੋਂ ਕਰੋਨਾ ਦੇ ਦਿਨਾਂ ਦੇ ਵਿੱਚ ਬੈਕ ਟੂ ਬੈਕ ਸਾਨੂੰ 2 ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਤੁਸੀਂ ਕਿਸ ਤਰ੍ਹਾਂ ਰਿਐਕਟ ਕਰਦੇ ਹੋ? ਬਹੁਤ ਦੁੱਖ ਵਾਲੀ ਗੱਲ ਹੈ ਜੀ, ਸਪੈਸ਼ਲੀ ਇਹ ਪਰਿਵਾਰ ਹੀ ਹੈ। ਮੈਂ ਤਾਂ ਹਮੇਸ਼ਾ ਕਹਿੰਦਾ ਕਿ ਫਰਟਰਨਿਟੀ ਜਿਹੜੀ ਫਿਲਮ ਇੰਡਸਟਰੀ ਦੀ ਹੈ, ਤੁਸੀਂ ਇੰਨਾ ਟਾਈਮ ਇਕੱਠੇ ਗੁਜ਼ਾਰ ਦਿੰਦੇ ਹੋ, ਇੰਨਾ ਟਾਈਮ ਤਾਂ ਤੁਸੀਂ ਆਪਦੇ ਪਰਿਵਾਰ ਨਾਲ ਨਹੀਂ ਗੁਜ਼ਾਰਦੇ। ਇਰਫਾਨ ਸਾਹਿਬ, ਇਰਫਾਨ ਖਾਨ ਸਾਹਿਬ, ਰਿਸ਼ੀ ਕਪੂਰ ਜੀ, ਮੈਂ ਇਹਨਾਂ ਨੂੰ ਮਿਲਿਆ ਜੀ। ਇਰਫਾਨ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਸੀ, ਭਾਗ ਮਿਲਖਾ ਭਾਗ ਦੀ ਸ਼ੂਟਿੰਗ ਕਰ ਰਹੇ ਸੀ, ਤੇ ਮੈਂ ਫਿਲਮ ਸਿਟੀ ਗਿਆ ਸੀ ਉਹਦੀ ਸ਼ੂਟਿੰਗ ਦੇਖਣ। ਤੇ ਮੈਂ ਮੈਸੇਜ ਕਰ ਲਿਆ ਸੀ, ਮੈਂ ਕਿਹਾ ਸਰ ਜੀ 2 ਮਿੰਟ ਮੈਂ ਅੰਦਰ ਆ ਸਕਦਾ, टाइम होवे था। वो बंदा जी सट के मेरे को आ गया, किधर आइए मेरे पास, आपने क्यों मैसेज भेजा, आप अंदर आओ। जफ्फी पाई, महान पिता बिठाया, सारा कुछ गल्लां गुल्लां असीं करदे रहे। ते उदों हॉलीवुड दी एक फिल्म करके आए सीगे। ਤੇ ਮੈਂ ਕਿਹਾ ਜੀ ਮੈਂ ਤੁਹਾਡਾ ਬਹੁਤ ਕਾਇਲ ਆ, ਤੁਸੀਂ ਐਕਟਿੰਗ ਨੂੰ ਇੰਨਾ ਕਿਵੇਂ ਆਪਣੇ ਕਲੋਜ਼ਲੀ ਨਿਟ ਕੀਤਾ। ਕਹਿੰਦੇ ਮੈਂ ਕੋਸ਼ਿਸ਼ ਕਰਤਾ ਹੂੰ ਜੈਸਾ ਹੂੰ ਵੈਸਾ ਹੀ ਹੂੰ ਸਕਰੀਨ ਕੇ ਉੱਪਰ। ਯਾਦਾਸ਼ਤ ਬੜੀ ਉਹਨਾਂ ਦੀ, ਤੇ ਬੜੇ ਮਿਹਨਤ ਕਰਨ ਵਾਲੇ। ਤੇ ਕਦੇ ਸੋਚਿਆ ਨਹੀਂ ਸੀ ਉਹ ਇਸ ਤਰ੍ਹਾਂ ਚਲੇ ਜਾਣਗੇ, ਕੈਂਸਰ ਇਦਾਂ ਹੀ ਚਲੇ ਜਾਏਗਾ ਆਦਮੀ। ਗਏ ਸੀ, ਠੀਕ ਹੋ ਗਏ ਸੀ। ਮੈਂ ਕਿਹਾ ਚਲੋ ਯੂਵੀ ਵੀ ਠੀਕ ਹੋ ਕੇ ਆ ਗਿਆ, ਇਹ ਵੀ ਬੇਟਾ ਆਪਣਾ ਠੀਕ, ਭਰਾ ਹੈ ਵੱਡਾ, ਇਹ ਵੀ ਛੋਟਾ, ਇਹ ਵੀ ਠੀਕ ਹੋ ਜਾਏਗਾ। ਰਿਸ਼ੀ ਸਾਹਿਬ ਨੂੰ ਮੈਂ 2-3 ਵਾਰੀ
ਮੈਂ ਬਹੁਤ ਵਾਰੀ ਬੰਬੇ ਆਉਂਦੇ ਜਾਂਦੇ ਰਹੇ, ਜਦੋਂ ਬਹੁਤ ਵੱਡੇ ਸਟਾਰ ਸੀਗੇ ਉਹਨਾਂ ਨਾਲ ਮੁਲਾਕਾਤ ਹੋਈ। ਜਿੰਨੇ ਵੱਡੇ ਘਰ ਤੋਂ ਸੀਗੇ ਉਨੀ ਨਿਮਰਤਾ ਸੀ ਉਹਨਾਂ ਦੇ ਵਿੱਚ। ਲੱਗਦਾ ਸੀ ਪ੍ਰਿਥਵੀਰਾਜ ਕਪੂਰ ਦੇ ਪੋਤੇ ਹੈ, ਕਿਉਂਕਿ ਵੱਡੇ ਘਰ ਦੇ ਜਿਹੜੇ ਵੱਡੇ ਐਕਟਰ ਜਾਂ ਇੰਨੇ ਸ਼ੁਰੂ ਤੋਂ ਹੀ ਮਖਮਲਾਂ ਤੇ ਪੈਦਾ ਹੋਏ ਆ, ਬੌਰਨ ਦ ਗੋਲਡਨ ਸਪੂਨ, ਉਹਨਾਂ ਨਾਲ ਬੜਾ ਗੱਲਬਾਤ, ਕਿੱਦਾਂ ਆਪਣੇ ਆਪ ਨੂੰ ਉਹ ਇੰਸਟੈਂਟਲੀ ਫਟਾਫਟ ਸਵਿਚ ਆਨ ਸਵਿਚ ਆਫ ਕਰਦੇ ਸੀ। ਕਮਾਲ ਹੈ। ਉਹਨਾਂ ਦਾ ਗਾਣਾ ਇੱਕ ਚੱਲ ਰਿਹਾ ਸੀ ਕਰਜ਼ ਪਿਕਚਰ ਦਾ, ਮੈਨੂੰ ਯਾਦ ਹੈ, और वो शूटिंग कर रही थी तो आप कहते आप बैठ के देखिए, कोई बात नहीं। किसी 10 बारी आके पूछे आपने चाय पी, आपने कॉफी पी, मैं कहना जी ठीक है, मैं तो देखना चाहना हाउ इंस्टेंटली ही यूज्ड टू गेट इनटू दैट स्टेप एंड रिदम। तो कई बार डांस डायरेक्टर कहते थे, कहते ऋषि सर को तो ज्यादा बताने की जरूरत नहीं पड़ती, वो तो खुद ही इतने अच्छे नाचते हैं। सो आई थिंक ऑल दीज पीपल लेजेंड्स ने चले गए हैं। देखो भाजी ਜਿਹੜਾ ਇਸ ਦੁਨੀਆ ਚ ਆਇਆ, ਰੱਬ ਜਿਹਨੂੰ ਲੈ ਤਾਂ ਜਾਣਾ, ਉਹਦਾ ਆਪਣਾ ਇੱਕ ਟਾਈਮ ਲਿਖਿਆ ਹੋਇਆ। ਪਰ ਹਾਂ, ਦੁੱਖ ਜ਼ਰੂਰ ਹੁੰਦਾ ਹੈ ਜਦ ਇਹੋ ਜਿਹੇ ਇਨਸਾਨ ਚਲੇ ਜਾਂਦੇ ਨੇ। ਦਿਲ ਕਰਦਾ ਸਾਰੀ ਜ਼ਿੰਦਗੀ ਰਹਿਣ, ਇਹਨੂੰ 500 ਸਾਲ ਦੀ ਉਮਰ ਹੋਵੇ, ਇਹਨੂੰ ਸਾਰੀ ਜ਼ਿੰਦਗੀ ਦੇਖੀ ਜਾਈਏ। ਅਮਿਤਾਭ ਬੱਚਨ ਜੀ ਜਾਂ ਸਾਰੇ ਹੁਣ ਜਿਹੜੇ ਇੰਨੇ ਵੱਡੇ ਵੱਡੇ ਐਕਟਰਸ ਨੇ, ਧਰਮ ਭਾਜੀ, ਦਿਲ ਕਰਦਾ ਵੀ ਇਹ ਸਾਰੀ ਜ਼ਿੰਦਗੀ ਰਹਿਣ, ਐਟਲੀਸਟ ਸਾਡੇ ਜਾਣ ਤੋਂ ਬਾਅਦ ਹੀ ਜਾਣ, ਵੀ ਸਾਨੂੰ ਇਹਨਾਂ ਤਕਲੀਫ ਨਾ ਹੋਵੇ। ਦਰਦ, ਮੈਨੂੰ ਦੁੱਖ ਤਾਂ ਬਹੁਤ ਹੋਇਆ, ਮੈਂ ਰੋ ਵੀ ਪਿਆ ਉਦੋਂ। ਤੇ ਅਕਸਰ ਮੈਨੂੰ ਸਾਰੇ ਕਹਿੰਦੇ ਭਾਜੀ ਤੁਸੀਂ ਰੋਂਦੇ ਨਹੀਂ, ਅੱਜ ਕੀ ਹੋ ਗਿਆ? ਮੈਂ ਕਿਹਾ ਨਹੀਂ ਯਾਰ, ਇਨਸਾਨ ਇੰਨੀ ਛੇਤੀ ਨਹੀਂ ਜਾਣਾ ਚਾਹੀਦਾ, ਖੰਡਾ ਕੇ ਜਾਂਦਾ। ਐਡਾ ਵੱਡਾ ਕਲਾਕਾਰ ਸੀ, ਬਿਊਟੀਫੁਲ ਪੀਪਲ, ਜਿੱਡੇ ਵੱਡੇ ਆਰਟਿਸਟ ਰਹੇ ਨੇ, ਉਸ ਤੋਂ ਕਈ ਗੁਣਾ ਉਹ ਚੰਗੇ ਤੇ ਬਿਹਤਰ ਇਨਸਾਨ ਤੇ ਡਾਊਨ ਟੂ ਅਰਥ ਇਨਸਾਨ ਸੀ। ਕਿਆ ਬਾਤ ਹੈ, ਕੋਈ ਸ਼ੱਕ ਨਹੀਂ ਹੈ ਭਾਜੀ। ਹੁਣ ਨਾ ਤੁਸੀਂ ਇਹ ਗੱਲ ਕਰ ਰਹੇ ਸੀਗੇ, ਮੈਨੂੰ ਤੁਹਾਡੇ ਗੱਲ ਦੇ ਵਿੱਚੋਂ ਹੀ ਮੇਰੇ ਚੇਤੇ ਆਇਆ ਇਹ ਕਿ ਤੁਸੀਂ ਜਦੋਂ ਹੁਣ ਲਾਕਡਾਊਨ ਦੇ ਦੌਰਾਨ ਬਹੁਤ ਘੱਟ ਕੰਮ ਹੋ ਰਿਹਾ, ਹੁਣ ਤਾਂ ਇੰਟਰਵਿਊਜ਼ ਹੀ ਹੋ ਰਹੀਆਂ ਹੋਣਗੀਆਂ ਤੁਹਾਡੀਆਂ ਮੇਰੇ ਖਿਆਲ ਨਾਲ। ਹਾਂਜੀ, ਇੱਥੇ ਤਾਂ ਜਾ ਨਹੀਂ ਪਾਉਂਦੇ ਹੈਗੇ। ਤਾਂ ਆਪਣੇ ਆਪ ਦੇ ਨਾਲ ਸਮਾਂ ਬਿਤਾਉਣ ਦਾ ਬਹੁਤ ਜ਼ਿਆਦਾ ਮੌਕਾ ਮਿਲ ਰਿਹਾ, ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਵੀ ਕਹੀ ਸੀ। ਮੈਂ ਅਕਸਰ ਇਹ ਸੋਚਦਾ ਹੁੰਦਾ ਹੈ ਕਿ ਜਿਹੜੇ ਲੀਜੈਂਡਸ ਨੇ ਉਹਨਾਂ ਦੇ ਨਜ਼ਰੀਏ ਤੋਂ ਸਮਝਿਆ ਜਾਵੇ। ਜਿਵੇਂ ਤੁਸੀਂ ਕਮਲ ਹਸਨ ਸਾਹਿਬ ਦੀ ਗੱਲ ਕੀਤੀ, ਰਜਨੀਕਾਂਤ ਸਾਹਿਬ ਹੋਰਾਂ ਦੀ ਗੱਲ ਕੀਤੀ, ਉਹਨਾਂ ਨੂੰ ਤੁਸੀਂ ਫੋਲੋ ਕਰਕੇ ਦੇਖ ਕੇ ਕਿ ਉਹ ਕੀ ਸੋਚਦੇ ਨੇ, ਕਿਵੇਂ ਕਰਦੇ ਨੇ, ਹਨਾ, ਉਹ ਚੀਜ਼ਾਂ ਅਕਸਰ ਤੁਸੀਂ ਇਹ ਇੱਕ ਵਧੀਆ ਬੰਦੇ ਦੀ ਨਿਸ਼ਾਨੀ ਹੁੰਦੇ ਨੇ ਕਿ ਤੁਸੀਂ ਜਿੱਥੋਂ ਗ੍ਰੈਬ ਕਰ ਸਕਦੇ ਹੋ ਨੌਲੇਜ ਗ੍ਰੈਬ ਕਰ ਲਓ, ਹਨਾ। ਤਾਂ ਅਸੀਂ ਜਿਹੜੇ ਤੁਹਾਡੇ ਫੈਨ ਹੈ, ਅਸੀਂ ਤੁਹਾਡੇ ਤੋਂ ਸਿੱਖਣਾ ਚਾਹੁੰਦੇ ਹਾਂ ਜੀ ਕਿ ਜਦੋਂ ਤੁਸੀਂ ਇਕੱਲਤਾ ਦੇ ਵਿੱਚ ਹੁੰਦੇ ਹੋ, ਜਦੋਂ ਆਪਣੇ ਆਪ ਦੇ ਨਾਲ ਹੁੰਦੇ ਹੋ, ਯੁਵਰਾਜ ਸਿੰਘ ਇਕੱਲਾ ਹੁੰਦਾ, ਤਾਂ ਫਿਰ ਕੋਈ ਐਸੀ ਗੱਲਬਾਤ ਜਿਹੜੀ ਤੁਹਾਨੂੰ ਰਹਿ ਕੇ ਪਰੇਸ਼ਾਨ ਕਰਦੀ ਹੈ, ਜਾਂ ਕੋਈ ਐਸੀ ਗੱਲਬਾਤ ਜਿਹੜੀ ਤੁਸੀਂ ਅਕਸਰ ਸੋਚਦੇ ਰਹਿੰਦੇ ਹੋ ਤੇ ਉਸ ਚੀਜ਼ ਤੋਂ ਤੁਹਾਨੂੰ ਲੱਗਦਾ ਹੈ ਕਿ that is the bad part? ਮੈਨੂੰ ਭਾਜੀ ਬੇਸਿਕਲੀ ਸ਼ੁਰੂ ਤੋਂ ਨਾ ਇਕੱਲੇ ਰਹਿਣ ਦੀ ਬੜੀ ਆਦਤ ਹੈ। ਉਹ ਇਸ ਕਰਕੇ ਹੈ ਕਿ ਮੈਂ ਬੜਾ ਲੇਟ ਪੈਦਾ ਹੋਇਆ ਆਪਣੇ ਪਰਿਵਾਰ ਦੇ ਵਿੱਚ, ਹਾਲਾਂਕਿ ਰਿਸ਼ਤੇਦਾਰ ਵਗੈਰਾ ਸਾਰੇ ਸੀਗੇ, ਪਰ ਮੈਂ ਬੇਸਿਕਲੀ ਗੁਰੂ ਪੀਰਾਂ ਦੀ ਬਖਸ਼ਿਸ਼ ਨਾਲ, ਰਾੜੇ ਵਾਲੇ ਸੰਤ ਈਸਰ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਤਾਂ ਮੇਰੇ ਫਾਦਰ ਉਦੋਂ 72 ਸਾਲ ਦੇ ਸੀਗੇ ਜਦ ਮੈਂ ਪੈਦਾ ਹੋਇਆ। ਤੇ ਫਿਰ ਤਾਂ ਮਾਂ-ਬਾਪ ਦੇ ਘਰੇ ਪੈਦਾ ਹੋਣ ਦਾ ਇੱਕ ਨੁਕਸਾਨ ਵੀ ਹੋਇਆ ਤੇ ਇੱਕ ਉਹਦਾ ਫਾਇਦਾ ਵੀ ਹੋਇਆ ਕਿ ਮੈਨੂੰ ਇਕੱਲੇਪਣ ਦਾ ਬੜਾ ਅਹਿਸਾਸ ਤੇ ਮੈਨੂੰ ਰੱਬ ਨਾਲ ਜੁੜਨ ਦੀ ਬੜੀ ਤਾਂਘ ਰਹੀ। ਜੇ ਸੱਚ ਪੁੱਛੋ ਤਾਂ ਇਕੱਲਾ ਬੈਠ ਕੇ ਕਈ ਵਾਰੀ ਸੋਚਦਾ, ਮਨਾ ਜੀਵਨ ਬੜਾ ਖਰਾਬ ਕਰ ਲਿਆ ਤੂੰ, ਜੇ ਇੰਨਾ ਹੀ ਪੈਸ਼ਨ ਤੂੰ ਕ੍ਰਿਕਟ ਵਾਸਤੇ, ਐਕਟਿੰਗ ਵਾਸਤੇ, ਲੋਕਾਂ ਵਾਸਤੇ ਕੀਤਾ, ਜੇ ਕਿਤੇ ਤੂੰ ਇੰਨਾ ਨਾ ਜਪ ਲੈਂਦਾ ਤਾਂ ਹੁਣ ਨੂੰ ਤਾਂ ਰੱਬ ਦੇ ਤੈਨੂੰ ਦਰਸ਼ਨ ਹੋ ਜਾਂਦੇ। ਮੈਨੂੰ ਅੱਜ ਵੀ ਤੁਸੀਂ ਯਕੀਨ ਕਰਨਾ, ਇਕੱਲਾ ਬੈਠਦਾ ਤੇ ਮੈਂ ਨਾ ਰੋ ਪੈਂਦਾ। ਮੈਂ ਇਸ ਆਪਣੇ ਆਵਾਮ ਦੇ ਸਾਹਮਣੇ ਝੂਠ ਨਹੀਂ ਬੋਲਦਾ। ਮੈਂ ਕਦੇ ਕਮਰੇ ਜਾਣਾ, ਕੁੰਡੀ ਲੈਣਾ ਤੇ ਮੈਂ ਜਦ ਰੱਬ ਦੀ ਬਾਣੀ ਸੁਣਦਾ, ਰੱਬ ਦਾ ਨਾਂ ਜਪਦਾ, ਮੈਂ ਹਮੇਸ਼ਾ ਮੇਰੀ ਅੱਖ 'ਚੋਂ ਅਥਰੂ ਆ ਜਾਂਦੇ ਨੇ ਤੇ ਮੈਨੂੰ ਇੰਨਾ ਕੁ ਪਛਤਾਵਾ ਰਹਿੰਦਾ ਕਿ ਮਹਾਰਾਜ ਮੈਂ ਚਾਹਿਆ ਬਚਪਨ ਤੋਂ ਇੱਕ ਚੀਜ਼ ਕਿ ਮੈਂ 24 ਘੰਟੇ ਤੇਰੇ ਲੜ ਰੱਖ ਕੇ ਰਹਾਂ। ਮੈਂ ਕਈ ਵਾਰੀ ਸਵਾਲ, ਤਾਲਾ ਸਾਹਿਬ ਬਾਬਾ ਜੀ ਉੱਥੇ ਸੇਵਾ ਕਰਾਉਂਦੇ ਆ ਤੇ ਦਰਸ਼ਨ ਸਿੰਘ ਜੀ, ਮੈਂ ਇੱਕ ਦਿਨ ਉਹਨਾਂ ਕੋਲ ਬੈਠਾ ਸੀ ਤੇ ਉਹ ਮੈਨੂੰ ਬਹੁਤ ਪਿਆਰ ਕਰਦੇ, ਮੈਨੂੰ ਗੁਰੂ ਘਰ ਦਾ ਬੱਚਾ ਹੀ ਕਹਿੰਦੇ ਬਾਬਾ ਦੀਪ ਸਿੰਘ ਦਾ ਬੇਟਾ, ਸਾਡਾ ਬੇਟਾ ਆ ਗਿਆ। ਤੇ ਮੈਂ ਬੈਠ ਕੇ ਤੇ ਮੈਂ ਰੋਣ ਲੱਗ ਗਿਆ। ਮੈਂ ਕਿਹਾ ਬਾਬਾ ਜੀ, ਮੈਂ ਨਾ ਰੱਬ ਵੱਲ ਮੇਰਾ ਧਿਆਨ ਇੰਨਾ ਕਿਉਂ ਨਹੀਂ ਬਣ ਜਾਂਦਾ ਜਿਵੇਂ ਮਹਾਂਪੁਰਸ਼ਾਂ ਦੇ ਰਹੇ ਆ? ਮੈਂ ਕਿਉਂ ਨਹੀਂ 24 ਘੰਟੇ ਜਪ ਸਕਦਾ? ਉਹ ਮੈਨੂੰ ਗੱਲ ਲਾ ਕੇ ਕਹਿੰਦੇ, ਮੈਨੂੰ ਕੜਾ ਪਵਾਇਆ ਉਹਨਾਂ ਨੇ ਤੇ ਉਹ ਮੈਨੂੰ ਕਹਿਣ ਲੱਗੇ ਵੀ ਤੂੰ ਬਹੁਤ ਗੁਰੂ ਘਰ ਨੂੰ ਮੰਨਦਾ, ਤੂੰ ਬਹੁਤ ਗੁਰੂ ਘਰ ਦੀ ਸੇਵਾ ਕਰਦਾ, ਤੂੰ 24 ਘੰਟੇ ਜਦ ਵੀ ਤੇਰੀ ਇੰਟਰਵਿਊ ਜਦ ਵੀ ਸੁਣੋ ਤੇਰੇ ਮੂੰਹ ਤੇ ਬਾਬਾ ਜੀ ਦਾ ਨਾਂ, ਗੁਰੂ ਘਰ ਦਾ ਨਾਂ, ਗੁਰੂ ਘਰ ਦਾ ਕੂਕਰ ਰਹਿੰਦਾ। ਇਹ ਵੀ ਇੱਕ ਜਾਪ ਹੈ, ਇਹ ਵੀ ਇੱਕ ਰੱਬ ਨੂੰ ਬਹੁਤ ਚੀਜ਼ ਭਾਉਂਦੀ ਹੈ ਕਿ ਮੇਰਾ ਬੱਚਾ ਕਿੰਨਾ ਨਿਮਰਤਾ ਨਾਲ ਰਹਿੰਦਾ। ਸੋ ਹਮੇਸ਼ਾ ਹੀ ਜਦ ਮੈਂ ਇਕੱਲਾ ਬੈਠਦਾ, ਮੈਂ ਕਈ ਵਾਰੀ ਚੰਗੀ ਭਲੀ ਮਹਿਫਿਲ ਲੱਗੀ ਹੁੰਦੀ ਹੈ, ਘਰਦਿਆਂ ਦੀ ਛੱਡ ਕੇ ਚਲਾ ਜਾਂਦਾ ਗੱਡੀ ਸਟਾਰਟ ਕਰਕੇ। ਸ਼ੁਰੂ ਤੋਂ ਮੇਰੀ ਆਦਤ ਰਹੀ ਹੈ ਕਿ ਮੈਨੂੰ ਇਹ ਹਮੇਸ਼ਾ ਹੀ ਪਛਤਾਵਾ ਰਿਹਾ, ਪਤਾ ਨਹੀਂ ਕਿੱਥੇ ਤੱਕ ਰੱਬ ਮੈਨੂੰ ਪ੍ਰਵਾਨ ਕਰੂਗਾ
ਕਿ ਮੈਂ ਜਿੰਨੀ ਮਿਹਨਤ ਸਾਰੇ ਖੇਤਰਾਂ 'ਚ ਕੀਤੀ, ਇੰਨੀ ਮਿਹਨਤ ਮੈਂ ਰੱਬ ਦੇ ਜਾਪ 'ਚ ਕਰਨਾ ਚਾਹੁੰਦਾ, ਜਿੱਥੇ 24 ਘੰਟੇ ਮੈਂ ਲੀਨ ਹੋ ਕੇ ਜਦ ਜਾਵਾਂ ਤਾਂ ਖੁਦਾ ਦੀ ਯਾਦ ਹੀ ਮੇਰੇ ਕੋਲ ਰਹਿ ਜੇ। ਮੈਨੂੰ ਆਹ ਚੀਜ਼ਾਂ ਜਿਹੜੀਆਂ ਡਿਸਟਰਬ ਬਹੁਤ ਕਰਦੀਆਂ ਬੇਸਿਕਲੀ, ਮੈਂ ਬਹੁਤ ਓਨੈਸਟ ਗੱਲ ਕਰਦਾ, ਪਰ ਮੈਂ ਕਰ ਨਹੀਂ ਕੁਝ ਸਕਦਾ ਕਿਉਂਕਿ ਮੇਰੇ ਫਰਜ਼ ਨੇ, ਮੈਂ ਆਪਣੇ ਫਰਜ਼ ਛੱਡ ਕੇ ਤੇ ਭੱਜ ਨਹੀਂ ਸਕਦਾ। ਔਰ ਮੈਂ ਜਾਊਂਗਾ ਤਾਂ ਰੱਬ ਮੈਨੂੰ ਪ੍ਰਵਾਨ ਨਹੀਂ ਕਰੂਗਾ। ਮੈਂ ਫਰਜ਼ਾਂ ਦੇ ਵਿੱਚ ਰਹਿ ਕੇ ਬਹੁਤ ਬਹੁਤ ਅਟੂਟ ਕੋਸ਼ਿਸ਼ ਕਰਦਾ ਕਿ ਮੇਰਾ ਧਿਆਨ ਜਿਹੜਾ ਹੈ ਉਹ ਰੱਬ ਵੱਲ ਰਵੇ। ਜਦ ਇਕੱਲਾ ਬੈਠਦਾ ਨਾ, ਤੁਸੀਂ ਬਲੀਵ ਕਰਨਾ ਕਿ ਜੇ ਮੈਨੂੰ ਨੀਂਦ ਨਹੀਂ ਆਉਂਦੀ 5-5 6-6 ਘੰਟੇ ਇਕੱਲੇ ਬੈਠੇ ਨੇ, ਤਾਂ ਮੇਰੇ ਨੀਂਹ ਅੱਖਾਂ ਚੋਂ ਵਗਦਾ ਰਹਿੰਦਾ ਹੈ। ਹੁਣ ਵੀ ਮੇਰਾ ਮਨ ਭਰਿਆ ਕਿ ਮੈਂ ਗੁਰੂ ਮੈਨੂੰ ਇੰਨਾ ਆਪਣੇ ਨਾਲ ਜੋੜ ਲੈ, ਇੰਨਾ ਕੁ ਮੈਨੂੰ ਆਪਣੇ ਨਾਲ ਜੋੜ ਲੈ ਵੀ ਮੈਂ ਵੀ ਜਦ ਜਾਵਾਂ ਤੇ ਬਹੁਤ ਵੱਡੀ ਰੌਸ਼ਨੀ ਹੋਵੇ ਤੇ ਤੂੰ ਮੈਨੂੰ ਲੈਣ ਆਵੇ, ਤੇਰੇ ਦਰਸ਼ਨ ਹੋ ਜਾਣ। ਬਸ ਇਹੀ ਮੇਰੀ ਜੀ ਇਕੱਲੇਪਨ ਦੀ ਸ਼ੁਰੂ ਤੋਂ, ਬਚਪਨ ਤੋਂ ਲੈ ਕੇ ਹੁਣ ਤੱਕ ਇਹੀ ਚੀਜ਼ ਰਹੀ ਹੈ। ਕਈ ਵਾਰੀ ਮੇਰੀ ਮਾਂ ਨੇ ਕਹਿਣਾ, ਉਹ ਕੱਪੜੇ ਕਿੱਥੇ ਦੇਤੇ, ਫਰੰਟ ਵਾਲਾ ਕੱਛਾ ਕੱਲਾ ਪਾ ਗਿਆ, ਚੰਗਾ ਭਲਾ ਤੈਨੂੰ ਪਾ ਕੇ ਤੋਰਿਆ ਸੀ। ਮੈਂ ਕਿਹਾ ਮਾਤਾ ਜੀ, ਉੱਥੇ ਕੋਈ ਵਿਚਾਰਾ ਗਰੀਬ ਬੱਚਾ ਮਿਲਿਆ ਸੀ, ਨੰਗਾ ਸੀ, ਮੈਂ ਉਹਨੂੰ ਕੱਪੜੇ ਦੇ ਆਇਆ। ਸਾਡੇ ਘਰੇ ਸ਼ੁਰੂ ਤੋਂ ਫਕੀਰ ਆਉਂਦੇ ਜਾਂਦੇ, ਰੋਟੀ ਰੱਟੀ ਖਾਂਦੇ। ਮੈਨੂੰ ਇੱਕ ਬੜੀ ਸਿੰਪਲ ਲਾਈਫ, ਲਵੇਬਲ ਲਾਈਫ, ਪਿਆਰ ਭਰੀ ਲਾਈਫ ਤੇ ਉਸ ਖੁਦਾ ਦੇ ਨਾਮ ਨਾਲ ਜੁੜਨ ਦੀ ਬੜੀ ਤਾਂਘ ਰਹਿੰਦੀ ਹੈ ਇਕੱਲੇਪਨ ਦੇ ਵਿੱਚ, ਰਾਈਟ ਫਰੋਮ ਦੀ ਬਿਗਨਿੰਗ। ਅੱਜ ਵੀ ਮੈਂ ਕਿਹਾ ਕੋਈ ਐਸਾ ਟਾਈਮ ਨਾ ਖੁੰਮ ਜਾਏ ਕਿ ਮੈਂ ਜ਼ਿੰਦਗੀ ਮੈਂ ਕਿਤੇ ਫਸਿਆ ਹੋਰ ਹੋਵਾਂ ਤੇ ਮੇਰੀ ਮੌਤ ਹੋ ਜਾਏ ਤੇ ਫਿਰ ਮੈਨੂੰ ਜ਼ਰੂਰ ਭੁਗਤਣੀ ਪਵੇ। ਇਸ ਚੀਜ਼ ਤੋਂ ਮੈਂ ਬਹੁਤ ਡਰਦਾ ਸੀ, ਕੋਸ਼ਿਸ਼ ਕਰਾਂ। ਕਿਆ ਬਾਤ। ਇੱਕ ਨਾ ਕਹਿੰਦੇ ਹੁੰਦੇ ਆ ਭਾਜੀ ਕਿ ਬੰਦਾ ਰੱਬ ਤੋਂ, ਪਿੰਡ ਤੋਂ ਤੇ ਆਪਣੀ ਮਾਂ ਤੋਂ ਕਦੇ ਨਹੀਂ ਟੁੱਟ ਸਕਦਾ, ਹਨਾ, ਹਮੇਸ਼ਾ ਉੱਥੇ ਜੁੜਿਆ ਹੀ ਰਹਿੰਦਾ ਜੀ। ਇਹ ਜੁੜਤ ਹੋਣੀ ਵੀ ਚਾਹੀਦੀ ਹੈ ਖੈਰ। ਔਰ ਕਰੈਕਟ ਮੀ ਇਫ ਆਈ ਐਮ ਰੋਂਗ, ਮੇਰੇ ਖਿਆਲ ਨਾਲ ਤੁਹਾਡਾ ਪਿੰਡ ਦਰਾਹੇ ਲਾਗੇ ਕਨੇਜ? ਹਾਂਜੀ ਹਾਂਜੀ, ਦਰਾਹੇ ਦੇ ਕੋਲ ਕਨੇਜ ਪਿੰਡ ਹੈ। ਹਾਂਜੀ ਹਾਂਜੀ ਹਾਂਜੀ। ਪਿੰਡ ਦੀ ਯਾਦ ਕੋਈ, ਤੇ ਪਿੰਡ ਦੇ ਹੁਣ ਕਦੇ ਸੋਚਦੇ ਹੋ ਲਾਕਡਾਊਨ 'ਚ ਵੀ ਹੁਣ ਖੁੱਲਿਆ ਤਾਂ ਇੱਕ ਵਾਰ ਜਾਣਾ ਫਿਰ ਪਿੰਡ, ਇੱਕ ਵਾਰ ਫਿਰ ਉਹੀ ਯਾਦਾਂ ਤਾਜ਼ਾ ਕਰਨੀਆਂ? ਸਾਡੀ ਬਦਨਸੀਬੀ ਸਾਡੇ ਪਿੰਡ ਦੀ ਇਹ ਹੈ ਜੀ ਕਿ ਜਿੰਨੇ ਵੀ ਸਾਡੇ ਚਾਚੇ ਤਾਇਆਂ ਦੇ ਬੱਚੇ ਸੀ ਜਾਂ ਆਪ ਸੀ, ਉਹ ਸਾਰੇ ਪਿੰਡ ਛੱਡ ਕੇ ਕੋਈ ਕੈਨੇਡਾ ਚਲਾ ਗਿਆ, ਕੋਈ ਅਮਰੀਕਾ ਚਲਾ ਗਿਆ, ਵੱਡੀਆਂ ਵੱਡੀਆਂ ਕੋਠੀਆਂ ਪਿੱਛੇ ਛੱਡ ਗਏ, ਜ਼ਮੀਨਾਂ ਛੱਡ ਗਏ। ਪਹਿਲੀ ਗੱਲ ਤਾਂ ਮੈਂ ਸੋਚਿਆ ਵੀ ਸਾਰਿਆਂ ਨੂੰ ਜਾਣ ਦੀ ਕੀ ਲੋੜ ਸੀ। ਹੁਣ ਕਈ ਵਾਰੀ ਪਿੰਡ ਜਾਈਦਾ, ਲੱਗਦਾ ਜਿਵੇਂ ਪਤਾ ਨਹੀਂ ਆਪਦਾ ਪਿੰਡ ਨਹੀਂ, ਕੋਈ ਬਗਾਨੇ ਥਾਂ ਆ ਗਏ ਆ, ਕਿਉਂਕਿ ਉੱਥੋਂ ਦੇ ਲੋਕ ਬਦਲ ਗਏ, ਉੱਥੋਂ ਦੀਆਂ ਚੀਜ਼ਾਂ ਬਦਲ ਗਈਆਂ। ਇੱਕ ਜਗ੍ਹਾ ਜ਼ਰੂਰ ਮੇਰੇ ਪਿਤਾ ਜੀ ਦਾ ਪੁਰਾਣਾ ਘਰ, ਜਿਹਦੀ ਯਾਦ ਹਮੇਸ਼ਾ ਮੇਰੇ ਦਿਲ 'ਚ ਰਹਿੰਦੀ ਹੈ ਜੀ। ਤੇ ਉੱਥੇ ਸਾਡੇ ਇੱਕ ਰੇਲਵੇ ਫਾਟਕ ਦੇ ਕੋਲ ਸਮਾਧਾਂ ਬਣਾਈਆਂ ਹੋਈਆਂ ਬਜ਼ੁਰਗਾਂ ਦੀਆਂ, ਜਿੱਥੇ ਮੈਂ ਜ਼ਰੂਰ ਜਾ ਕੇ ਮੱਥਾ ਟੇਕਦਾ, ਬੱਚੇ ਵੀ ਜਾਂਦੇ ਆ। ਤੇ ਉਹ ਪਿੰਡ ਦੀ ਯਾਦ ਇਹੋ ਜਿਹੀ ਹੈ ਕਿ ਜਦ ਵੜੀ ਦਾ ਪਿੰਡ ਦੇ ਵਿੱਚ ਤੇ ਫਿਰ ਅੱਖ ਚੋਂ ਅਥਰੂ ਜਾਂਦੇ ਨੇ ਦੇਖ ਦੇਖ ਕੇ ਘਰ। ਇੱਥੇ ਬਾਬਾ ਜੀ ਹੁੰਦੇ ਸੀ, ਇੱਥੇ ਪਿਤਾ ਜੀ ਹੁੰਦੇ ਸੀ, ਇੱਥੇ ਤਾਇਆ ਜੀ ਹੁੰਦੇ ਸੀ, ਭਰਜਾਈਆਂ ਹੁੰਦੀਆਂ ਸੀ, ਇੱਥੇ ਬੱਚੇ ਸੀ, ਖੇਡਦੇ ਹੁੰਦੇ ਸੀ ਗਲੀਆਂ ਦੇ ਵਿੱਚ। ਪਿੰਡਾਂ 'ਚ ਬੜਾ ਪਿਆਰ ਸੀ। ਬੜੀ ਕਮਾਲ ਦੀ ਪਿੰਡ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ। ਮੈਂ ਕੋਈ ਛੋਟਾ ਜਿਹਾ ਸੀ, 12-13 ਸਾਲ ਦਾ, ਤੇ ਮੈਨੂੰ ਨਾ ਜਿਹੜੀ ਮਾਤਾ ਨੇ ਮਿਲਣਾ, ਉਹਨੇ ਕਹਿਣਾ ਡਿੰਪਲ, ਡਿੰਪਲ ਵਾਲਾ ਛੋਟਾ ਨਾਮ ਹੈ, ਮੈਂ ਪੁੱਤ ਤੈਨੂੰ ਆਪਣੀ ਛਾਤੀ ਦੁੱਧ ਪਿਆਇਆ। ਦੂਜੀ ਮਾਂ ਕੋਲ ਜਾਣਾ, ਮੈਂ ਵੀ ਤੈਨੂੰ ਆਪਣੀ ਛਾਤੀ ਦੁੱਧ ਪਿਆਇਆ, ਤੂੰ ਸਾਡਾ ਬੱਚਾ ਬੜਾ ਲੇਟ ਹੋਇਆ। ਮੈਂ ਆਪਣੀ ਮਾਂ ਨੂੰ ਇੱਕ ਦਿਨ ਆ ਕੇ ਪੁੱਛਿਆ, ਮੈਂ ਕਿਹਾ ਮਾਤਾ ਜੀ, ਇਹ ਪਿਤਾ ਜੀ ਦੀਆਂ ਕਿੰਨੀਆਂ ਕੁ ਬੀਵੀਆਂ ਨੇ, ਕਿੰਨੀਆਂ ਕੁ ਮਾਵਾਂ ਮੇਰੀਆਂ? ਮੇਰੇ ਮਾਤਾ ਜੀ ਏਦਾਂ ਹੀ ਹੱਸ ਪਏ ਜਿਵੇਂ ਤੁਸੀਂ ਹੱਸਿਓ। ਕਹਿੰਦੇ ਉਹ ਬੇਟਾ ਇਹ ਗੱਲ ਨਹੀਂ, ਤੂੰ ਛੋਟਾ ਸੀ, ਤੈਨੂੰ ਹਰੇਕ ਹੀ ਗੋਦੀ ਚੱਕ ਲੈਂਦਾ ਸੀ, ਤੇ ਪੁਰਾਣੀਆਂ ਜਿਹੜੀਆਂ ਬਜ਼ੁਰਗਣੀਆਂ ਸੀ, ਉਹ ਜਦ ਤੂੰ ਭੁੱਖ ਲੱਗਦੀ ਸੀ, ਉਹ ਨੈਚੁਰਲੀ ਆਪਣੇ ਦੁੱਧ ਪਿਆ ਦਿੰਦੀਆਂ ਸੀ। ਸੋ ਉਹ ਏਦਾਂ ਦਾ ਪਿਆਰ ਪਿੰਡ ਦਾ ਜੀ, ਮੈਂ ਤੁਹਾਨੂੰ ਕੀ ਦੱਸਾਂ। ਕੋਈ ਲੌਟਾ ਦੇ ਮੇਰੇ ਬੀਤੇ ਹੋਏ ਦਿਨ। ਮੈਂ ਜੇ ਕਈ ਅੱਜ ਸੋਚਦਾ ਮੈਂ ਪਿੰਡ ਦੇ ਵਿੱਚ ਹੀ ਰਹਿੰਦਾ ਹੁੰਦਾ, ਉੱਥੇ ਬਾਪੂ ਜੀ ਦੇ ਘਰ 'ਚ ਰਹਿੰਦਾ ਹੁੰਦਾ, ਤੇ ਸਾਡੇ ਤਾਂ ਇਹੋ ਜਿਹੇ ਕਮਲੇ ਰਿਸ਼ਤੇਦਾਰ ਨੇ, ਸਾਡੇ ਭੈਣ ਭਰਾ ਜਿਹੜੇ ਬਾਹਰ ਵੱਸਦੇ ਨੇ, ਉਹ ਉਹਨਾਂ ਨੂੰ ਜੇ ਮੈਂ ਕਿਹਾ ਭਾਈ ਮੈਨੂੰ ਤੁਸੀਂ ਘਰ ਦੇ ਦਿਓ ਰਹਿਣ ਨੂੰ, ਮੈਂ ਪਿੰਡ 'ਚ ਰਹਿਣਾ ਚਾਹੁੰਦਾ, ਉਹਨਾਂ ਨੂੰ ਐ ਲੱਗਦਾ ਪਤਾ ਨਹੀਂ ਕਿਤੇ ਦੱਬ ਹੀ ਨਾ ਲਵੇ। ਅੱਜ ਤਾਂ ਉਹਨਾਂ ਦੀ ਸੋਚ ਹੈ ਇਹਨਾਂ ਸਾਰਿਆਂ ਦੀ, ਹੈ ਜੀ। ਇਹਨਾਂ ਨੂੰ ਕੌਣ ਸਮਝਾਵੇ? ਉੱਥੇ ਬਗਾਨੇ ਲੋਕ ਰਹਿ ਕੇ ਬੀੜੀਆਂ ਸਿਗਰਟਾਂ ਲੋਕੀ ਪੀਂਦੇ ਨੇ, ਜਿੱਥੇ ਵੱਡੇ ਵੱਡੇ ਸਰਦਾਰ ਰਹਿੰਦੇ ਹੁੰਦੇ ਸੀ। ਉਹ ਆਪਣੇ ਭਰਾ ਨੂੰ ਨਹੀਂ ਕਹਿੰਦੇ ਵੀ ਭਾਈ ਤੂੰ ਘਰ 'ਚ ਲੈ ਲੈ। ਇੱਕ ਵਾਰੀ ਮੈਂ ਘਰੇ ਚਲਾ ਗਿਆ, ਯੂਵੀ ਨੇ 6 ਛੱਕੇ ਮਾਰੇ, ਮੈਂ ਤੁਹਾਨੂੰ ਇਹਨਾਂ ਦੀ ਅਕਲ ਦੱਸਦਾ। ਤੇ ਉੱਥੇ ਮੈਂ ਘਰੇ ਚਲਾ ਗਿਆ, ਮੈਂ ਕਿਹਾ ਇੱਥੇ ਮੈਂ ਬਣਾਉਂਗਾ, ਵਿਕਤਾ ਬਣਾਉਂਗਾ, ਇੱਥੇ ਮੈਂ ਟ੍ਰੇਨਿੰਗ ਦਊਂਗਾ ਬੱਚਿਆਂ ਨੂੰ। ਉਹਨਾਂ ਨੇ ਤੇ ਕਦੇ ਐਸਐਸਪੀ ਨੂੰ ਫੋਨ ਕਰ, ਥਾਣੇਦਾਰ ਨੂੰ ਫੋਨ ਕਰ, ਭਾਈ ਯੋਗਰਾਜ ਨੇ ਸਾਡਾ ਘਰ ਕਬਜ਼ੇ 'ਚ ਲੈ ਲਿਆ ਜੀ, ਦੱਬ ਲਿਆ ਜੀ, ਫਲਾਨਾ ਹੋ ਗਿਆ ਜੀ। ਉੱਥੇ ਦੇ ਜਿਹੜੇ ਲਾਗੀ ਲੂਗੀ ਉਹਨਾਂ ਨੇ ਰੱਖੇ ਹੋਏ ਆ, ਉਹਨਾਂ ਨੇ ਟੈਲੀਫੋਨ ਕਰਤਾ। ਤੇ ਉਹ ਆਹ ਤਾਂ ਹੁਣ ਪਿੰਡ ਦਾ ਹਾਲ ਹੈ। ਲੇਕਿਨ ਫਿਰ ਵੀ ਮੇਰਾ ਅੱਜ ਵੀ ਦਿਲ ਹੈ ਵੀ ਮੈਨੂੰ ਇਹਨਾਂ 'ਚ ਕੋਈ ਜੇ ਕਹਿ ਦੇਵੇ ਭਾਈ ਤੂੰ ਆਪਦੇ ਬਾਪੂ ਜੀ ਦਾ ਘਰ ਲੈ ਲੈ, ਤਾਂ ਮੈਂ ਉੱਥੇ ਜਾ ਕੇ ਆਪਦਾ ਜੀਵਨ ਜਿਹੜਾ ਹੈ ਉਹ ਰਹਿੰਦੇ ਦਮ ਤੱਕ ਉੱਥੇ ਰਹਿਣਾ ਚਾਹੁੰਦਾ। ਪਿੰਡ ਨਾਲ ਮੇਰਾ ਬਹੁਤ ਲਗਾਵ ਹੈ। ਪਰ ਉਹ ਗੱਲਾਂ ਹੁਣ ਭਾਜੀ ਪਿੰਡਾਂ ਵਾਲੀਆਂ ਰਹਿ ਨਹੀਂ ਗਈਆਂ। ਕਿਹਦੇ ਨਾਲ ਜਾ ਕੇ ਬੋਰਡ ਨਾਲ ਗੱਲ ਕਰਨ ਲੱਗ ਜਾਈਦਾ, ਵੱਡਾ ਸਾਰਾ ਦਰਖਤ ਪੁਰਾਣਾ, ਉਹਨੂੰ ਪੁੱਛਣ ਲੱਗ ਜਾਈਦਾ ਭਾਈ ਕਿੱਥੇ ਗਏ ਸਾਰੇ। ਸੋ ਸਮਾਧਾਂ ਕੋਲ ਬੈਠ ਕੇ ਪੁੱਛੀਦਾ ਬਜ਼ੁਰਗਾਂ ਨੂੰ ਵੀ ਮੈਂ ਤਾਂ ਸੋਚਿਆ ਸੀ ਆਪਾਂ ਇਕੱਠੇ ਰਹਾਂਗੇ, ਇਕੱਠੇ ਜੀਵਨ ਬਿਤਾ ਦਿਆਂਗੇ, ਤੇ ਬਾਹਰ ਜਾ ਕੇ ਸਰਦਾਰਾਂ ਨੇ
ਆਪਦੇ ਉੱਥੇ ਟੈਕਸੀਆਂ ਚਲਾ ਲਈਆਂ, ਤਮਾਮ ਕੰਮ ਕਰ ਲਏ, ਲੇਕਿਨ ਇੱਥੇ ਤੇ ਸਰਦਾਰੀ ਛੱਡ ਕੇ ਉਹ ਪਿੰਡ ਇੰਨਾ ਕੁ ਸੁਣਨਾ ਪਿਆ ਕਿ ਜਿਹਨੂੰ ਦੇਖ ਕੇ ਰੋਣਾ। ਕਿਆ ਬਾਤ ਹੈ। ਇਹ ਵੀ ਇੱਕ ਕਾਰਨ ਹੈ ਭਾਜੀ, ਮੈਨੂੰ ਨਾ ਜਿਹੜਾ ਤੁਹਾਡੇ ਨਾਲ ਗੱਲ ਕਰਦਾ ਬੜੀ ਆਪਣਤ ਜੀ ਮਹਿਸੂਸ ਹੁੰਦੀ ਹੈ। ਇੱਕ ਤਾਂ ਆਪਣੇ ਪਿੰਡ ਲਾਗੇ ਲਾਗੇ, ਮੈਂ ਸ਼ਾਇਦ ਤੁਹਾਨੂੰ ਪਤਾ ਨਹੀਂ ਦੱਸਿਆ ਕਿ ਨਹੀਂ ਦੱਸਿਆ, ਤੁਸੀਂ ਦਰਾਹੇ ਤੋਂ, ਮੈਂ ਖੰਨੇ ਤੋਂ, ਤੇ ਦੂਸਰਾ ਮੇਰੀ ਡੇਟ ਆਫ ਬਰਥ ਵੀ ਯੁਵਰਾਜ ਦੇ ਨਾਲ ਸ਼ੇਅਰ ਹੁੰਦੀ ਹੈ ਜੀ, 12 ਦਸੰਬਰ। ਵਾਹ ਜੀ ਵਾਹ ਜੀ ਵਾਹ ਜੀ ਵਾਹ। ਤੇ ਉਹ ਥੋੜੀ ਆਪਣਤ ਜੀ ਲੱਗਦੀ। ਇਟਸ ਅ ਗ੍ਰੇਟ ਥਿੰਗ ਫॉर ਮੀ, ਗॉड ਬlesਸ ਯੂ। ਥੈਂਕ ਯੂ ਭਾਜੀ। ਪਰ ਇੱਥੇ ਮੈਂ ਇਹ ਸਵਾਲ ਨਹੀਂ ਸੀ ਪੁੱਛਣਾ ਚਾਹੁੰਦਾ, ਪਰ ਕਿਉਂਕਿ ਬਹੁਤ ਵਾਰ ਤੁਸੀਂ ਇਸ ਬਾਰੇ ਗੱਲ ਕਰਤੀ ਹੋਣੀ ਹੈ, ਪਰ ਇਸ ਵਕਤ ਰੇਡੀਓ ਹਾਂਜੀ ਦੇ ਐਕਸਕਲੂਸਿਵਲੀ ਲੋਕ ਤੁਹਾਡੇ ਤੋਂ ਬਾਰ-ਬਾਰ ਪੁੱਛ ਰਹੇ ਨੇ ਜੀ। ਤੇ ਆ ਹੁਣ ਤੁਸੀਂ ਯੁਵਰਾਜ ਦੇ 6 ਸਿਕਸਿਸ ਦੀ ਗੱਲ ਕੀਤੀ ਸੀਗੀ, ਇੱਕ ਰਿਐਕਸ਼ਨ ਦੱਸ ਦਿਓ, ਤੁਹਾਡਾ ਰਿਐਕਸ਼ਨ ਕੀ ਸੀ ਜਿਵੇਂ ਤੁਹਾਨੂੰ ਪਤਾ ਲੱਗਿਆ? ਕੀ ਰਿਐਕਸ਼ਨ ਸੀਗਾ? ਮੈਂ ਸ਼ੂਟਿੰਗ ਤੇ ਗਿਆ ਹੋਇਆ ਸੀ ਤੇ ਮੈਨੂੰ ਪਤਾ ਵੀ ਕੁਝ ਨਹੀਂ ਸੀ। ਜਦ ਸਾਡਾ ਪੈਕਅਪ ਹੋਇਆ ਕੋਈ 8 ਵਜ ਗਏ ਸੀ, 8, 8:30, ਤੇ ਸਡਨਲੀ ਬੜੀ ਹਲਚਲ ਹੋਈ ਤੇ ਮੈਨੂੰ ਲੋਕਾਂ ਨੇ ਆ ਕੇ ਵਧਾਈ ਹੋਵੇ। ਮੈਨੂੰ ਸਮਝ ਨਾ ਵੀ ਗੱਲ ਕੀ ਹੋਈ ਹੈ। ਮੈਂ ਚਲੋ ਗੱਡੀ ਚੱਕੀ ਉੱਥੋਂ ਤੇ ਮੈਂ ਚੰਡੀਗੜ੍ਹ ਆ ਗਿਆ। ਜਦ ਮੈਂ ਚੰਡੀਗੜ੍ਹ ਦੇ ਬੈਰੀਅਰ ਤੋਂ ਨਿਕਲਿਆ ਤਾਂ ਬੜਾ ਕਰਾਊਡ, ਬੜਾ ਉੱਥੇ ਪਟਾਕੇ ਚੱਲ ਰਹੇ ਜੀ, ਵਾਹ ਦੀਵਾਲੀ ਮਚ ਰਹੀ। ਮੈਂ ਆਪਦੇ ਘਰੇ ਚਲਾ ਗਿਆ। ਘਰੇ ਮੇਰੀ ਸਾਰੇ ਸੀਗੇ, ਮਾਤਾ ਜੀ ਵਗੈਰਾ, ਐਵਰੀਬਡੀ। ਉਹ ਮੈਂ ਇੰਨਾ ਇਕੱਠ ਹੋ ਗਿਆ, ਮੈਨੂੰ ਕੁਝ ਸਮਝ ਨਹੀਂ ਹੋਇਆ ਕੀ ਹੈ। ਪ੍ਰੈਸ ਖੜੀ। ਮੈਂ ਕਿਹਾ ਵੀ ਸੁੱਖਤਾ ਹੈ, ਕੀ ਹੋਇਆ? ਕਹਿੰਦੇ ਜੀ ਅੱਜ ਤੱਕ ਕਮਾਲ ਹੋ ਗਈ। ਮੈਂ ਕੀ ਹੋਇਆ? ਵੀ ਆਪਣੇ ਯੂਵੀ ਨੇ 6 ਛਿੱਕੇ ਮਾਰਤੇ। ਤੇ ਮੈਨੂੰ ਖੁਸ਼ੀ ਵੀ ਬੜੀ ਹੋਈ, ਪਰ ਮੈਂ ਕਿਹਾ ਵੀ ਉਹੀ ਇੱਕ ਬੰਦਾ ਸੀ ਜਿਹੜਾ 6 ਛਿੱਕੇ ਮਾਰ ਸਕਦਾ ਸੀ, ਕਿਉਂਕਿ ਉਹਨੂੰ ਬਣਾਇਆ ਹੀ ਇਸ ਤਰ੍ਹਾਂ। ਤਾਂ ਮੈਂ ਐਕਸਪੈਕਟ ਕਰਦਾ। ਤੇ ਯੂਵੀ ਦਾ ਮੈਨੂੰ ਫੋਨ ਆਇਆ, ਕਹਿੰਦਾ ਡੈਡ ਆ ਕਰਿਸ਼ਮਾ ਹੋ ਗਿਆ। ਮੈਂ ਕਿਹਾ ਇਸੇ ਕਰਕੇ ਤੇਰੇ ਤੇ ਮਿਹਨਤ ਕੀਤੀ ਸਾਰੀ ਜ਼ਿੰਦਗੀ, ਤੋਂ ਕਰਿਸ਼ਮੇ ਕਰੇ। ਕਰਿਸ਼ਮੇ ਤੋਂ ਨੇ ਅੱਗੇ ਜਾ ਕੇ ਹੋਰ ਵੀ ਬੜੇ ਕੀਤੇ। ਕੈਂਸਰ ਤੋਂ ਵਾਪਸ ਆਇਆ, ਖੇਡਿਆ, ਉਹ ਵੀ ਬਹੁਤ ਵੱਡਾ ਕਰਿਸ਼ਮਾ ਹੈ। ਸਾਰੇ 6 ਛਿੱਕੇ ਜਿਹੜੇ ਹੈਗੇ ਆ ਉਹ ਅਨਬਲੀਵੇਬਲ ਸੀ। ਤੇ ਮੇਰਾ ਖਿਆਲ ਆ ਅਸੀਂ ਜੀ ਫਿਰ ਰਾਤ ਨੂੰ ਬੜਾ ਭੰਗੜੇ ਪਾਏ, ਲੋਕਾਂ ਨੇ ਸੜਕ ਤੇ, ਘਰਦਿਆਂ ਨੇ ਬੜਾ, ਸਭ ਨੇ ਜਸ਼ਨ ਮਨਾਏ। ਆਬਵੀਅਸਲੀ ਫਾਦਰ ਹੋਣ ਦੇ ਨਾਤੇ ਤੁਹਾਨੂੰ ਖੁਸ਼ੀ ਤਾਂ ਬਹੁਤ ਹੁੰਦੀ ਹੈ। ਵਾਕਈ। ਔਰ ਵੀ 6 ਛੱਕੇ ਗੋਰਿਆਂ ਦੇ ਖਿਲਾਫ। ਮੈਨੂੰ ਯਾਦ ਹੈ ਤੁਹਾਡੀ ਫਿਲਮ ਜਿਹੜੀ ਸੀ ਪੰਜਾਬੀ ਗੋਰਿਆਂ ਨੂੰ ਦਫਾ ਕਰੋ, ਉਹਦਾ ਡਾਇਲੌਗ ਤੁਸੀਂ ਨਾਲ ਲੋਕਾਂ ਨੇ ਜੋੜ ਕੇ ਵੀਡੀਓ ਬਣਾਈ ਹੋਈ ਕਿ ਅੱਜ ਗੋਰਿਆਂ ਨੂੰ ਬਦਲਾ ਲੈ ਲਿਆ। ਮੈਨੂੰ ਬੜੇ ਬੰਦਿਆਂ ਨੇ ਕਿਹਾ ਵੀ ਇਹ ਯੂਵੀ ਤੇ ਫਲਿੰਟੌਫ ਦੇ ਵਿੱਚ ਆਪਸ ਵਿੱਚ ਗੱਲਬਾਤ ਕੀ ਹੋਈ। ਮੈਂ ਕਿਹਾ ਵੀ ਇਹ ਤਾਂ ਤੁਸੀਂ ਆਪ ਹੀ ਉਹਨੂੰ ਪੁੱਛ ਲਿਓ ਕੀ ਹੋਈ, ਪਰ ਮੈਨੂੰ ਤਾਂ ਜੇ ਡਬਿੰਗ ਕਰਾਂ ਤਾਂ ਲੱਗਦਾ ਵੀ ਕਿਹੜੀ ਗਾਲ ਹੈ ਜਿਹੜੀ ਉਹਨੂੰ ਜੇ ਮੈਂ ਡਬਿੰਗ ਕਰਾਂ ਤਾਂ। ਮੈਂ ਇਹਨੂੰ ਪੁੱਛਿਆ ਯੂਵੀ ਨੂੰ, ਮੈਂ ਕਿਹਾ ਕੀ ਹੋਇਆ? ਕਹਿੰਦਾ ਪਾਪਾ ਤੁਸੀਂ ਰਹਿਣ ਦਿਓ, ਤੁਸੀਂ ਬੋਲਦੇ ਨਾ ਕਿਤੇ, ਮੈਂ ਨਹੀਂ ਚਾਹੁੰਦਾ ਵੀ ਅਜੇ ਕਿੱਦਾਂ ਬਾਹਰ ਆਉਣ। ਔਰ ਉਹ ਲੱਗਦਾ ਸੀ ਕਿ ਜੱਟ ਨੂੰ ਉਹਨੇ ਛੇੜਿਆ ਤੇ ਜੱਟ ਵਿਗੜਿਆ ਫਿਰ ਬਹੁਤ ਕੁਝ ਕਰ ਦਿੰਦਾ। ਦੇਖ ਰਿਹਾ ਸੀ ਫਲਿੰਟੌਫ ਦੀ, ਕਹਿੰਦਾ ਮੇਰੇ ਤੋਂ ਬੜੀ ਗਲਤੀ ਹੋ ਗਈ ਇਹਨੂੰ ਛੇੜ ਕੇ। ਇਹਨੂੰ ਵੈਸੇ ਕਿਸੇ ਨੂੰ ਵੀ ਛੇੜਨਾ ਨਹੀਂ ਚਾਹੀਦਾ, ਇਹ ਇਹੋ ਜਿਹਾ ਪਲੇਅਰ ਸੀਗਾ। ਸੋ ਕਹਿੰਦਾ ਮੇਰਾ ਉਹ ਸਾਰਾ ਨਜ਼ਲਾ ਜਿਹੜਾ ਕ੍ਰਿਸ ਬਰੌਡ ਤੇ ਗੁਜ਼ਰਿਆ ਪਿਆ, ਜਾ ਕੇ ਕਹਿੰਦਾ ਬੜੀਆਂ ਮਾਫੀਆਂ ਮੰਗੀਆਂ ਕ੍ਰਿਸ ਬਰੌਡ ਤੋਂ, ਮੇਰੇ ਤੋਂ ਗਲਤੀ ਹੋ ਗਈ। ਉਹ ਕ੍ਰਿਸ ਬਰੌਡ ਕਹਿੰਦਾ ਮੇਰੇ ਕਮਰੇ ਜਾ ਕੇ ਮੈਨੂੰ ਕਹਿੰਦਾ ਤੂੰ ਉਹਨੂੰ ਕਿਉਂ ਛੇੜਿਆ, ਤੂੰ ਉਹਨੂੰ ਕਿਉਂ ਮੈਨੂੰ ਮਰਵਾਤਾ, ਇਹ 6 ਛੱਕੇ ਤੂੰ ਖਾ ਲੈਣੇ ਸੀਗੇ, ਮੈਨੂੰ ਕਿਉਂ ਮਾਰੇ। ਬੜਾ ਚੰਗਾ ਸੀ ਵਾਕਈ। ਉਹ ਤੁਸੀਂ ਕਿਹਾ ਨਾ, ਉਹ ਮਿਸਟਰੀ ਹਾਲੇ ਵੀ ਬਣੀ ਹੋਈ ਹੈ। ਕਹਿੰਦੇ 2 ਮਿਸਟਰੀਆਂ ਸੀਗੀਆਂ ਹਿੰਦੁਸਤਾਨ 'ਚ, ਇੱਕ ਤਾਂ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ, ਉਹ ਤਾਂ ਸੁਲਝ ਗਈ। ਇੱਕ ਇਹ ਹੈ ਕਿ ਯੁਵਰਾਜ ਨੇ ਸਟੂਅਰਟ ਬ੍ਰੌਡ ਨੂੰ ਕਿਉਂ ਮਾਰਿਆ, ਉਹ ਹਲੇ ਤੱਕ ਨਹੀਂ ਸੁਲਝੀ। ਉਹ ਤੁਸੀਂ ਹਲੇ ਲੁਕੀ ਹੋ ਰਹਿ ਗਈ ਹੈ। ਚਲੋ ਖੈਰ ਕੋਈ ਨਹੀਂ ਭਾਜੀ। ਇੱਥੇ ਆਸਟ੍ਰੇਲੀਆ ਦੇ ਤੁਹਾਡੇ ਬਹੁਤ ਸਾਰੇ ਫੈਨ, ਸਰਬਜੀਤ ਸਿੰਘ ਹੋਰੀ, ਜਿਨ੍ਹਾਂ ਨੇ ਪਹਿਲਾਂ ਤੁਹਾਡੇ ਨਾਲ ਮੇਲ ਵੀ ਕਰਾਇਆ ਸੀ, ਉਹ ਵੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਗੌਰਵ ਸ਼ਰਮਾ ਜੀ ਕਹਿ ਰਹੇ ਨੇ, ਉਹ ਸਾਰੇ ਉਡੀਕ ਵੀ ਰਹੇ ਨੇ, ਕਹਿੰਦੇ ਹੁਣ ਕਦੋਂ ਦੇ ਨੇ ਦਰਸ਼ਨ ਫਿਰ ਆਸਟ੍ਰੇਲੀਆ ਦੇ? ਬੜਾ ਪਿਆਰ ਦਿੱਤਾ ਜੀ। ਮੈਂ ਤਾਂ ਜਦ ਉੱਥੇ ਗਿਆ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਜਿੰਨਾ ਚਿਰ ਮੈਂ ਰਿਹਾ। ਸਾਰਿਆਂ ਨੇ ਇੰਨਾ ਪਿਆਰ ਕੀਤਾ, ਸਾਰਿਆਂ ਨੇ ਇੰਨਾ ਮਾਣ ਸਤਿਕਾਰ ਦਿੱਤਾ। ਇੱਥੋਂ ਤੱਕ ਮੈਂ ਮੈਲਬਰਨ ਜਾਣਾ ਸੀ ਤੇ ਭਾਜੀ ਹੋਣੀ ਮੇਰੇ ਨਾਲ ਗਏ। ਉਹਨਾਂ ਨੇ ਕਿਹਾ ਵੀ ਬੰਦਾ ਇੱਕ ਜਾਊਗਾ ਨਾਲ, ਫਿਰ ਲੈ ਕੇ ਬੜਾ ਖਿਆਲ ਰੱਖਿਆ। ਮੈਂ ਹਮੇਸ਼ਾ ਹੀ ਚਾਹੂੰਗਾ ਜਦ ਵੀ ਜਾਣਾ ਹੋਊਗਾ ਤੇ ਮੈਂ ਉਹਨਾਂ ਦੇ ਕੋਲ ਦੁਬਾਰਾ ਜਾਵਾਂ, ਸਾਰੇ ਅਰੋੜਾ ਸਾਹਿਬ ਕੋਲ ਤੇ ਸਾਰਿਆਂ ਕੋਲ ਜਿੰਨੇ ਵੀ ਸੀ। ਮੈਂ ਦੱਸ ਨਹੀਂ ਸਕਦਾ। ਇਨਫੈਕਟ ਜਦ ਉੱਥੋਂ ਚੱਲਣ ਲੱਗੇ ਏਅਰਪੋਰਟ ਦੇ ਤਾਂ ਮੈਂ ਬਹੁਤ ਇਮੋਸ਼ਨਲ ਬੰਦਾ, ਮੇਰੀ ਅੱਖ 'ਚ ਪਾਣੀ ਬਹੁਤ ਛੇਤੀ ਆਉਂਦਾ ਕੋਈ ਮੈਨੂੰ ਪਿਆਰ ਦੇਵੇ, ਤੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। ਮੈਨੂੰ ਜਿਹੜਾ ਮੈਨੂੰ ਅਵਾਰਡ ਦਿੱਤਾ ਹੈ, ਉਸ ਅਵਾਰਡ ਦੀ ਕੋਈ ਭਾਜੀ ਕੀਮਤ ਹੀ ਹੈ ਨਹੀਂ। ਥੈਂਕ ਯੂ। ਮੈਂ ਹੱਥ ਜੋੜ, ਮੈਂ ਮਤਲਬ ਸਟਾਰ ਆਫ ਦਾ ਮਿਲੇਨੀਅਮ ਦੇ ਨਾਲ ਤੁਹਾਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ MP ਦੇ ਰਿਹਾ ਹੈ, ਤੇ ਉਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਮੇਰੇ ਲਈ ਇੱਕ ਮੈਂ ਸਮਝਦਾ ਵਨ ਆਫ ਦ ਮੋਸਟ ਬਿਊਟੀਫੁਲ ਸਵੀਟੈਸਟ ਮੈਮਰੀ। ਔਰ ਉਹ ਜਿਹੜੀ ਬਹੁਤ ਹਾਸੇ ਵਾਲੀ ਗੱਲ ਹੋਈ ਬਈ ਭੰਗੜਾ ਪਾ ਕੇ ਅਸੀਂ MP ਵੀ ਨਾਲ ਨਚਾ ਲਿਆ ਗੋਰਾ। ਮੈਂ ਕਿਹਾ ਵੀ ਭੰਗੜਾ ਪਾਈਏ, ਯੂ ਮਸਟ ਹੈਵ ਸੀਨ ਦੈਟ ਵੀਡੀਓ।
ਹਾਂਜੀ ਸੋ ਬਹੁਤ ਚੰਗਾ ਲੱਗਿਆ ਜੀ। ਹੋਰ ਜਦ ਵੀ ਜਾਵਾਂਗੇ ਸਾਰੇ ਸੱਜਣ ਨੂੰ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਮਿਲਾਂਗੇ ਜੀ। ਹਾਂਜੀ ਕਿਆ ਬਾਤ ਹੈ ਭਾਜੀ, ਤੁਹਾਡੀ ਸੋਹਬਤ ਹੈ ਇਹ, ਜਿੱਥੇ ਜਾਂਦੇ ਹੋ ਰੌਣਕਾਂ ਲਗਾਉਂਦੇ ਹੋ, ਇਸੇ ਕਰਕੇ ਉਡੀਕ 'ਚ ਰਹਿੰਦੇ ਅਸੀਂ ਤੁਹਾਡੀ ਹਮੇਸ਼ਾ, ਔਰ ਇਸੇ ਕਰਕੇ ਉਡੀਕ 'ਚ ਰਹਿੰਦੇ ਹਾਂ ਜੀ ਕਿ ਤੁਹਾਡੀਆਂ ਫਿਲਮਾਂ ਛੇਤੀ ਤੋਂ ਛੇਤੀ ਆਉਣ, ਛੇਤੀ ਤੋਂ ਛੇਤੀ ਆ ਲੋਕਡਾਊਨ ਵਾਲੇ ਪੰਗੇ ਮੁੱਕਣ, ਔਰ ਯੋਗਰਾਜ ਸਿੰਘ ਹੋਰਾਂ ਨੂੰ ਇੱਕ ਵਾਰ ਫਿਰ ਤੋਂ ਆਪਣੇ ਫੇਵਰੇਟ ਐਕਟਰ ਨੂੰ ਅਸੀਂ ਸਕਰੀਨ ਤੇ ਦੇਖ ਸਕੀਏ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸੋ ਮਚ। ਅੱਜ ਸਾਡੇ ਮੈਂ ਜਾਣ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹੁੰਦਾ ਸਾਰਿਆਂ ਨੂੰ ਹੱਥ ਜੋੜ ਕੇ ਕਿ ਥੋੜੀ ਜੀ ਸੋਚ ਮੈਨੂੰ ਤੁਸੀਂ 30 ਸਕਿੰਟ ਦਾ ਟਾਈਮ ਦੇ ਦਿਓ ਪਲੀਜ਼ ਸਰੋਤਿਆਂ ਵਾਸਤੇ, ਵੀ ਆਪਾਂ ਥੋੜੀ ਜਿਹੀ ਸੋਚ ਆਪਣੀ ਅਨੰਦਪੁਰ ਸਾਹਿਬ ਲੈ ਜਾਈਏ। ਜਦ 10 ਲੱਖ ਦਾ ਘੇਰਾ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਨਾਲ ਤੇ ਸਿੰਘਾਂ ਨਾਲ ਲੜਾਈ ਲੜ ਰਹੇ ਸੀ, 3 ਮਹੀਨੇ ਬਾਅਦ ਉੱਥੇ ਰਾਸ਼ਨ ਵੀ ਮੁੱਕ ਗਿਆ, ਪਾਣੀ ਵੀ ਮੁੱਕ ਗਿਆ, ਖਾਣ ਦਾ ਕੁਝ ਸਮਾਨ ਨਹੀਂ ਸੀ। ਕਿਵੇਂ 6 ਮਹੀਨੇ ਕੱਟੇ, ਕਿਵੇਂ ਕੀਤਾ, ਫਿਰ ਵੀ ਉਸ ਤੋਂ ਬਾਅਦ ਚੜ੍ਹਦੀ ਕਲਾ ਨਾਲ ਬਾਹਰ ਨਿਕਲੇ, ਤੇ ਬਾਕੀ ਹਿਸਟਰੀ ਤੁਸੀਂ ਸਾਰੇ ਜਾਣਦੇ ਹੋ। ਉਸ ਤੋਂ ਬਾਅਦ ਤੇ ਆਪਾਂ ਵੀ ਲੋਕਡਾਊਨ ਦੇ ਦੌਰਾਨ ਆਪਣੀਆਂ ਕੰਟਰੀਆਂ ਲੋਕਡਾਊਨ ਖੋਲ ਵੀ ਦੇਣ, ਸਭ ਕੁਝ ਕਰਦੇ ਨੇ, ਮੈਂ ਫਿਰ ਵੀ ਹੱਥ ਜੋੜ ਕੇ ਤੁਹਾਨੂੰ ਪ੍ਰਾਰਥਨਾ ਕਰੂੰਗਾ, ਮੇਰੀ ਗੱਲ ਮੰਨ ਲਿਓ ਜੇ ਆਪਾਂ ਫਿਰ ਵੀ ਇਹਦਾ ਜਿਹੜਾ ਲੋਕਡਾਊਨ ਦਾ ਆਪਾਂ ਬਾਹਰ ਨਿਕਲੀਏ ਤਾਂ ਬਹੁਤ ਹਰ ਚੀਜ਼ ਨੂੰ ਸੋਚ ਵਿਚਾਰ ਕੇ ਆਪਾਂ ਕਰੀਏ। ਇਹ ਵੀ ਇੱਕ ਦਿਨ ਮੁੱਕ ਹੀ ਜਾਣਾ, ਪਰ ਮੈਂ ਫਿਰ ਵੀ ਫਤਿਹ ਬੁਲਾਉਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਕਹੂੰਗਾ ਚੜ੍ਹਦੀ ਕਲਾ ਚ ਰਹੋ, ਮਹਾਰਾਜ ਤੁਹਾਡੀ ਲੰਬੀ ਉਮਰ ਹੋਵੇ, ਤੁਸੀਂ ਸਾਰੀਆਂ ਖੁਸ਼ੀਆਂ ਹੰਡਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਸਾਡੇ ਨਾਲ ਟਾਈਮ ਦੇਣ ਦੇ ਲਈ, ਔਰ ਇੰਨੀਆਂ ਸੋਹਣੀਆਂ ਗੱਲਾਂ ਕਰਨ ਦੇ ਲਈ, ਔਰ ਸੇਧ ਦੇਣ ਦੇ ਲਈ। ਮੈਂ ਇਹ ਕਹਿਣਾ ਹੁੰਦਾ ਕਿ ਯੋਗਰਾਜ ਸਿੰਘ ਹੋਰਾਂ ਦੇ ਨਾਲ ਜਦ ਵੀ ਗੱਲ ਹੁੰਦੀ ਹੈ, ਕੋਈ ਨਾ ਕੋਈ ਕੀ, ਬਲਕਿ ਉਹ ਸਾਰੇ ਦੀ ਸਾਰੀ ਇੰਟਰਵਿਊ ਸੁਣ ਲਓ ਜੀ, ਸਿਆਣੀਆਂ ਗੱਲਾਂ ਹੀ ਹੁੰਦੀਆਂ ਨੇ, ਪਰ ਤੁਹਾਡੇ ਨਾਲ ਗੱਲ ਕਰਕੇ ਮਜ਼ਾ ਬਹੁਤ ਆਉਂਦਾ ਭਾਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਜਿਉਂਦੇ ਵਸਦੇ ਰਹੋ, ਮਹਾਰਾਜ ਤੁਹਾਨੂੰ ਭਾਗ ਲਾਵੇ। ਵਾਹਿਗੁਰੂ। ਸ਼ੁਕਰੀਆ। ਸੋ ਇਹ ਸਨ ਜੀ ਯੋਗਰਾਜ ਸਿੰਘ ਜੀ, ਔਰ ਤੁਸੀਂ ਇਸ ਇੰਟਰਵਿਊ ਨੂੰ ਸਾਡੇ ਰੇਡੀਓ ਦੇ ਉੱਤੇ ਲਾਈਵ ਵੀ ਸੁਣ ਰਹੇ ਸੀਗੇ, ਪਰ ਕੁਝ ਦਿਨਾਂ ਦੇ ਦੌਰਾਨ ਇਸ ਇੰਟਰਵਿਊ ਨੂੰ ਅਸੀਂ YouTube ਦੇ ਉੱਤੇ ਵੀ ਸ਼ੇਅਰ ਕਰਾਂਗੇ, ਸੋ ਉਸ ਦੌਰਾਨ ਤੁਸੀਂ ਇਸ ਨੂੰ ਸੁਣ ਵੀ ਸਕੋਗੇ ਜੀ ਰੇਡੀਓ ਦੇ ਤਰੰਗਾਂ ਦੇ ਉੱਤੇ। ਫਿਲਹਾਲ ਮੈਨੂੰ ਯਾਨੀ ਗੌਤਮ ਕਪਿਲ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।